ਦੇਸ਼ਾਂ ਵਿਦੇਸ਼ਾਂ ਦੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਸ਼कों ਸਾਡੀ ਇੱਕ ਮੁਹਿੰਮ ਹੈ ਕਿ ਗੁਰਦੁਆਰਾ ਸ਼੍ਰੀ ਨਾਨਕ ਮੱਤਾ ਸਾਹਿਬ ਜੀ ਦੀ ਜਿਹੜੀ ਚੋਣ ਚੱਲ ਰਹੀ ਹੈ, ਸਾਡੀ ਮੁਹਿੰਮ ਹੈ ਕਿ ਇੱਕ ਮਤ ਹੋ ਕੇ ਸਰਬਸੰਮਤੀ ਦੇ ਨਾਲ ਜਿਹੜੇ 27 ਦੇ 27 ਡਾਇਰੈਕਟਰ ਨੇ ਉਹ ਇੱਕ ਪਲੇਟਫਾਰਮ ਥੱਲੇ ਆ ਕੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਮੇਟੀ ਦੀ ਜਿਹੜੀ ਕਮੇਟੀ ਬਣਨ ਵਾਲੀ ਹੈ, ਸਰਬਸੰਮਤੀ ਦੇ ਨਾਲ ਆਪਣੇ ਮੈਂਬਰ ਬਣਾਉਣ ਤੇ ਜਿਹੜੇ ਕੰਮ ਉੱਥੇ ਰੁਕੇ ਹੋਏ ਨੇ ਜਿਹਦੇ ਕਰਕੇ ਸੰਗਤ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ, ਉਹ ਕੰਮ ਜਿਹੜੇ ਨੇ ਸੁਚਾਰੂ ਰੂਪ ਤੇ ਚੱਲ ਸਕਣ। ਤੇ ਜਿਹੜਾ ਸਮਾਜ ਦੇ ਵਿੱਚ ਇੱਕ ਮੈਸੇਜ ਗਿਆ ਹੈ ਕਿ ਆਪਸੀ ਖਿੱਚਾਤਾਣ ਜਾਰੀ ਹੈ ਪ੍ਰਧਾਨੀ ਪਦ ਦੀ ਚੋਣ ਨੂੰ ਲੈ ਕੇ, ਕਿਉਂਕਿ ਇੱਕ ਨੈਗੇਟਿਵ ਛਵੀ ਸਾਡੇ ਸਮਾਜ ਦੀ ਬਾਹਰ ਜਾ ਰਹੀ ਹੈ। ਦੇਸ਼ਾਂ ਵਿਦੇਸ਼ਾਂ ਤੋਂ ਸਾਨੂੰ ਸੰਗਤਾਂ ਦੀ ਕਾਲਾਂ ਆ ਰਹੀਆਂ ਨੇ, ਆਖਰ ਉੱਥੇ ਹੋ ਕੀ ਰਿਹਾ ਹੈ, ਕਿਉਂਕਿ ਗੁਰਦੁਆਰਾ ਸ਼੍ਰੀ ਨਾਨਕ ਮੱਤਾ ਸਾਹਿਬ ਸਾਡੇ ਯੂਪੀ ਅਤੇ ਉੱਤਰਾਖੰਡ ਦੇ ਸਿੱਖਾਂ ਦੀ ਇੱਥੋਂ ਬਹੁਤ ਵੱਡੀ ਤਰੀਕੇ ਨਾਲ ਰਹਿਨੁਮਾਈ ਕੀਤੀ ਜਾਂਦੀ ਹੈ ਤੇ 27 ਦੇ 27 ਡਾਇਰੈਕਟਰਾਂ ਨੂੰ ਲੱਖਾਂ ਲੋਕਾਂ ਦੇ ਵਿੱਚੋਂ ਚੁਣ ਕੇ ਇੱਕ ਵਿਸ਼ਵਾਸ ਜਤਾ ਕੇ ਇੱਥੇ ਭੇਜਿਆ ਗਿਆ ਕਿ ਇੱਥੋਂ ਦੀ ਸਿੱਖ ਸਮਾਜ ਦੀ ਭਲਾਈ ਦੇ ਵੱਡੇ ਵੱਡੇ ਕਾਰਜ ਕੀਤੇ ਜਾਣ। ਲੇਕਿਨ ਜਿਵੇਂ ਕਿ ਮੈਸੇਜ ਵਾਇਰਲ ਹੋ ਰਿਹਾ ਹੈ ਕਿ ਆਪਸ ਦੇ ਵਿੱਚ ਖਿੱਚਾਤਾਣ ਜਾਰੀ ਹੈ, ਸਹਿਮਤੀ ਨਹੀਂ ਬਣ ਪਾ ਰਹੀ। ਸਾਡੀ ਮੁਹਿੰਮ ਹੈ ਕਿ ਇਹਨਾਂ ਸਾਰਿਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਕੇ ਤੇ ਇੱਕ ਐਸੀ ਕਮੇਟੀ ਬਣਾਈਏ ਜਿਹਦੇ ਨਾਲ ਇੱਕ ਮੈਸੇਜ ਜਾ ਸਕੇ ਕਿ ਜਿਹੜੇ ਸਾਡੇ ਸਿੱਖ ਨੇ ਉਹ ਮਿਲ ਬੈਠ ਕੇ ਸਾਰੇ ਮਸਲੇ ਸੁਲਝਾ ਵੀ ਸਕਦੇ ਨੇ ਤੇ ਕਮੇਟੀ ਦੀ ਚੋਣ ਵੀ ਕਰ ਸਕਦੇ ਨੇ। ਉਸੇ ਹੀ ਮੁਹਿੰਮ ਦੇ ਤਹਿਤ ਅੱਜ ਸਾਡੇ ਨਾਲ ਮੌਜੂਦ ਨੇ 27 ਡਾਇਰੈਕਟਰਾਂ ਦੇ ਵਿੱਚੋਂ 2 ਡਾਇਰੈਕਟਰ। ਇੱਕ ਸ਼ੁਰੂਆਤ ਕੀਤੀ ਹੈ ਕਿ ਇਹਨਾਂ ਤੋਂ ਅਸੀਂ ਇਹਨਾਂ ਨੂੰ ਨਾਲ ਇਕੱਠੇ ਬਿਠਾ ਕੇ ਇਹਨਾਂ ਦੇ ਵਿਚਾਰ ਲਾਂਗੇ ਕਿ ਇਹਨਾਂ ਦਾ ਕੀ ਕਹਿਣਾ ਹੈ। ਜਿਹੜਾ ਇੱਕ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ ਕਿ ਇਹਨਾਂ ਦੀ ਆਪਸ ਵਿੱਚ ਨਹੀਂ ਬਣ ਰਹੀ, ਇਹਨਾਂ ਤੋਂ ਹੀ ਸੁਣਾਂਗੇ ਇਹਨਾਂ ਦੀ ਜ਼ਬਾਨੀ। ਪ੍ਰੋਫੈਸਰ ਸ਼ਰਨ ਸਿੰਘ ਜੀ ਮੌਜੂਦ ਨੇ, ਬਾਜਪੁਰ ਤੋਂ ਡਾਇਰੈਕਟਰ ਨੇ ਤੇ ਬੇਰੀਆ ਸ਼ਾਇਦ ਗੁਰਦੁਆਰਾ ਸਿੰਘ ਸਭਾ ਉਹਨਾਂ ਦੇ ਮੁੱਖ ਸੇਵਾਦਾਰ ਵੀ ਨੇ। ਸਭ ਤੋਂ ਪਹਿਲਾਂ ਫਤਿਹ ਦੀ ਅਰਜ਼ ਕਰਕੇ ਉਹਨਾਂ ਦਾ ਸਵਾਗਤ ਕਰਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਨਿਰਮਲ ਸਿੰਘ ਹੰਸਪਾਲ ਜੀ ਜਿਹੜੇ ਕਿ ਸਾਬਕਾ ਪ੍ਰਧਾਨ ਨੇ ਕਿੱਛਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਤੇ ਕਿੱਛਾ ਤੋਂ ਹੀ ਡਾਇਰੈਕਟਰ ਚੁਣੇ ਗਏ ਨੇ, ਇਹਨਾਂ ਦਾ ਵੀ ਫਤਿਹ ਦੀ ਅਰਜ਼ ਕਰਕੇ ਸਵਾਗਤ ਕਰਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ। ਸਿੱਖ ਸੰਗਤ ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਤੁਹਾਡੇ ਦੋਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੀ ਬੇਨਤੀ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹੋਏ ਤੇ ਅੱਜ ਇਕੱਠੇ ਬੈਠ ਕੇ ਇੱਕ ਵਧੀਆ ਮੈਸੇਜ ਦੇ ਰਹੇ ਹੋ ਕਿ ਜਿਹੜਾ ਮਾਹੌਲ ਇੱਕ ਫੈਲਿਆ ਹੋਇਆ ਹੈ ਕਿ ਆਪਸ ਦੇ ਵਿੱਚ ਖਿੱਚਾਤਾਣ ਜਾਰੀ ਹੈ, ਉਹ ਅਸੀਂ ਸੰਗਤਾਂ ਨੂੰ ਪੋਜ਼ਿਟਿਵ ਮੈਸੇਜ ਦੇ ਸਕੀਏ। ਸੰਗਤ, ਤੁਹਾਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਆਪਣੇ ਕਮੈਂਟ ਇਹਦੇ ਵਿੱਚ ਜ਼ਰੂਰ ਪਾਉਂਦੇ ਜਾਇਆ ਜੇ ਕਿ ਚੋਣ ਕਿਸ ਤਰ੍ਹਾਂ, ਹੁਣ ਜਿਵੇਂ ਜਿਹੜੇ 27 ਦੇ 27 ਡਾਇਰੈਕਟਰ ਨੇ ਇਹ ਕਿਸ ਤਰ੍ਹਾਂ ਆਪਣੇ ਮੈਂਬਰਾਂ ਦੀ ਚੋਣ ਕਰਨ। ਇੱਕ ਚੀਜ਼ ਹੋਰ, ਜਿਹੜੀ ਚੋਣ ਪ੍ਰਕਿਰਿਆ ਸਥਗਿਤ ਕੀਤੀ ਗਈ ਹੈ ਉਹਨੂੰ ਲੈ ਕੇ ਵੀ ਥੋੜ੍ਹਾ ਜਿਹਾ ਇਹਨਾਂ ਦੇ ਵਿੱਚ ਰੋਸ਼ ਹੈ ਤੇ ਉਹ ਪ੍ਰਤੀਕਰਮ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕਹਿਣਾ ਚਾਹੁੰਦੇ ਨੇ। ਹੰਸਪਾਲ ਜੀ, ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਚਲੋ ਇਕੱਠੇ ਬੈਠ ਕੇ ਇੱਕ ਵਧੀਆ ਮੈਸੇਜ ਦੇ ਰਹੇ ਹੋ। ਜੋ ਇੱਕ ਚਰਚਾ ਬਣੀ ਹੋਈ ਹੈ ਕਿ ਖਿੱਚਾਤਾਣ ਜਾਰੀ ਹੈ, ਲੇਕਿਨ ਸਾਨੂੰ ਲੱਗਦਾ ਹੈ ਕਿ ਇਹ ਤੁਹਾਨੂੰ ਇਕੱਠਿਆਂ ਬੈਠੇ ਵੇਖ ਕੇ ਸੰਗਤ ਵਿੱਚ ਜਿਹੜੀ ਨਿਰਾਸ਼ਾ ਹੈ ਉਹਨਾਂ ਨੂੰ ਕਾਫੀ ਰਾਹਤ ਮਿਲੀ ਹੋਗੀ। ਚਾਵਲਾ ਸਾਹਿਬ, ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਖਿੱਚਤਾਣ ਵਾਲਾ ਕੋਈ ਮਾਮਲਾ ਨਹੀਂ ਹੈ। ਜਿਹੜਾ ਡਿਲੇ ਹੋ ਰਿਹਾ ਹੈ ਚੁਣਾਵ, ਇਹ ਸਭ ਤੋਂ ਵੱਡੀ ਜਿਹੜੀ ਭੂਮਿਕਾ ਹੈਗੀ ਹੈ ਪ੍ਰਸ਼ਾਸਨ ਦੀ ਹੈ। ਮੈਨੂੰ ਲੱਗਦਾ ਹੈ ਕਿ ਜਿਵੇਂ 25 ਤਰੀਕ ਨੂੰ ਸਾਰੇ ਸਾਡੇ 27 ਡਾਇਰੈਕਟਰ ਜਿਹੜੇ ਚੁਣ ਕੇ ਆਏ ਨੇਗੇ ਜਾਂ ਜਿਹੜੇ ਨਿਰਵਿਰੋਧ ਵੀ ਬਣ ਕੇ ਆਏ ਹੈਗੇ ਨੇਗੇ, ਤੇ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਕਿ ਇੰਨਾ ਟਾਈਮ ਜਿਹੜਾ ਉਹਨਾਂ ਨੇ ਵਿਚਕਾਰ ਪਾਇਆ ਇਹ ਟਾਈਮ ਨੂੰ ਨਾ ਪਾਉਂਦੇ ਤੇ ਜਿੱਦਾਂ 28 ਤਰੀਕ ਦਿੱਤੀ ਸੀ, 28 ਤਰੀਕ ਨੂੰ ਸਾਰੇ ਡਾਇਰੈਕਟਰ ਅਸੀਂ ਮਿਲ ਬੈਠ ਕੇ ਉੱਥੇ ਮੈਨੂੰ ਲੱਗਦਾ ਹੈ ਕਿ ਸਾਰੀ ਅੱਛੀ ਸੋਚ ਵਾਲੇ ਡਾਇਰੈਕਟਰ ਆਏ ਨੇਗੇ ਤੇ ਅਸੀਂ ਸਾਰੇ ਰਲ ਮਿਲ ਕੇ ਉਦਣ ਆਪਣੀ ਉੱਥੇ ਕਮੇਟੀ ਦੀ ਚੋਣ ਅਸੀਂ ਕਰ ਸਕਦੇ ਸੀ 28 ਤਰੀਕ ਵਾਲੇ ਦਿਨ। ਲੇਕਿਨ ਉਹ ਜਿੱਦਾਂ ਜਿੱਦਾਂ ਟਾਈਮ ਅੱਗੇ ਪੈਂਦਾ ਜਾ ਰਿਹਾ, 28 ਤੋਂ ਬਾਅਦ 29 ਹੋਈ, 29 ਤੋਂ ਬਾਅਦ ਅੱਜ ਮੇਰਾ ਖਿਆਲ ਹੈ ਕਿ 4 ਤਰੀਕ ਹੈਗੀ ਏ ਤੇ ਲੋਕਾਂ ਦੇ ਵਿਚਕਾਰ ਕਿਤੇ ਨਾ ਕਿਤੇ ਸ਼ੰਸ਼ਾ ਹੈ ਇਹ ਸਰਕਾਰਾਂ ਦੇ ਪ੍ਰਤੀ। ਬਿਲਕੁਲ ਬਿਲਕੁਲ, ਸਰਕਾਰਾਂ ਦੇ। ਅੱਛਾ, ਇਹਦੇ ਵਿੱਚ ਆਪਾਂ ਤੁਹਾਡੀ ਗੱਲ ਕੱਟਣ ਮਾਫੀ ਚਾਹੁੰਦੇ ਹਾਂ ਕਿ ਇਹਦੀ ਜ਼ਿੰਮੇਦਾਰ ਫਿਰ ਇਹ ਜਿਹੜੀ ਚੋਣ ਪ੍ਰਕਿਰਿਆ ਸਥਗਿਤ ਕੀਤੀ ਗਈ ਹੈ, ਕਾਰਨ ਇਹੋ ਹੀ ਹੈ ਕਿ ਇਹ ਜਿਹੜਾ ਇੰਨਾ ਜ਼ਿਆਦਾ ਵਿਲੰਬ ਹੋਇਆ। ਨਹੀਂ, ਮੈਂ ਤੁਹਾਨੂੰ ਪਹਿਲਾਂ ਵੀ ਵੀਰ ਜੀ ਜਾਣਕਾਰੀ ਦੇ ਰਿਹਾ ਵਾਂ ਵੀ 27 ਡਾਇਰੈਕਟਰ ਜਿਹੜੇ ਚੁਣ ਕੇ ਆਏ ਨੇ 1320 ਗੁਰਦੁਆਰਿਆਂ ਦੀ ਇਹਦੇ ਵਿਚਕਾਰ ਪ੍ਰਤਿਭਾਗੀ ਹੈਗੀ ਏ
ਤੇ ਜੇਕਰ 28 ਤਰੀਕ ਨੂੰ ਸਾਰਿਆਂ ਨੂੰ ਬੁਲਾ ਕੇ ਏਡੀਐਮ ਸਾਹਿਬ ਚੋਣ ਕਰਵਾ ਦਿੰਦੇ ਤੇ ਆ ਜਿਹੜੇ ਅਲੱਗ-ਅਲੱਗ ਜਿਹੜੇ ਮੈਸੇਜ ਜਿਹੜੇ ਸੰਦੇਸ਼ ਜਾ ਰਹੇ ਨੇਗੇ ਅਸੀਂ ਇਹਨਾਂ ਤੋਂ ਬਚ ਜਾਂਦੇ ਤੇ ਅੱਜ ਮੇਰਾ ਖਿਆਲ ਬਹੁਤ ਅੱਛੇ ਤਰੀਕੇ ਦੇ ਨਾਲ ਉੱਥੇ ਪ੍ਰਧਾਨ ਦੇ ਵੀ ਚੋਣ ਹੋ ਜਾਣੀ ਸੀ ਜਾਂ ਜਿਹੜੇ 3 ਪਦ ਹੋਰ ਸੀ ਉਹਨਾਂ ਦੀ ਵੀ ਚੋਣ ਹੋ ਜਾਣੀ ਸੀ ਤੇ ਰਲ ਮਿਲ ਕੇ ਕਮੇਟੀ ਨੇ ਆਪਣਾ ਕੰਮ ਜਿਹੜਾ ਸੀ ਉਹ ਸ਼ੁਰੂ ਕਰ ਦੇਣਾ ਸੀ। ਕੋਈ ਗੱਲ ਨਹੀਂ। ਪ੍ਰਭਸ਼ਰਨ ਸਿੰਘ ਜੀ ਕੋਲ ਆਉਂਦੇ ਉਹਨਾਂ ਦਾ ਵਰਜਨ। ਭਾਜੀ ਥੋੜਾ ਜਿਹਾ ਇੱਧਰ ਹੋ ਜਾਏ, ਸਾਡਾ ਥੋੜਾ ਜਿਹਾ ਕੈਮਰਾ ਛੋਟਾ ਹੈ, ਮਾਫੀ ਚਾਹੁੰਦੇ ਹਾਂ ਤੁਹਾਨੂੰ। ਪ੍ਰਭਸ਼ਰਨ ਸਿੰਘ ਜੀ, ਮੈਸੇਜ ਇਹ ਵਾਇਰਲ ਹੋ ਰਿਹਾ, ਚਰਚਾ ਇਹ ਬਣੀ ਹੋਈ ਕਿ ਖਿੱਚਾਤਾਨ ਜਾਰੀ ਆਪਸ ਵਿੱਚ ਨਹੀਂ ਬਣ ਰਹੀ, ਲੇਕਿਨ ਮੈਂ ਤੁਹਾਨੂੰ ਇਕੱਠਿਆਂ ਬੈਠ ਕੇ ਮੈਨੂੰ ਤਾਂ ਲੱਗਦਾ ਕਿ ਤੁਹਾਡੀ ਆਪਸ ਵਿੱਚ ਕੋਈ ਖਿੱਚਾਤਾਨ ਜਾਰੀ ਨਹੀਂ ਹੈ। ਫਿਰ ਇਸ ਤਰ੍ਹਾਂ ਦਾ ਮਾਹੌਲ ਕਿਉਂ ਕ੍ਰੀਏਟ ਹੋਇਆ? ਦੇਖੋ ਜੀ, ਇਹ ਅਫਵਾਹ ਉੱਡੀ ਵੀ ਆ ਕਿ ਆਪਸ ਵਿੱਚ ਡਾਇਰੈਕਟਰਾਂ ਦੀ ਨਹੀਂ ਬਣ ਰਹੀ। ਡਾਇਰੈਕਟਰ ਸਾਰੇ ਜਿਹੜੇ ਹੁਣ ਜਿੱਥੋਂ ਤੱਕ ਮੈਨੂੰ ਲੱਗਦਾ ਸਾਰੇ ਸੁਲਝੇ ਹੋਏ ਡਾਇਰੈਕਟਰ ਆਏ ਨੇ ਤੇ ਉਹ ਸੇਵਾ ਭਾਵਨਾ ਵਾਲੇ ਆਏ ਨੇ, ਸੇਵਾ ਕਰਨਾ ਚਾਹੁੰਦੇ ਨੇ। ਪਰ ਜਿਹੜੀ ਇਹ ਗੁੱਟਬਾਜੀ ਬਣਾਈ ਬੈਠੇ ਇਹ ਬਹੁਤ ਗਲਤ ਆ। ਅਸੀਂ ਚਾਹੁੰਦੇ ਆ, ਅਸੀਂ ਆਏ ਆ, ਅਸੀਂ ਇਹ ਵੀ ਚਾਹੁੰਦੇ ਆ ਕਿ 27 ਦੇ 27 ਡਾਇਰੈਕਟਰ ਆ ਜਿਹੜੇ ਇੱਕੋ ਨਿਸ਼ਾਨ ਸਾਹਿਬ ਥੱਲੇ ਆ ਕੇ ਇਕੱਠੇ ਹੋਣ, ਬੈਠਣ ਤੇ ਇਸ ਮਸਲੇ ਦਾ ਹੱਲ ਕੀਤਾ ਜਾਵੇ। ਤੇ ਅਸੀਂ ਸੰਗਤ ਅੱਗੇ ਵੀ ਦੇਖੋ ਸੰਗਤ ਨੇ ਸਾਨੂੰ ਬੜਾ ਮਤਲਬ ਸੋਚ ਸਮਝ ਕੇ ਭੇਜਿਆ, ਸੇਵਾ ਦਾ ਮੌਕਾ ਦਿੱਤਾ ਸਾਨੂੰ ਤੇ ਸਾਡੇ ਵਿੱਚ ਸੰਗਤ ਦਾ ਵੀ ਰੋਸ਼ ਆ ਕਿ ਅਸੀਂ ਉਹਨਾਂ ਨੂੰ ਸੰਗਤ ਨੇ ਸਾਨੂੰ ਚੁਣ ਕੇ ਭੇਜਿਆ, ਅਸੀਂ ਫੇਰ ਵੀ ਅੱਗੇ ਫੈਸਲਾ ਨਹੀਂ ਲੈ ਪਾ ਰਹੇ ਆ ਤੇ ਸੰਗਤ ਦੇ ਜਿੱਥੋਂ ਤੱਕ ਸਾਨੂੰ ਲੱਗਦਾ ਅਸੀਂ ਸੰਗਤ ਦੇ ਫੈਸਲੇ ਤੇ ਖਰੇ ਨਹੀਂ ਉਤਰ ਰਹੇ। ਪਰ ਅਸੀਂ ਸਾਰੇ ਡਾਇਰੈਕਟਰਾਂ ਨੂੰ ਇਹ ਬੇਨਤੀ ਕਰਦੇ ਆ ਕਿ ਸਾਰੇ ਡਾਇਰੈਕਟਰ ਜਿੰਨੇ ਵੀ ਆ ਨਾਨਕ ਮਤਾ ਸਾਹਿਬ ਆਉਣ, ਇੱਕੋ ਨਿਸ਼ਾਨ ਸਾਹਿਬ ਥੱਲੇ ਆ ਕੇ ਸਾਰੇ ਆਪਸ 'ਚ ਸਲਾਹ ਕਰਨ ਤੇ ਉਹਨਾਂ ਦੀ ਸੇਵਾ ਭਾਵਨਾ ਦੇਖੀ ਜਾਵੇ। ਮੁੱਖ ਗੱਲ ਆ ਕਿ ਪ੍ਰਧਾਨ ਵੀ ਮੈਂ ਆਪਦੇ ਆਪ ਨੂੰ ਕਹਿੰਦਾ ਕਿ ਪ੍ਰਧਾਨ ਮੈਂ ਬਣਨਾ, ਪ੍ਰਧਾਨ ਗੁਰੂ ਘਰ ਦਾ ਪ੍ਰਧਾਨ ਨਹੀਂ ਕੋਈ ਹੁੰਦਾ। ਗੁਰੂ ਘਰ ਦਾ ਪ੍ਰਧਾਨ ਨਾ ਕੋਈ ਹੈਗਾ ਤੇ ਨਾ ਕੋਈ ਬਣ ਸਕਦਾ, ਉਹ ਸੇਵਾਦਾਰ ਹੁੰਦੇ ਆ ਜਿਹੜੇ ਸੇਵਾ ਕਰਨਾ ਚਾਹੁੰਦੇ ਕਿ ਸੇਵਾ ਕਹੇ ਮੈਂ ਸੇਵਾ ਕਰਨਾ ਚਾਹੁੰਦਾ, ਮੈਨੂੰ ਮੌਕਾ ਦਿੱਤਾ ਜਾਵੇ। ਜੇ ਅਸੀਂ ਕਹੀਏ ਨਾ ਜਿਹੜਾ ਕਹਿੰਦਾ ਪ੍ਰਧਾਨ ਬਣਨਾ ਮੈਂ ਸੈਕਟਰੀ ਬਣਨਾ, ਉਹਨੂੰ ਅਸੀਂ ਇਹ ਕਹੀਏ ਕਿ ਚਲੋ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਜਿੰਨੇ 27 ਦੇ 27 ਡਾਇਰੈਕਟਰ ਅਸੀਂ ਕਹਿੰਦੇ ਕਿ ਤੁਸੀਂ ਸੇਵਾ ਦਾ ਲਾਇਆ 2-2 ਘੰਟੇ ਸੇਵਾ ਕਰਿਆ ਕਰੋ, ਲੰਗਰ 'ਚ ਸੇਵਾ ਕਰੋ, ਝਾੜੂ ਦੀ ਸੇਵਾ ਕਰੋ, ਜਿੰਨੀ ਇਹਨੇ ਗੁਰੂ ਘਰ ਦੀ ਸੇਵਾ ਘੱਟ ਨਹੀਂ ਗੀ, ਉੱਥੇ ਕਰਕੇ ਦਿਖਾਓ। ਸੁਣੀ ਕਿਹੜਾ ਕਹਿੰਦਾ ਜੀ ਚਰਚਾ ਇਹ ਬਣੀ ਹੈ ਕਿ ਪ੍ਰਧਾਨੀ ਪਦ ਨੂੰ ਲੈ ਕੇ ਜੰਗ ਛਿੜੀ ਹੋਈ ਹੈ ਇੰਨੇ ਸਮੇਂ ਤੋਂ। ਗੁਰਦੁਆਰਾ ਸੁਧਾਰ ਦੇ ਲਈ ਕੋਈ ਗੱਲ ਨਹੀਂ ਹੋ ਰਹੀ ਕਿ ਉੱਥੇ ਸੁਧਾਰ ਕਿਹੜੇ ਹੋਣੇ ਨੇ, ਕੀ ਹੋਣੇ ਨੇ, ਇਹ ਬੜੀ ਚਰਚਾ ਬਣੀ ਹੈ। ਨਹੀਂ, ਇਹ ਹਕੀਕਤ ਆ। ਜਿਵੇਂ ਪਿਛਲੇ 5 ਸਾਲ ਨਿਕਲ ਗਏ ਆ, 5 ਸਾਲ ਵੀ ਇਹੀ ਕੰਮ ਰਿਹਾ, ਖਿੱਚਾਤਾਨੀ ਇੱਕ ਦੂਜੇ ਤੇ ਆਰੋਪ ਲੱਗੀ ਜਾਂਦੇ ਨੇ। ਠੀਕ ਆ ਜੀ, ਸੇਵਾ ਕੰਮ ਵੀ ਨਹੀਂ ਹੋ ਪਏ, ਗੁਰੂ ਘਰ ਦੇ ਕੰਮ ਵੀ ਰੁਕੇ ਪਏ ਆ, ਬਿਲਡਿੰਗਾਂ ਦੇ ਕੰਮ ਵੀ ਰੁਕੇ ਪਏ ਆ ਤੇ ਟੋਟਲ ਮਿਲਾ ਕੇ ਕੁੱਲ ਗੁਰੂ ਘਰ ਦਾ ਜਿਹੜਾ ਬਜਟ ਵੀ ਉਹ ਘਾਟੇ 'ਚ ਜਾ ਰਿਹਾ। ਇਹ ਸਿਰਫ ਡਾਇਰੈਕਟਰਾਂ ਦੀ ਕਮੀ ਕਰਕੇ ਕਿ ਉਹਨਾਂ 'ਚ ਆਪਸੀ ਤਾਲਮੇਲ ਨਹੀਂ ਹੋ ਪਾ ਰਿਹਾ। ਪਰ ਅਸੀਂ ਇਹ ਚਾਹੁੰਦੇ ਹਾਂ ਕਿ ਐਤਕੀ ਇਹ ਕੰਮ ਮੈਨੂੰ ਜਿੱਥੋਂ ਤੱਕ ਮੇਰਾ ਸਾਨੂੰ ਜੇ ਸੰਗਤ ਨੇ ਭੇਜਿਆ ਨਾ, ਜੇ ਮੈਂ ਉੱਥੇ ਚੰਗਾ ਮੈਂ ਜੇ ਉੱਥੇ ਸੇਵਾ ਕਰਦਾ ਤੇ ਤਾਂ ਹੀ ਮੈਨੂੰ ਸੰਗਤ ਨੇ ਚੁਣ ਕੇ ਭੇਜਿਆ ਕਿ ਇਹ ਬੰਦਾ ਇਸ ਸੇਵਾ ਦੇ ਲਾਇਕ ਹੈਗਾ, ਤਾਂ ਹੀ ਮੈਨੂੰ ਸੰਗਤ ਨੇ ਭੇਜਿਆ। ਤੇ ਅਸੀਂ ਇਹ ਚਾਹੁੰਦਾ ਕਿ ਅਸੀਂ ਸੇਵਾ ਜੇ ਸਾਨੂੰ ਸੰਗਤ ਨੇ ਭੇਜਿਆ ਅਸੀਂ ਉਹਨਾਂ ਦੀ ਸੋਚ ਤੇ ਖਰੇ ਉਤਰ ਕੇ ਦਿਖਾਈਏ। ਜੀ ਇੱਕ ਚੀਜ਼ ਹੋਰ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਇੱਕ ਮਿੰਟੇ ਲੋਕੀ ਆਰੋਪ ਪ੍ਰਤਿਆਰੋਪ ਲਾ ਦਿੰਦੇ ਨੇ ਕਿ ਫਲਾਣਾ ਬੰਦਾ ਇਹ ਹੋ ਗਿਆ, ਫਲਾਣਾ ਬੰਦਾ ਉਹ ਹੋ ਗਿਆ। ਕਈ ਇੱਕ ਦੂਜੇ ਦੇ ਖਿਲਾਫ, ਤੁਹਾਡੇ ਖਿਲਾਫ ਵੀ ਪੋਸਟਾਂ ਪਾਈਆਂ ਜਾ ਰਹੀਆਂ ਨੇ ਕਿ ਤੁਸੀਂ ਇਹ ਹੋ ਗਏ, ਉਹ ਹੋ ਗਏ, ਤੁਹਾਡੇ ਖਿਲਾਫ ਕਈ ਜਿਹੜੀ ਇੱਕ ਸ਼ਬਦਾਵਲੀ ਵੀ ਭੱਦੀ ਵਰਤੀ ਗਈ ਹੈ। ਤੇ ਇਹਦੇ ਲਈ ਤੁਸੀਂ ਕਿਹਨੂੰ ਜ਼ਿੰਮੇਦਾਰ ਮੰਨਦੇ ਹੋ ਕਿ ਕਿਸੇ ਨੂੰ ਸਰਟੀਫਿਕੇਟ ਦੇਣ ਦਾ ਰਾਈਟ ਹੈ? ਦੇਖੋ ਜੀ, ਇਹ ਤਾਂ ਦੇਖੋ ਜੀ ਸੰਗਤ ਦਾ, ਜਿਵੇਂ ਸੰਗਤ ਨਹੀਂ ਕਹਿ ਸਕਦੇ, ਕੁਝ ਜਿਹੜੇ ਹੁੰਦੇ ਆ ਲੋਕੀ ਜਿਹੜੇ ਹੁੰਦੇ ਆ ਜਿਨ੍ਹਾਂ ਦੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਗੁਰਸਿੱਖਾਂ, ਅਸੀਂ ਸਿੱਖੀ ਨਾਲ ਬਹੁਤ ਜੁੜੇ ਹੋਏ ਆ, ਵਿੱਚ ਕੁਝ ਨੁਮਾਇੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਉਹ ਇਹਨਾਂ ਸਾਨੂੰ ਬਦਨਾਮ ਕਰਨ ਨੂੰ ਫਿਰਦੇ ਆ। ਤੇ ਮੇਰੇ ਤੇ ਵਾਕਿਆ ਬਹੁਤ ਆਰੋਪ ਵੀ ਲੱਗਿਆ। ਉਹਨਾਂ ਨੇ ਕਿਹਾ ਕਿ ਜੀ RSS ਵੱਲ ਜਾ ਰਿਹਾ, ਇਹ ਉਹਦੇ ਵੱਲ ਜਾ ਰਿਹਾ, ਅਸੀਂ ਸੰਗਤ ਨੇ ਚੁਣ ਕੇ ਭੇਜਿਆ। ਕਿ ਮੈਨੂੰ ਇਹ ਪਤਾ ਕਿ ਮੈਂ ਆਪਦੀ ਨਿਗਾਹ 'ਚ ਨਾ ਗਿਰਾਂ। ਜੇ ਮੈਂ ਆਪਦੀ ਨਿਗਾਹ 'ਚ ਗਿਰ ਗਿਆ, ਜਿੱਦਣ ਮੈਂ ਆਪਦੀ ਨਿਗਾਹ 'ਚ ਗਿਰ ਗਿਆ, ਮੈਂ ਉੱਥੇ ਆਪਣੇ ਆਪ ਅਸਤੀਫਾ ਦੇ ਕੇ ਆ ਜੂ। ਮੈਂ ਆਪਣੇ ਆਪ ਨੂੰ ਇਹ ਸਮਝਦਾ ਕਿ ਮੈਂ ਸੇਵਾ ਕਰਨ ਦੇ ਲਾਇਕ ਹੈਗਾ ਤੇ ਜਿੱਦਣ ਮੈਂ ਆਪਦੀ ਨਿਗਾਹ 'ਚ ਗਿਰ ਜੂੰਗਾ ਮੈਂ ਉਦੋਂ ਹੀ ਉੱਥੇ ਆਪਣੇ ਆਪ ਅਸਤੀਫਾ ਦੇ ਕੇ ਮੈਂ ਆਪਣੇ ਆਪ ਘਰ ਆ ਕੇ ਬੈਠ ਜੂੰਗਾ। ਥੋੜੀ ਤਕਲੀਫ ਹੁੰਦੀ ਹੈ ਕਦੀ? ਤਕਲੀਫ ਕਿਉਂ ਨਹੀਂ ਹੁੰਦੀ ਜੀ, ਤਕਲੀਫ ਸਾਨੂੰ ਹੁੰਦੀ ਹੈ। ਬਿਨਾਂ ਕਿਸੇ ਦੀ ਬਿਨਾਂ ਚੰਗੀ ਤਰ੍ਹਾਂ ਜਾਣੇ ਪਛਾਣੇ ਇੱਕ ਸਰਟੀਫਿਕੇਟ ਵੰਡ ਦਿੱਤਾ ਜਾਂਦਾ ਹੈ, ਸੋਸ਼ਲ ਮੀਡੀਆ ਤੇ ਪਾ ਦਿੱਤਾ ਜਾਂਦਾ ਹੈ ਕਿ ਫਲਾਣਾ ਬੰਦਾ ਇਹ ਹੋ ਗਿਆ, ਉਹ। ਮੇਰੇ ਤੇ ਮੈਂ ਤੁਹਾਨੂੰ ਹੁਣ ਤਾਂ ਸਿੱਧਾ ਹੀ ਗੱਲ ਦੱਸ ਦਿੰਦਾ ਕਿ ਮੇਰੇ ਤੇ ਆਰੋਪ ਲੱਗੇ, ਮੇਰੇ ਬਾਰੇ ਮੇਰੀ ਫੋਟੋ ਲਾ ਕੇ ਨਾ ਥੱਲੇ ਪਾਸੇ ਲੈ ਕੇ ਲਾਇਆ ਕਿ ਸਾਡੇ ਬਾਜਪੁਰ ਦਾ ਬੜਾ ਤਗੜਾ ਸੰਘਰਸ਼ ਰਿਹਾ ਕਿਸਾਨੀ ਅੰਦੋਲਨ ਵਿੱਚ, ਕਿ ਇਹਦੇ ਤੁਸੀਂ ਜਿਹੜੀ ਸੰਗਤ ਆ ਉਹਦੇ ਤੇ ਖਰੇ ਉਤਰਿਓ, ਤੁਸੀਂ RSS ਨੂੰ ਵੋਟ ਦੇਣੀ ਆ ਜਾਂ ਬਾਬੇ ਨਾਨਕ ਨੂੰ ਦੇਣੀ ਆ। ਇਹ ਕੀ ਮਤਲਬ ਹੋਇਆ? ਅੱਛਾ, ਇਸ ਤਰ੍ਹਾਂ ਦੀ ਪੋਸਟ ਪਾਈ ਗਈ। ਅੱਛਾ, ਇੱਕ ਸੈਕਿੰਡ, ਮੈਂ ਨਿਰਮਲ ਹੰਸਪਾਲ ਜੀ ਤੋਂ ਪ੍ਰਤੀਕਰਮ ਲਾਉਂਗਾ। ਅੱਛਾ ਹੰਸਪਾਲ ਜੀ, ਇਹ ਠੀਕ ਗੱਲ ਹੈ? ਮਤਲਬ ਇਹਨਾਂ ਤੇ ਆਰੋਪ ਲਗਾਇਆ ਗਿਆ ਤੁਸੀਂ ਬਾਬੇ ਨਾਨਕ ਨੂੰ ਵੋਟ ਦੇਣੀ ਆ ਜਾਂ RSS ਨੂੰ ਦੇਣੀ ਆ? ਨਹੀਂ ਜੀ, ਇਹੋ ਜਿਹੀਆਂ ਚੀਜ਼ਾਂ ਬਿਲਕੁਲ ਗਲਤ ਹੈਗੀਆਂ ਨੇ। ਜੇ ਉੱਥੋਂ ਦੀ ਸੰਗਤ ਨੇ ਇਹਨਾਂ ਨੂੰ ਚੁਣ ਕੇ ਭੇਜਿਆ ਹੈ ਤੇ ਇਹਨਾਂ ਦੇ ਉੱਤੇ ਮਾਣ ਕੀਤਾ ਹੈਗਾ ਵਾ
ਤੇ ਹੁਣ ਜਿਸ ਤਰੀਕੇ ਦੇ ਨਾਲ ਇਹਨਾਂ ਦੀਆਂ ਗੱਲਾਂ ਇਹ ਇੱਥੇ ਕਰਦੇ ਪਏ ਨੇਗੇ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਅੱਛੀ ਗੱਲ ਹੈ, ਸੰਗਤ ਨੇ ਇਹਨਾਂ ਨੂੰ ਮਾਣ ਬਖਸ਼ਿਆ ਹੈ ਤੇ ਆਉਣ ਵਾਲੇ ਟਾਈਮ ਦੇ ਵਿਚਕਾਰ ਉੱਥੇ ਇਹ ਆਪਣੀਆਂ ਸੇਵਾਵਾਂ ਬਖੂਬੀ ਨਿਭਾਉਣਗੇ। ਤੇ ਇਹ ਹਰ ਜਗ੍ਹਾ ਹੀ ਹੁੰਦਾ, ਕਿਤੇ ਨਾ ਕਿਤੇ ਦੇਖੋ ਜੀ ਇਹ ਵਿਤਕਰੇ ਕੁਝ ਸ਼ਖਸ ਇਦਾਂ ਦੇ ਹੁੰਦੇ ਨੇ ਜਿਹੜੇ ਮਾਹੌਲ ਚੰਦ ਲੋਕ ਹੁੰਦੇ ਨੇ ਨਾ, ਉਹ ਚੰਦ ਲੋਕਾਂ ਦੀ ਵਜ੍ਹਾ ਦੇ ਨਾਲ ਹੀ ਸਾਰਾ ਮਾਹੌਲ ਜਿਹੜਾ ਹੈ ਖਰਾਬ ਹੁੰਦਾ ਹੈਗਾ। ਤੇ ਮੈਂ ਆਪ ਜੀ ਦੇ ਚੈਨਲ ਰਾਹੀਂ ਵੀ ਮੈਂ ਬੇਨਤੀ ਜ਼ਰੂਰ ਕਰਾਂਗਾ ਕਿ ਕਿਸੇ ਦੇ ਵੀ ਖਿਲਾਫ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਜਿਹੜਾ ਹੈ, ਮਤਲਬ ਬਿਨਾਂ ਜਾਣੇ ਪਛਾਣੇ ਉਹਦਾ ਕੈਰੀਅਰ ਕੀ ਪਿਛੋਕੜ ਇੱਕ ਸਰਟੀਫਿਕੇਟ ਵੰਡ ਦਿੱਤਾ ਜਾਂਦਾ ਹੈ ਕਿ ਫਲਾਣਾ ਬੰਦਾ ਗੱਦਾਰ ਹੋ ਗਿਆ, ਫਲਾਣਾ ਬੰਦਾ। ਹੁਣ ਸਾਨੂੰ ਅਸੀਂ ਚਲੋ ਕਵਰ ਕਰ ਰਹੇ ਹਾਂ, ਅਸੀਂ ਕੋਸ਼ਿਸ਼ ਕਰ ਰਹੇ ਕਿ 27 ਦੇ 27 ਮੈਂਬਰਾਂ ਦੀ ਅਸੀਂ ਵਿਚਾਰ ਰੱਖੀਏ। ਸਾਨੂੰ ਕਿਹਾ ਦਿੱਤਾ ਕਿ ਤੇਰੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਅਸੀਂ ਸ਼ਿਕਾਇਤ ਕਰਾਂਗੇ। ਕੋਈ ਅਸੀਂ ਇੰਨਾ ਵੱਡਾ ਗੁਨਾਹ ਕਰ ਰਹੇ ਹਾਂ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੋਂ ਦੀ ਕਰੋੜਾਂ ਦੀ ਆਮਦਨ ਹੈ ਉੱਥੋਂ ਦੀ ਅਸੀਂ ਕੋਸ਼ਿਸ਼ ਕਰੇ ਕੁਝ ਹਾਸਲ ਕਰ ਸਕੀਏ ਕਿ ਅਸੀਂ ਸਾਡਾ ਇਹ ਗੁਨਾਹ ਹੈ ਭਾਜੀ? ਨਹੀਂ ਚਾਵਲਾ ਸਾਹਿਬ, ਤੁਹਾਡੀ ਮੁਹਿੰਮ ਜਿਹੜੀ ਅਸੀਂ ਸ਼ੁਰੂ ਤੋਂ ਹੀ ਦੇਖ ਰਹੇ ਹਾਂ, ਤੁਹਾਡੀ ਮੁਹਿੰਮ ਦੀ ਅਸੀਂ ਜਿੰਨੀ ਸਰਾਹਨਾ ਕਰ ਸਕੀਏ ਉਨੀ ਘੱਟ ਹੈ, ਕਿਉਂਕਿ ਸਾਡਾ ਸਿੱਖ ਚੈਨਲ ਜਿਹੜਾ ਹੈ, ਸਾਡੇ ਹੋਰ ਵੀ ਪੂਰੇ ਇਸ ਇਲਾਕੇ ਦੇ ਵਿਚਕਾਰ ਕੋਈ ਵਿਤਕਰੇ ਜਦੋਂ ਆਪਸ ਦੇ ਵਿਚਕਾਰ ਪੈਦਾ ਹੁੰਦੇ ਨੇਗੇ ਤੇ ਤੁਸੀਂ ਬਖੂਬੀ ਉਹਨਾਂ ਨੂੰ ਨਿਪਟਾਉਣ ਦਾ ਜਾਂ ਇੱਕ ਜਿਹੜੀ ਗੱਲ ਹੈ ਉਹ ਸਾਰੇ ਦੇ ਸਾਹਮਣੇ ਲਿਆਉਣ ਦਾ ਯਤਨ ਕਰਦੇ ਹੋ। ਸੋ ਲੱਗਦਾ ਹੋਏਗਾ ਕਿਸੇ ਨੂੰ, ਲੇਕਿਨ ਐਸਾ ਨਹੀਂ ਹੈ। ਆਪ ਜੀ ਦਾ ਚੈਨਲ ਹੈਗਾ ਹੈ, ਕਿਉਂਕਿ ਆਪ ਕਲਮ ਦੇ ਸੱਚੇ ਸਿਪਾਹੀ ਹੋ ਤੇ ਇਹ ਚੀਜ਼ਾਂ ਜਦੋਂ ਸੱਚੀ ਗੱਲ ਅਸੀਂ ਕਿਤੇ ਨਾ ਕਿਤੇ ਲਿਖਦੇ ਆ ਨਾ ਤੇ ਕਿਤੇ ਨਾ ਕਿਤੇ ਦਿੱਕਤਾਂ ਹੁੰਦੀਆਂ ਨੇਗੀਆਂ, ਇਹਨਾਂ ਨੂੰ ਮਾਈਂਡ ਨਾ ਕੀਤਾ। ਭਾਈ ਤੁਸੀਂ ਕੀ ਇਤਫਾਕ ਰੱਖੋ, ਸਾਡੇ ਖਿਲਾਫ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ ਗਈ ਹੈ ਸਾਨੂੰ? ਨਹੀਂ, ਜਿਹਨੇ ਵੀ ਦਿੱਤੀ ਹੈ ਬਹੁਤ ਗਲਤ ਕੰਮ ਆ, ਨਹੀਂ ਦੇਣੀ ਚਾਹੀਦੀ ਧਮਕੀ। ਆਪ ਜੀ ਦੀ ਪੋਸਟਾਂ ਮੈਂ ਦੇਖੀਆਂ, ਬਹੁਤ ਵਧੀਆ ਪੋਸਟਾਂ ਰਹੀਆਂ ਆਪਦੀਆਂ। ਆਪਨੇ ਮੁੱਦੇ ਚੱਕੇ, ਗਰੀਬ ਬੱਚਿਆਂ ਦੇ ਮੁੱਦੇ ਚੱਕੇ, ਜਿਹੜੇ ਸਾਡੇ ਸਿੱਖ ਜਿਹੜੀ ਮਤਲਬ ਸਿੱਖੀ ਦੇ ਬੰਦੇ ਨਾਲ ਜੁੜੇ ਹੋਏ, ਰਾਜ ਸਿੱਖ ਬਰਾਦਰੀ ਦੇ ਹੋਰ ਸਾਡੇ ਵੀਰ ਜਿਹੜੇ ਉਸ ਟੁੱਟਦੇ ਜਾਂਦੇ ਨੇ। ਇਸਲਾਮ ਦੂਜੇ ਧਰਮ ਜਿਹੜਾ ਉਹਨਾਂ ਦਾ ਚੱਲਦਾ ਪਿਆ ਕਿ ਈਸਾਈ ਧਰਮ ਉਧਰ ਵੱਲ ਤਬਦੀਲ ਹੋ ਰਹੇ ਆ, ਤੇ ਸਾਡੇ ਲਈ ਬੜੀ ਸ਼ਰਮਨਾਕ ਗੱਲ ਆ ਕਿ ਗੁਰਸਿੱਖ ਬੰਦੇ ਹੋ ਕੇ ਸਾਡੇ ਸਿੱਖੀ ਵੱਲ ਹੋ ਕੇ ਉਧਰ ਨੂੰ ਤੁਰਦੇ ਜਾ ਰਹੇ। ਕਿਉਂ? ਮਤਲਬ ਇਹ ਆ ਕਿ ਅਸੀਂ ਪੂਰਾ ਆਪਦੇ ਬਾਰੇ ਅਸੀਂ ਇਤਿਹਾਸ ਨਹੀਂ ਦੱਸ ਪਾ ਰਹੇ, ਅਸੀਂ ਆਪਣੇ ਬਾਰੇ ਦੱਸ ਨਹੀਂ ਪਾ ਰਹੇ ਕਿ ਅਸੀਂ ਕੀ ਚੀਜ਼ ਸੀ, ਸਾਡੇ ਗੁਰੂਆਂ ਨੇ ਕੀ ਸ਼ਹਾਦਤ ਦਿੱਤੀ, ਸਿੱਖੀ ਵਾਸਤੇ ਕੀ ਕੁਝ ਕੀਤਾ। ਉਹ ਤੁਸੀਂ ਉਹਦਾ ਪ੍ਰਚਾਰ ਕਰਨਾ ਚਾਹੁੰਦੇ, ਪਰ ਲੋਕ ਦੇਖੋ ਜੀ ਆਰੋਪ ਤਾਂ ਲੱਗਦੇ ਹੀ ਲੱਗਦੇ ਨੇ। ਜੇ ਤੁਸੀਂ ਸੱਚਾਈ ਦੇ ਰਾਹ ਤੇ ਚੱਲੋਗੇ ਤੁਹਾਡੇ ਤੇ ਆਰੋਪ ਲੱਗਣੇ ਹੀ ਲੱਗਣੇ ਆ। ਸੰਗਤ ਜੀ, ਸਾਡੀ ਕੋਸ਼ਿਸ਼ ਹੈ, ਸਾਡੀ ਮੁਹਿੰਮ ਹੈ ਕਿ 27 ਦੇ 27 ਡਾਇਰੈਕਟਰਾਂ ਨੂੰ ਅਸੀਂ ਇੱਕ ਨਿਸ਼ਾਨ ਸਾਹਿਬ ਥੱਲੇ ਲਿਆ ਕੇ, ਇੱਕ ਪਲੇਟਫਾਰਮ ਥੱਲੇ ਲਿਆ ਕੇ ਇੱਕ ਐਸੀ ਕਮੇਟੀ ਬਣਾਈਏ ਕਿ ਜੋ ਸਾਡੀ ਨੈਗੇਟਿਵ ਛਵੀ ਜਾ ਚੁੱਕੀ ਹੈ ਉਹ ਵਾਪਸ ਨਹੀਂ ਆ ਸਕਦੀ। ਲੇਕਿਨ ਹੁਣ ਬੜਾ ਵਧੀਆ ਸਾਡੇ ਕੋਲ ਮੌਕਾ ਹੈ ਕਿ ਉਸ ਮੌਕੇ ਨੂੰ ਅਸੀਂ ਹਾਸਲ ਕਰਕੇ ਉੱਥੋਂ ਬਹੁਤ ਵੱਡੀ ਉਪਲਬਧੀਆਂ ਅਸੀਂ ਹਾਸਲ ਕਰ ਸਕਦੇ ਹਾਂ। ਗੱਲਾਂ ਬਾਤਾਂ ਅਸੀਂ ਹੋਰ ਕਰਨੀਆਂ ਨੇ। ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਇਹਦੇ ਵਿੱਚ ਕਮੈਂਟ ਜ਼ਰੂਰ ਪਾਉਂਦੇ ਜਾਓ ਕਿ ਅਸੀਂ ਕੋਈ ਗੁਨਾਹ ਕਰ ਰਹੇ ਹਾਂ, ਜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ 27 ਦੇ 27 ਡਾਇਰੈਕਟਰਾਂ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਲਿਆਈਏ, ਜਿਹਦੇ ਨਾਲ ਵਧੀਆ ਮੈਸੇਜ ਜਾਏ, ਵਧੀਆ ਸੰਦੇਸ਼ ਜਾਏ ਸਾਡੇ ਦੂਜੇ ਸਮਾਜ ਦੇ ਵਿੱਚ ਵੀ ਕਿ ਸਿੱਖ ਜਿਹੜੇ ਨੇ ਕੇਵਲ ਲੜਨਾ ਨਹੀਂ ਚਾਹੁੰਦੇ, ਆਪਸ ਵਿੱਚ ਮਿਲ ਬੈਠ ਕੇ ਸਾਰੇ ਮਸਲੇ ਜਿਹੜੇ ਨੇ ਉਹ ਸੁਲਝਾਉਣਾ ਚਾਹੁੰਦੇ ਨੇ। ਚਰਚਾ ਸਾਡੀ ਜਾਰੀ ਰਹੇਗੀ। ਤੁਹਾਡੇ ਕਮੈਂਟਾਂ ਦੇ ਅਸੀਂ ਜਵਾਬ ਵੀ ਇਹਨਾਂ ਤੋਂ ਕੁਝ ਲਾਂਗੇ, ਇਹ ਵੀ ਆਪਾਂ ਕੋਸ਼ਿਸ਼ ਕਰਾਂਗੇ। ਜ਼ਰੂਰ ਤੁਸੀਂ ਸਵਾਲ ਕਰੋ, ਕਿਉਂਕਿ ਸਾਡੇ ਕੋਲ 27 ਵਿੱਚੋਂ 2 ਡਾਇਰੈਕਟਰ ਮੌਜੂਦ ਨੇ। ਅੱਜ ਅਸੀਂ ਸ਼ੁਰੂਆਤ ਕੀਤੀ ਹੈ, ਕੋਸ਼ਿਸ਼ ਕਰਾਂਗੇ ਕਿ ਸਾਰੇ ਡਾਇਰੈਕਟਰਾਂ ਦੇ ਨਾਲ ਗੱਲਬਾਤ ਕਰਕੇ ਤੁਹਾਡੇ ਸਾਹਮਣੇ ਸੰਗਤ ਦੇ ਵਿੱਚ ਲੈ ਕੇ ਹਾਜ਼ਰ ਆਈਏ, ਸੰਗਤ ਦੀ ਕਚਹਿਰੀ ਦੇ ਵਿੱਚ, ਕਿਉਂਕਿ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ। ਲੱਖਾਂ ਸੰਗਤਾਂ ਨੇ ਇਹਨਾਂ ਤੇ ਵਿਸ਼ਵਾਸ ਜਤਾਇਆ ਹੈ, ਲੇਕਿਨ ਕਿਤੇ ਨਾ ਕਿਤੇ ਸੰਗਤ ਥੋੜੇ ਦਿਨ ਦੇ ਵਿੱਚ ਜਿਹੜੇ ਹਾਲਾਤ ਪੈਦਾ ਹੋਏ ਨੇ ਉਹ ਤਾਂ ਥੋੜੀ ਜਿਹੀ ਨਿਰਾਸ਼ ਹੈ ਤੇ ਇਹਨਾਂ ਦਾ ਵੀ ਫਰਜ਼ ਬਣਦਾ ਹੈ। ਅਸੀਂ ਕਈ ਡਾਇਰੈਕਟਰਾਂ ਦੇ ਨਾਲ ਗੱਲਬਾਤ ਕੀਤੀ, ਸਾਡੇ ਸਾਹਮਣੇ ਆਉਣ ਨੂੰ ਤਿਆਰ ਨਹੀਂ ਹੋਏ। ਇਹਨਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਐਸੇ ਮਾਹੌਲ ਦੇ ਵਿੱਚ, ਇੱਕ ਨੈਗੇਟਿਵ ਮਾਹੌਲ ਦੇ ਵਿੱਚ ਹਿੰਮਤ ਦਿਖਾਈ ਹੈ, ਜਜ਼ਬਾ ਦਿਖਾਇਆ ਕਿ ਸੰਗਤ ਦੇ ਸਾਹਮਣੇ ਰੂਬਰੂ ਹੋਏ ਨੇ। ਕਈ ਡਾਇਰੈਕਟਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ, ਕੋਈ ਹਿੰਮਤ ਨਹੀਂ ਜੁਟਾ ਪਾ ਰਿਹਾ। ਭਾਜੀ ਹੰਸਪਾਲ ਜੀ ਤੇ ਪ੍ਰੋਫੈਸਰ ਸਿੰਘ ਜੀ, ਮੇਰਾ ਸਵਾਲ ਤੁਹਾਨੂੰ ਦੋਨਾਂ ਨੂੰ ਸਾਂਝੇ ਤੌਰ ਤੇ ਹੈ। ਮੈਸੇਜ ਇਹ ਵਾਇਰਲ ਹੋ ਰਿਹਾ ਕਿ ਕਈ ਡਾਇਰੈਕਟਰ ਜਿਹੜੇ ਛੁਪੇ ਹੋਏ ਨੇ, ਅਲੱਗ-ਅਲੱਗ ਥਾਵਾਂ ਤੇ ਭਾਵੇਂ ਇਕੱਠੇ ਤੌਰ ਤੇ ਛੁਪੇ ਹੋਏ ਨੇ। ਇਹ ਇੱਕ ਬੜੀ ਸ਼ਰਮਸਾਰ ਗੱਲ ਨਹੀਂ ਹੈ ਕਿ ਸਾਡੇ ਡਾਇਰੈਕਟਰ ਛੁਪੇ ਹੋਏ ਨੇ? ਕਿ ਜਿਵੇਂ ਤੁਸੀਂ ਚਲੋ ਭਾਈ ਸਾਹਿਬ ਖੁੱਲੇ ਤੌਰ ਤੇ ਘੁੰਮ ਰਹੇ ਨੇ, ਤੁਸੀਂ ਵੀ ਚਲੋ ਖੁੱਲੇ ਤੌਰ ਤੇ ਘੁੰਮ ਰਹੇ ਹੋ, ਐਸੀ ਨੌਬਤ ਇਹ ਸਾਨੂੰ ਸ਼ਰਮਸਾਰ ਨਹੀਂ ਕਰਦੀ? ਨਹੀਂ, ਮੈਨੂੰ ਇਹਦੇ ਵਿਚਕਾਰ ਵੀ ਦੇਖੋ ਲੱਗਦਾ ਹੈ ਵੀ ਜਿੰਨਾ ਟਾਈਮ ਪ੍ਰਸ਼ਾਸਨ ਇਸ ਚੁਣਾਵ ਦੇ ਵਿਚਕਾਰ ਪਾ ਰਿਹਾ ਹੈ ਨਾ, ਤੇ ਹਰ ਆਦਮੀ ਆਪਣੇ ਆਪ ਨੂੰ ਬਚਣਾ ਚਾਹੁੰਦਾ ਹੈ। ਸਾਰੇ ਸਾਡੇ ਵਰਗੇ ਸ਼ੇਰ ਦਿਲ ਨਹੀਂ ਗਏ,
ਕਿਉਂਕਿ ਜਿੰਨਾ ਟਾਈਮ ਇਹਨੂੰ ਅੱਗੇ ਵਧਾਇਆ ਜਾ ਰਿਹਾ ਹੈ ਤੇ ਕਿਤੇ ਨਾ ਕਿਤੇ ਮਨ ਦੇ ਵਿਚਕਾਰ ਜਿਹੜੇ ਡਾਇਰੈਕਟਰ ਨੇ ਉਹਨਾਂ ਦੇ ਵਿਚਕਾਰ ਵੀ ਸੰਸ਼ੇ ਆ। ਇਹਦਾ ਇੱਕੋ ਇੱਕ ਰਸਤਾ ਹੈ, ਬੜਾ ਵਧੀਆ ਜਿਹਾ ਹੱਲ ਹੈਗਾ ਹੈ। ਮੈਂ ਬੇਨਤੀ ਕਰਾਂਗਾ, ਨਿਵੇਦਨ ਕਰਾਂਗਾ ਕਿ ਜੈ ਭਾਰਤ ਸਿੰਘ ਜੀ ਜਿਹੜੇ ਸਾਡੇ ਏਡੀਐਮ ਸਾਹਿਬ ਹੈਗੇ ਨੇ, ਉਹਨਾਂ ਨੇ ਬੜੇ ਅੱਛੇ ਮਾਹੌਲ ਦੇ ਵਿਚਕਾਰ ਪੂਰਾ ਚੁਣਾਵ ਜਿਹੜਾ ਹੈ, ਚੁਣਾਵ ਦੀ ਪ੍ਰਕਿਰਿਆ ਜਿਹੜੀ ਹੈ ਬਹੁਤ ਅੱਛੇ ਤਰੀਕੇ ਦੇ ਨਾਲ ਉਹਨਾਂ ਨੇ ਨਿਭਾਈ ਹੈ। ਤੇ ਮੈਂ ਅੱਜ ਵੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜੇਕਰ ਜੈ ਭਾਰਤ ਸਾਡੇ ਏਡੀਐਮ ਸਾਹਿਬ ਮੇਰੀ ਗੱਲ ਨੂੰ ਸੁਣਦੇ ਹੋਣ ਵੀ ਬਹੁਤ ਜਲਦੀ ਤੋਂ ਜਲਦੀ ਆਪ ਜਿਹੜੀ ਚੁਣਾਵ ਦੀ ਇਹਦੀ ਤਰੀਕ ਸਾਨੂੰ ਦਿਓ। ਉਸ ਤਰੀਕ ਦੇ ਦਰਮਿਆਨ ਮੇਰਾ ਖਿਆਲ ਸਾਰੇ 27 ਡਾਇਰੈਕਟਰ ਜਿਹੜੇ ਨੇ ਬੜੇ ਸੂਝਵਾਨ ਡਾਇਰੈਕਟਰ ਨੇ, ਉਹਨਾਂ ਦੇ सम्मुख ਖੜੇ ਹੋ ਕੇ ਬਹੁਤ ਅੱਛੇ ਵਾਤਾਵਰਣ ਦੇ ਵਿਚਕਾਰ ਪ੍ਰਧਾਨ, ਛੋਟਾ ਪ੍ਰਧਾਨ, ਸੈਕਟਰੀ, ਛੋਟਾ ਸੈਕਟਰੀ, ਇਹਨਾਂ 4 ਪਦਾਂ ਦੇ ਉੱਤੇ ਬਹੁਤ ਅੱਛੇ ਢੰਗ ਦੇ ਨਾਲ ਇਹ ਜਿਹੜਾ ਚੁਣਾਵ ਹੋ ਜਾਵੇਗਾ। ਇੱਕ ਚੀਜ਼ ਹੋਰ, ਅਸੀਂ ਕੋਸ਼ਿਸ਼ ਕਰਕੇ ਹੋਰ ਵੀ ਡਾਇਰੈਕਟਰ ਸਾਹਮਣੇ ਆਉਣ ਜਿਹੜੀ ਉਹਨਾਂ ਦੇ ਖਿਲਾਫ ਇੱਕ ਨੈਗੇਟਿਵ ਛਵੀ ਜਾ ਚੁੱਕੀ, ਉਹ ਦੂਰ ਹੋਏ। ਤੁਸੀਂ ਕੋਸ਼ਿਸ਼ ਕਰੋਗੇ ਕੁਝ ਡਾਇਰੈਕਟਰ ਸਾਡੇ ਸਾਹਮਣੇ ਹੋਰ ਆਉਣ? ਨਹੀਂ, ਮੇਰਾ ਖਿਆਲ ਬਿਲਕੁਲ ਜੀ, ਜਿਹੜੀ ਮੁਹਿੰਮ ਦੀ ਤੁਸੀਂ ਅੱਜ ਸ਼ੁਰੂਆਤ ਕੀਤੀ ਹੈਗੀ ਹੈ ਤੇ ਬਹੁਤ ਅੱਛੀ ਮੁਹਿੰਮ ਹੈਗੀ ਹੈ ਤੇ ਅਸੀਂ ਵੀ ਕੋਸ਼ਿਸ਼ ਕਰਦੇ ਹਾਂ। ਲੇਕਿਨ ਉਹਦੇ ਨਾਲੋਂ ਪਹਿਲਾਂ ਮੈਂ ਵੀ ਤੁਹਾਨੂੰ ਇੱਕ ਬੇਨਤੀ ਕੀਤੀ ਹੈ ਵੀ ਇਹ ਥੋੜਾ ਜਿਹਾ ਪ੍ਰਸ਼ਾਸਨ ਦਾ ਵੀ ਫਰਜ਼ ਬਣਦਾ ਹੈ, ਕਿਉਂਕਿ ਅੱਜ ਬਹੁਤ ਸਾਰੀਆਂ ਤੋਹਮਤਾਂ ਜਿਹੜੀਆਂ ਨੇ ਨਾ ਉਹ ਪ੍ਰਸ਼ਾਸਨ ਦੇ ਉੱਤੇ ਵੀ। ਬਿਲਕੁਲ ਜੀ, ਇਹ ਵੀ ਇੱਕ ਸਵਾਲਾਂ ਦੇ ਘੇਰੇ ਵਿੱਚ ਹੈ ਕਿ ਆਖਰ ਚੋਣ ਪ੍ਰਕਿਰਿਆ ਇੰਨੀ ਲੇਟ ਕਿਉਂ ਕੀਤੀ? ਕਿਉਂਕਿ ਪਿਛਲੀ ਜਿਹੜੀ ਕਮੇਟੀ ਬਣੀ ਸੀ ਉਦੋਂ ਜਿਹੜਾ ਹੁੰਦਾ ਹੈ ਕਿ ਜਿਵੇਂ ਹੀ ਡਾਇਰੈਕਟਰਾਂ ਦੀ ਚੋਣ ਹੁੰਦੀ ਤਾਂ ਉਸ ਨੂੰ ਸ਼ਾਇਦ ਅਗਲੇ ਦਿਨ ਹੀ ਇਹ ਸਾਰਾ ਨਿਪਟਾ ਲਿਆ ਜਾਂਦਾ ਤੇ ਇਹ ਨੌਬਤ ਹੀ ਨਹੀਂ ਆਉਂਦੀ। ਪ੍ਰੋਫੈਸਰ ਸਿੰਘ ਜੀ ਕੋਲ ਆਉਂਦੇ ਆ। ਪ੍ਰੋਫੈਸਰ ਜੀ, ਤੁਹਾਨੂੰ ਕੀ ਲੱਗਦਾ ਜਿਹੜਾ ਸਥਗਿਤ ਕੀਤਾ ਕਿ ਠੀਕ ਹੈ? ਨਹੀਂ, ਇਹ ਗਲਤ ਆ। ਜੇ ਇਹਦੇ ਵਿੱਚ ਮਤਲਬ ਸਰਕਾਰ ਜਾਂ ਪ੍ਰਸ਼ਾਸਨ ਕੋਈ ਇੰਟਰਫੇਅਰ ਕਰਦਾ, ਉਹ ਨਹੀਂ ਕਰਨਾ ਚਾਹੀਦਾ। ਇਹ ਸੰਗਤ ਦਾ ਕੰਮ ਆ। ਗੁਰਦੁਆਰਾ ਸਾਹਿਬ ਜਿਹੜਾ ਇਹ ਨਾਨਕ ਮੱਤਾ ਸਾਹਿਬ ਇੱਕ ਬਹੁਤ ਹੀ ਵੱਡਾ ਜਗ੍ਹਾ ਜਿੱਥੇ ਇੱਥੇ 2 ਗੁਰੂਆਂ ਦੇ ਮਤਲਬ ਚਰਨ ਛੋਹ ਹੋਈ ਆ। ਤੇ ਜੇ ਇੱਥੇ ਵੀ ਅਸੀਂ ਜੇ ਰਾਜਨੀਤਿਕ, ਜੇ ਸਾਡੇ ਡਾਇਰੈਕਟਰ ਵੀ ਵਿੱਚ ਕੋਈ ਰਾਜਨੀਤੀ ਕਰ ਰਿਹਾ ਜਾਂ ਬੰਦੇ ਇੱਥੇ ਰਾਜਨੀਤੀ ਦੇ ਤੌਰ ਤੇ ਪ੍ਰਸ਼ਾਸਨ ਨੂੰ ਵਿੱਚ ਲਿਆ ਰਿਹਾ ਜਾਂ ਸਰਕਾਰ ਵਿੱਚ ਇੰਟਰਫੇਅਰ ਕਰ ਰਹੀ ਹੈ ਤਾਂ ਬਹੁਤ ਗਲਤ ਆ। ਇਹ ਸੰਗਤ ਦਾ ਕੰਮ ਆ। ਸੰਗਤ ਨੂੰ ਹੀ ਚਾਹੀਦਾ, ਸੰਗਤ ਦੇ ਸਿਰ ਤੇ ਛੱਡਣਾ ਚਾਹੀਦਾ ਕਿ ਜੇ ਸੰਗਤ ਨੇ ਸਾਨੂੰ ਚੁਣ ਕੇ ਭੇਜਿਆ, ਸਾਡਾ ਫਰਜ਼ ਬਣਦਾ ਕਿ ਉੱਥੇ ਅਸੀਂ ਚੰਗੇ ਕੰਮ ਕਰੀਏ, ਸੇਵਾ ਕਰੀਏ। ਜਿਹੜੇ ਕੰਮ ਉੱਥੇ ਰੁਕੇ ਹੋਏ ਆ, ਜਿਹੜੇ ਕੰਮ ਹੋਣ ਵਾਲੇ ਆ, ਸੰਗਤ ਦਾ ਪੈਸਾ ਗਲਤ ਪਾਸੇ ਨਾ ਲੱਗਿਆ ਜਾਵੇ। ਸੰਗਤ ਦਾ ਪੈਸਾ ਜਿਹੜਾ ਉਹ ਸੰਗਤ ਚੜਾਵੇ ਕਰਦੀ, ਉਹ ਸਹੀ ਪਾਸੇ ਪੈਸਾ ਲੱਗੇ ਉਹਦਾ। ਤੇ ਨਹੀਂ ਇੰਟਰਫੇਅਰ ਕਰਨਾ ਚਾਹੀਦਾ ਇਹਦੇ ਵਿੱਚ ਸਰਕਾਰ ਦੇ। ਇਹ ਆਪਸੀ ਕੰਮ ਜਿਹੜੇ ਸੰਗਤ ਨੂੰ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ। ਪ੍ਰੋਫੈਸਰ ਸਿੰਘ ਜੀ, ਚਲੋ ਇੱਕ ਤੁਹਾਡੇ ਬੜੇ ਉੱਚੇ ਭਾਗ ਨੇ, ਤੁਹਾਨੂੰ ਇੰਨੀ ਵੱਡੀ ਥਾਂ ਦੀ ਇੱਕ ਸੇਵਾ ਕਰਨ ਦਾ ਮੌਕਾ ਮਿਲਣ ਜਾ ਰਿਹਾ, ਲੇਕਿਨ ਤੁਸੀਂ ਕਦੀ ਸੋਚਿਆ ਸੀ ਕਿ ਇਹ ਹਾਲਾਤ ਵੀ ਪੈਦਾ ਹੋਣਗੇ? ਇਹ ਸੋਚ ਤੁਹਾਨੂੰ ਲੱਗਿਆ ਕਿ ਇਹ ਅਲੱਗ ਜਿਹਾ ਨਵਾਂ ਜਿਹਾ ਐਕਸਪੀਰੀਅੰਸ ਨਹੀਂ ਹੋਣਾ ਕਿ ਅਸੀਂ ਲੜ ਕੇ ਸਵਸਤੇ ਰਹੇ ਹਾਂ? ਇਹ ਜਿਹੜੇ ਹਾਲਾਤ ਕਿ ਥੋੜਾ ਜਿਹਾ ਮਹਿਸੂਸ ਹੁੰਦੀ ਹੈ? ਨਹੀਂ, ਇਹ ਗੱਲ ਆਪ ਜੀ ਦੀ ਗੱਲ ਬਿਲਕੁਲ ਸੱਚ ਆ। ਮੈਨੂੰ ਇੰਨਾ ਪਤਾ, ਮੈਂ ਕਹਿੰਦਾ ਕਿ ਮੈਂ ਸੇਵਾ ਦਾ ਸਾਨੂੰ ਮੈਂ ਆਪ ਇੱਛੁਕ ਨਹੀਂ ਸੀਗਾ। ਸਾਨੂੰ ਸੰਗਤ ਨੇ ਸਾਨੂੰ ਕਿਹਾ ਕਿ ਜੇ ਤੁਸੀਂ ਉੱਥੇ ਚੱਲੋ, ਤੁਹਾਡਾ ਚੰਗਾ ਗੁਰੂ ਘਰ ਦੇ ਲਈ ਵੀ ਪ੍ਰਤੀ ਤੁਹਾਡਾ ਚੰਗਾ ਮਤਲਬ ਯੋਗਦਾਨ ਰਿਹਾ ਤੇ ਤੁਸੀਂ ਸੇਵਾ ਦੇ ਲਾਇਕ ਹੋ। ਪਰ ਮੈਂ ਇੱਛੁਕ ਨਹੀਂ ਸੀ, ਪਰ ਸੰਗਤ ਨੇ ਚਲੋ ਸਾਡੇ ਤੇ ਵਿਸ਼ਵਾਸ ਕੀਤਾ। ਪਰ ਜਦੋਂ ਇੱਥੇ ਆ ਕੇ ਦੇਖਿਆ, ਅਸੀਂ ਮਾਹੌਲ ਦੇਖਿਆ, ਪਹਿਲਾਂ ਸਾਨੂੰ ਉਦੋਂ ਹੀ ਗਲਤ ਲੱਗਿਆ, ਯਾਰ ਇਹ 'ਚ ਸਰਕਾਰ ਇੰਟਰਫੇਅਰ ਕਿਉਂ ਕਰ ਰਹੀ ਆ? ਡੀਐਮ ਤੋਂ ਸਾਈਡ। ਅੱਛਾ, ਤੁਹਾਨੂੰ ਲੱਗਿਆ ਸਰਕਾਰਾਂ ਨੇ ਇੰਟਰਫੇਅਰ ਕੀਤਾ? ਨਹੀਂ, ਇੰਟਰਫੇਅਰ ਦੇਖੋ ਜੀ, ਪੂਰਾ ਇੰਟਰਫੇਅਰ ਇਹਦੇ ਵਿੱਚ ਹੈ ਕਿਉਂ ਨਹੀਂਗਾ। ਜਿਹੜੇ ਉੱਥੇ ਕੰਮ ਹੋਣੇ ਆ ਕਿ ਤਹਿਸੀਲ 'ਚੋਂ ਕਰਾਓ, ਐਸਡੀਐਮ ਦੇ ਸਾਈਨ ਕਰਾਓ, ਇਹਦੇ ਕਰਾਓ, ਉਹਦੇ ਕਰਾਓ, ਉਹਨਾਂ ਦਾ ਕੋਰਟ ਕਚਹਿਰੀਆਂ ਦੇ ਵਿੱਚ ਕੋਈ ਮਤਲਬ ਨਹੀਂਗਾ। ਐਸੇ ਹਾਲਾਤ ਹੀ ਕਿਉਂ ਪੈਦਾ ਹੋਏ? ਇਹ ਅਸੀਂ ਆਪ ਹੀ ਤਾਂ ਨਹੀਂ ਪੈਦਾ ਕਰ ਸਕਦੇ? ਦੇਖੋ ਜੀ, ਜੋ ਇੱਥੇ ਮਾਹੌਲ ਬਣਿਆ, ਸਾਡੀ ਆਪਸੀ ਰਜਾਮੰਦੀ ਨਾ ਹੋਣ ਕਰਕੇ ਹੀ ਬਣਿਆ ਨਾ। ਜੇ ਅਸੀਂ ਆਪਸ 'ਚ ਇੱਥੇ ਲੜ ਰਹੇ ਹਾਂ, ਇੱਕ ਦੂਜੇ ਤੇ ਆਰੋਪ ਲਗਾ ਰਹੇ ਹਾਂ ਕਿ ਉਹਨੇ ਐਂ ਕੀਤਾ, ਉਹਨੇ ਇਹਦਾ ਪੈਸਾ ਖਾ ਲਿਆ, ਉਹਨੇ ਇਹਦਾ ਖਾ ਲਿਆ, ਤਾਂ ਹੀ ਇਹ ਕੰਮ ਹੋ ਰਹੇ ਆ। ਸਾਡੀ ਸੋਚ ਨਹੀਂ ਸੀ। ਮੈਨੂੰ ਬਹੁਤ ਬੁਰਾ ਲੱਗਾ। ਅਸੀਂ ਲੜਦੇ ਵੀ ਸੀ ਆਪਸ 'ਚ। ਮੈਂ ਕਿਹਾ ਮੈਂ ਐਵੇਂ ਖਾਮ ਨੂੰ ਪੰਗਾ ਲੈ ਲਿਆ, ਯਾਰ ਇਹ ਗਲਤ ਕੰਮ ਹੈ। ਗੁਰੂ ਘਰ 'ਚ ਅਸੀਂ ਸੇਵਾ ਨਹੀਂ ਕਰ ਸਕਦੇ ਜਿਹੜਾ ਕੰਮ ਇਹ ਹੋ ਰਿਹਾ ਕਿ ਵਾਕਿਆ। ਪਰ ਹੁਣ ਇੱਥੇ ਆ ਕੇ ਸਾਨੂੰ ਵਾਕਿਆ ਹੀ ਲੱਗ ਰਿਹਾ ਕਿ ਇੱਥੇ ਜਿਹੜਾ ਮਾਹੌਲ ਆ ਬਹੁਤ ਗਲਤ ਬਣਿਆ ਹੋਇਆ। ਇੱਥੇ ਕੁੱਲ ਮਿਲਾ ਕੇ ਸਾਨੂੰ ਇੱਕ ਚੀਜ਼ ਹੋਰ, ਤੁਹਾਨੂੰ ਲੱਗਿਆ 27 ਦੇ 27 ਡਾਇਰੈਕਟਰਾਂ 'ਚ ਭਾਵੇਂ ਤੁਸੀਂ ਵੀ ਸ਼ਾਮਲ ਹੋ, ਕਿਸੇ ਨੇ ਵੀ ਉੱਥੇ ਗੱਲ ਕੀਤੀ ਕਿ ਮੈਂ ਸੇਵਾ ਕਰਨੀ ਹੈ, ਮੈਂ ਸੇਵਾ ਕਰਨੀ, ਕਿ ਖਾਲੀ ਚੌਧਰ ਨੂੰ ਲੈ ਕੇ ਲੜਾਈ ਹੈ? ਇਹ ਹਕੀਕਤ ਆ ਜੀ। ਜਿੱਥੋਂ ਤੱਕ ਸਾਨੂੰ ਦੇਖ, ਜੇ ਮਤਲਬ ਕਿਸੇ ਨੇ ਸੇਵਾ ਕਰਨੀ ਹੁੰਦੀ ਤੇ ਹੁਣ ਤੱਕ ਉਹ ਖੁੱਲ੍ਹ ਕੇ ਸਾਹਮਣੇ ਆਉਂਦਾ ਕਿ ਸਾਨੂੰ ਸੇਵਾ ਦਾ, ਜੇ ਸੰਗਤ ਨੇ ਸੇਵਾ ਕਰਨ ਨੂੰ ਭੇਜਿਆ ਨਾ, ਹੁਣ ਚੌਧਰਦਾਰੀ ਕਰਨ ਵਾਸਤੇ ਤਾਂ ਆਪਾਂ ਨੂੰ ਭੇਜਣ ਕਿ ਮੈਂ ਕਹਾਂ ਕਿ ਮੈਂ ਪ੍ਰਧਾਨ ਬਣਨਾ, ਮੈਂ ਉਹਦੀ ਗੱਡੀ ਉੱਤੇ ਲੈ ਕੇ ਲਗਾ ਲਾਈ ਕਿ ਹਾਂ ਪ੍ਰੈਜ਼ੀਡੈਂਟ ਨਾਨਕ ਮੱਤਾ ਸਾਹਿਬ ਦਾ, ਤੇ ਇਹ ਉਹ ਦੇਖੋ ਗਲਤ ਆ। ਜੇ ਸਾਨੂੰ ਸੰਗਤ ਨੇ ਸੇਵਾ ਕਰਕੇ ਭੇਜਿਆ ਤਾਂ ਸੇਵਾ ਹੀ ਕਰਨੀ ਚਾਹੀਦੀ। ਮੈਂ ਤੁਹਾਨੂੰ ਅੱਗੇ ਪਹਿਲਾਂ ਜ਼ਿਕਰ ਕਰਤਾ, ਜੇ ਤੁਸੀਂ ਕਹਿ ਦੋ ਨਾ ਇੱਥੇ 27 ਦੇ 27 ਡਾਇਰੈਕਟਰ ਨੂੰ ਸੇਵਾ ਕਰੋ ਗੁਰੂ ਘਰ ਦੇ ਵਿੱਚ, ਕਿਸੇ ਤੋਂ 1 ਘੰਟਾ ਕੋਈ ਕਰਵਾ ਕੇ ਦਿਖਾ ਦਿਓ, ਤੁਸੀਂ ਮੇਰਾ ਨਾਮ ਬਦਲ ਜਾਏ ਗੁਰੂ ਘਰ 'ਚ, ਕੋਈ ਭਾਂਡੇ ਮਾਂਜ ਦੇ, ਲੰਗਰ ਵਰਤਾ ਦੇ, ਜਾਂ ਕੋਈ ਹੋਰ ਸੇਵਾ ਗੁਰੂ ਘਰ ਦੀ ਕੋਈ ਕਿਸੇ ਨੇ ਨਹੀਂ ਕਰਨੀ। ਉੱਥੇ ਜਾ ਕੇ ਚੌਧਰਦਾਰੀ ਕਰਨੀ, ਅੰਦਰ ਕੁਰਸੀ 'ਤੇ ਜਾ ਕੇ ਬੈਠਣਾ ਕਿ ਮੇਰੀ ਜੀ ਹਜ਼ੂਰੀ ਕਰਨ ਕਿ ਹਾਂ ਯਾਰ ਮੈਂ ਗੁਰਦੁਆਰੇ ਦਾ ਪ੍ਰਧਾਨ ਹਾਂ। ਇਹ ਕੰਮ ਨੂੰ ਚਾਹੁੰਦੇ ਆ ਸਾਰੇ ਟੈਗ ਲਾਉਣਾ ਚਾਹੁੰਦੇ ਕਿ ਮੈਂ ਨਾਨਕ ਮੱਤਾ ਸਾਹਿਬ ਦਾ ਪ੍ਰਧਾਨ ਨਹੀਂ ਹੁੰਦਾ। ਇੱਥੇ ਸੇਵਾ ਦਾ, ਗੁਰੂ ਘਰ 'ਚ ਸੇਵਾਦਾਰ ਹੁੰਦੇ ਆ। ਹੰਸਪਾਲ ਜੀ, ਜੋ ਹਾਲਾਤ ਹੁਣ ਪੈਦਾ ਹੋ ਚੁੱਕੇ ਨੇ, ਚਲੋ ਇੱਕ ਆਪਾਂ ਪੋਜ਼ਿਟਿਵ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਯਾਰ ਸਾਰਿਆਂ ਨੂੰ
ਇਹ ਕਿਉਂਕਿ ਸਮਾਜ ਦੇ ਵਿੱਚ ਮੈਸੇਜ ਬੜਾ ਗਲਤ ਚੱਲ ਗਿਆ ਹੈ ਕਿ ਉੱਥੇ ਬੜੀ ਜ਼ਿਆਦਾ ਖਿੱਚਾਤਾਣੀ ਹੈ, ਖਰੀਦ ਫਰੋਖਤ ਹੋ ਰਹੀ ਹੈ, ਬੜੇ ਵੱਡੇ ਵੱਡੇ ਇੱਕ ਮਾਹੌਲ ਜਾ ਰਿਹਾ। ਤੁਹਾਨੂੰ ਕੀ ਲੱਗਦਾ ਇਹਦਾ ਹੱਲ ਕੀ ਹੈ? ਹੁਣ ਕਿਸ ਤਰ੍ਹਾਂ ਅਸੀਂ ਵੀ ਆਪਣੇ ਥਰੂ ਕੀ ਕੋਸ਼ਿਸ਼ ਕਰੀਏ? ਮੈਂ ਤਾਂ ਪਹਿਲਾਂ ਵੀਰ ਜੀ ਪ੍ਰਭਸ਼ਰਨ ਸਿੰਘ ਜੀ ਨੇ ਇੱਕ ਗੱਲ ਕਹੀ ਹੈ ਤੇ ਮੈਂ ਜਿੱਥੇ ਤੱਕ ਕਿ ਮੈਂ ਇਤਫਾਕ ਨਹੀਂ ਰੱਖਦਾ। ਮੈਂ ਪਹਿਲਾਂ ਵੀ ਤੁਹਾਨੂੰ ਇੱਕ ਬੇਨਤੀ ਕੀਤੀ ਸੀ ਵੀ ਐਤਕੀ ਬੜੇ ਸੂਝਵਾਨ ਡਾਇਰੈਕਟਰ ਜਿਹੜੇ ਨੇ ਨਾ ਸੰਗਤ ਬਿਲਕੁਲ ਸਾਨੂੰ ਮਾਣ ਹੈ ਭਾਜੀ। ਵੇਖੋ ਮੇਰੀ ਗੱਲ ਸੁਣੋ ਹੰਸਪਾਲ ਜੀ, ਤੁਹਾਡੇ ਵਰਗੇ ਜਿਹੜੇ ਮੈਂਬਰ ਆਏ ਨਾ, ਸਾਨੂੰ ਪ੍ਰੋਫੈਸਰ ਭਾਜੀ ਉੱਤੇ ਜਦੋਂ ਅਸੀਂ ਇਹਨਾਂ ਦੇ ਪਿਛੋਕੜ ਵੇਖਿਆ ਤੇ ਸਾਨੂੰ ਮਾਣ ਹੈ ਕਿ ਤੁਹਾਡੇ ਵਰਗੇ ਮੈਂਬਰ ਆਏ ਨੇ, ਲੇਕਿਨ ਹਾਲਾਤ ਫਿਰ ਕਿਉਂ ਪੈਦਾ ਹੋਏ? ਨਹੀਂ ਮੈਂ ਤੁਹਾਨੂੰ ਉਹੀ ਗੱਲ ਆ, ਮੇਰੀ ਗੱਲ ਪੂਰੀ ਸੁਣੋ। ਇਹਨਾਂ ਨੇ ਪਿਛਲੇ ਹਾਲਾਤਾਂ ਨੂੰ ਦੇਖਦੇ ਹੋਏ ਅੱਜ ਇਹ ਗੱਲ ਕਹੀ ਹੈਗੀ ਏ, ਲੇਕਿਨ ਅੱਜ ਦੇ ਜਿਹੜੇ ਹਾਲਾਤ ਹੈਗੇ ਨੇ 27 ਡਾਇਰੈਕਟਰ ਜਿਹੜੇ ਚੁਣ ਕੇ ਆਏ ਨੇ ਨਾ, ਬੜੇ ਸੂਝਵਾਨ ਡਾਇਰੈਕਟਰ ਨੇ, ਕਿਉਂਕਿ ਪਰਸਨਲੀ ਹਜੇ ਅਸੀਂ ਇਕੱਠੇ ਇੱਕ ਜਗ੍ਹਾ ਨਹੀਂ ਬੈਠੇ। ਅੱਛਾ ਮੇਰੇ ਇੱਕ ਗੱਲ ਟੋਕਾਂਗਾ ਸੰਗਤ ਜੀ, ਹਾਲਾਂਕਿ ਵੇਖੋ 2 ਡਾਇਰੈਕਟਰ ਜਿਹੜੇ ਨੇ ਆਪਸ ਵਿੱਚ ਅੱਜ ਤੱਕ ਮਿਲੇ ਨਹੀਂ। ਜਦੋਂ ਆ ਕੇ ਅਸੀਂ ਵੇਖੇ ਤੇ ਕਹਿੰਦੇ ਭਾਈ ਸਾਹਿਬ ਨੇ, ਇਹਨਾਂ ਨੇ ਕਿ ਇਹ ਭਾਈ ਸਾਹਿਬ ਕਿਹੜੇ ਨੇ? ਮੈਂ ਇੰਟਰੋਡਿਊਸ ਕਰਾਇਆ ਕਿ ਭਾਈ ਸਾਹਿਬ ਬਾਜਪੁਰ ਤੋਂ ਨੇ ਤੇ ਭਾਈ ਸਾਹਿਬ ਕਿਛਾ ਤੋਂ ਨੇ। ਵੇਖੋ ਇਹ ਹਾਲਾਤ ਪੈਦਾ ਹੋ ਚੁੱਕੇ ਨੇ ਕਿ ਅਲੱਗ-ਅਲੱਗ ਛੁਪ ਕੇ ਯਾਰ ਇਹ ਮਤਲਬ ਇਹਦਾ ਯਾਰ ਜ਼ਿੰਮੇਦਾਰ ਕਿਹਨੂੰ ਬਣੀ? ਇਹ ਭਾਜੀ ਥੋੜੀ ਅਫਸੋਸਜਨਕ ਗੱਲ ਹੈ। ਮੈਂ ਉਹੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹ ਰਿਹਾ ਵੀ ਜਿੱਦਾਂ ਅੱਜ ਅਸੀਂ 2 ਜਣੇ ਮਿਲੇ ਆ ਨਾ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਜਦੋਂ ਅਸੀਂ 27 ਡਾਇਰੈਕਟਰ ਆਪਸ ਦੇ ਵਿਚਕਾਰ ਇੱਕ ਟੇਬਲ ਦੇ ਉੱਤੇ ਬੈਠਾਂਗੇ ਨਾ, ਤੇ ਮੇਰਾ ਖਿਆਲ ਹੈ ਕਿ ਕਈ ਮੁੱਦਿਆਂ ਦਾ ਹੱਲ ਜਿਹੜਾ ਉਹ ਆਪਣੇ ਆਪ ਹੀ ਹੋ ਜਾਣਾ ਹੈ, ਕਿਉਂਕਿ ਬਹੁਤ ਅੱਛਾ ਅਜੇ ਤੱਕ ਤੁਸੀਂ ਬੈਠੇ ਨਹੀਂ ਹੋ? ਨਹੀਂ, ਮੈਨੂੰ ਨਹੀਂ ਗੱਲ ਲੱਗਦਾ, ਮੌਕਾ ਹੀ ਨਹੀਂਗਾ ਦਿੱਤਾ ਹਜੇ ਤੱਕ। ਇਹਦੇ ਵਿਚਕਾਰ ਸਭ ਤੋਂ ਵੱਡੀ ਘਾਟ ਜਿਹੜੀ ਉਹ ਪ੍ਰਸ਼ਾਸਨ ਦੀ ਹੈਗੀ ਹੈ। ਇਹ ਪ੍ਰਸ਼ਾਸਨ ਅਗਰ ਪ੍ਰਸ਼ਾਸਨ ਨੇ ਵੇਖੋ ਇੱਕ ਚੋਣ ਪ੍ਰਕਿਰਿਆ ਰੱਦ ਮਤਲਬ ਸਥਗਿਤ ਕੀਤੀ ਹੋਈ ਹੈ, ਉਹ ਟਾਈਮ ਲੱਗ ਰਿਹਾ ਹੈ, ਤੇ ਤੁਹਾਨੂੰ ਨਹੀਂ ਕੋਸ਼ਿਸ਼ ਕਰਨੀ ਚਾਹੀਦੀ ਕਿ ਤੁਸੀਂ ਇਕੱਠੇ ਬੈਠੀਏ ਤੇ ਯਾਰ ਸਾਰੇ ਮਨਮੁਟਾਵ ਖਤਮ ਕਰੀਏ, ਪੁਰਾਣੇ ਵੀ ਜਿਹੜੇ ਵਿਵਾਦ ਨੇ ਉਹ ਖਤਮ ਕਰਕੇ ਅਸੀਂ ਨਵੇਂ ਸਿਰੇ ਤੋਂ ਸ਼ੁਰੂਆਤ? ਵੀਰ ਜੀ ਇਸ ਮੁਹਿੰਮ ਨੂੰ ਲੈ ਕੇ ਮੈਂ ਸਨਮਾਨਯੋਗ ਜਿਹੜੇ ਗਦਰਪੁਰ ਤੋਂ ਡਾਇਰੈਕਟਰ ਬਣੇ ਨੇਗੇ ਚੋਕ ਸਾਹਿਬ, ਜਿਨ੍ਹਾਂ ਦੇ ਉੱਤੇ ਸਾਨੂੰ ਬੜਾ ਮਾਣ ਹੈ, ਤੇ ਮੈਂ ਉਹਨਾਂ ਨੂੰ ਵੀ ਇੱਕ ਪ੍ਰਪੋਜ਼ਲ ਇਹ ਦਿੱਤਾ ਸੀ ਵੀ ਅਸੀਂ ਸਾਰੇ ਜਣੇ ਰਲ ਮਿਲ ਕੇ ਇੱਕ ਜਗ੍ਹਾ ਬੈਠੀਏ ਤੇ ਜਿਹੜੇ ਪੁਰਾਣੇ ਵਿਵਾਦ ਉਸ ਗੁਰਦੁਆਰਾ ਸਾਹਿਬ ਦੇ ਵਿਚਕਾਰ ਪਿਛਲੀ ਕਮੇਟੀ ਦੇ ਦਰਮਿਆਨ ਵੀ ਚੱਲੇ ਨੇ, ਅਸੀਂ ਉਹਨਾਂ ਦਾ ਨਿਪਟਾਰਾ ਕਰਕੇ ਤੇ ਆਉਣ ਵਾਲੇ ਟਾਈਮ ਦੇ ਵਿਚਕਾਰ ਅਸੀਂ ਚੰਗੀ ਉੱਥੇ ਕਮੇਟੀ ਬਣਾਈਏ। ਤੇ ਗੱਲਬਾਤ ਚੱਲ ਰਹੀ ਹੈ, ਮੈਨੂੰ ਲੱਗਦਾ ਕਿ ਇੱਕ ਅੱਧੇ ਦਿਨ ਤੱਕ ਕੋਈ ਨਾ ਕੋਈ ਬਹੁਤ ਵਧੀਆ ਹੱਲ। ਕਿਉਂਕਿ ਮੈਂ ਵਿੱਚੇ ਕਈ ਡਾਇਰੈਕਟਰਾਂ ਦੇ ਨਾਲ ਅੱਜ ਮੈਂ 2-3 ਦਿਨ ਤੋਂ ਲਗਾਤਾਰ ਸਾਡੀ ਕੋਸ਼ਿਸ਼ ਹੈ ਕਿ ਯਾਰ ਤੁਹਾਨੂੰ ਇਕੱਠਿਆਂ ਬਿਠਾਈਏ, ਤੇ ਕਈ ਡਾਇਰੈਕਟਰਾਂ ਨਾਲ ਗੱਲ ਕੀਤੀ, ਕਹਿੰਦੇ ਯਾਰ ਸਾਨੂੰ ਨਾ ਪਿੱਛੋਂ ਦੀ ਇਜਾਜ਼ਤ ਨਹੀਂ ਹੈ ਕਿ ਅਸੀਂ ਅਜੇ ਕੋਈ ਐਵੇਂ ਜੀ ਸਟੇਟਮੈਂਟ ਦਈਏ ਕਿ ਸਾਡਾ ਖਿਲਾਫ ਜਾਏ, ਅਸੀਂ ਇਕੱਠੇ ਹੈਗੇ ਆ। ਲੋਕੇਸ਼ਨ ਦੱਸਣ ਤੋਂ ਹੀ ਬੜੀ ਦਿੱਕਤ ਆ ਰਹੀ ਹੈ। ਨਹੀਂ, ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਗਿਣਤੀ ਮੇਰਾ ਖਿਆਲ ਮਸਾਂ ਹੀ 2-3-4 ਹੋਣੀ ਹੈ। ਬਾਕੀ ਸਾਰੇ ਸੂਝਵਾਨ ਡਾਇਰੈਕਟਰ ਹੈਗੇ ਨੇ, ਜਦੋਂ ਆਪਸ ਦੇ ਵਿਚਕਾਰ ਬਹਿਣਗੇ ਤਾਂ ਬਹੁਤ ਵਧੀਆ ਕੋਈ ਨਾ ਕੋਈ ਹੱਲ ਨਿਕਲ ਕੇ ਆਏਗਾ। ਪ੍ਰਭਸ਼ਰਨ ਸਿੰਘ ਜੀ, ਹਾਲਾਂਕਿ ਤੁਹਾਡੀ ਵੀ ਛਵੀ ਇੱਕ ਨੈਗੇਟਿਵ ਕਈਆਂ ਨੇ ਪੇਸ਼ ਕੀਤੀ, ਚਲੋ ਆਪਾਂ ਸੰਗਤ ਸਾਰੀ ਦੇਖ ਰਹੀ ਹੈ, ਸੁਣ ਰਹੀ ਹੈ, ਸੰਗਤ ਨੂੰ ਕੀ ਆਪਾਂ ਮੈਸੇਜ ਦੀ ਕਿ ਪੋਜ਼ਿਟਿਵ ਹੁਣ ਆਪਾਂ ਜਾ ਰਹੇ ਹਾਂ ਕਿ ਵਧੀਆ ਕਮੇਟੀ ਚੁਣ ਕੇ ਸਾਰੇ ਜਿਵੇਂ ਇੱਕ ਟੇਬਲ ਤੇ ਬੈਠ ਕੇ, ਜਿਵੇਂ ਅੱਜ ਤੁਸੀਂ 2 ਜਣੇ ਬੈਠੇ ਹੋ, ਤੇ ਹੌਲੇ ਹੌਲੇ ਕਰਕੇ ਸਾਰੇ ਹੀ ਇਕੱਠੇ ਬੈਠਣ ਤੇ ਮਨ ਮੁਟਾਓ ਸਾਰੇ ਬਾਹਰ ਨਿਕਲ ਕੇ ਆਉਣ, ਕਿਉਂਕਿ ਅਜੇ ਤੱਕ ਜਿਵੇਂ ਬੈਠੇ ਤੁਸੀਂ ਦੋਵੇਂ ਇਕੱਠੇ ਹੋਏ ਹੋ, ਖਾਲੀ ਕਿਸੇ ਨੇ ਇਕੱਠੇ ਬੈਠਣ ਦੀ ਜੇ ਮਤਲਬ ਅਜੇ ਬੈਠਣ ਦੀ ਉਹ ਕੰਡੀਸ਼ਨ ਆਈ ਨਹੀਂ। ਜੇ ਹੋ ਸਕਦਾ ਕਿ ਸਾਰੇ ਇਕੱਠੇ ਬੈਠਣ ਤੇ ਕਮੇਟੀ ਬੜੀ ਜਲਦੀ ਬਣ ਸਕਦੀ, ਸਾਰੇ ਮਨ ਮੁਟਾਓ ਖਤਮ ਹੋ ਸਕਦੇ। ਨਹੀਂ, ਇਹ ਗੱਲ ਸਹੀ ਆ। ਜੇ ਸਾਰੇ ਬੰਦੇ ਮਤਲਬ ਜਿੰਨੇ ਡਾਇਰੈਕਟਰ ਆ ਜੇ ਇਕੱਠੇ ਹੋਣ ਤਾਂ ਕਮੇਟੀ ਬਣ ਸਕਦੀ ਹੈ। ਤੇ ਮੈਂ ਸੰਗਤ ਅੱਗੇ ਬੇਨਤੀ, ਦੇਖੋ ਜੀ ਡਾਇਰੈਕਟਰ ਦੀ ਹਾਊਸ ਦੇ ਮੈਂ ਕਹਿ ਦਾਂ ਕਿ ਮੈਨੂੰ ਮਿਲਣਾ ਚਾਹੀਦਾ ਪ੍ਰਧਾਨ ਪਦ, ਇਹ ਕਹਿ ਦੇਣ ਕਿ ਮੈਨੂੰ ਸੈਕਟਰੀ ਮਿਲਣਾ ਚਾਹੀਦਾ, ਗਲਤ ਆ। ਇਹ ਪਹਿਲੀ ਗੱਲ ਤਾਂ 27 ਦੇ ਮੇਰਾ ਵਿਚਾਰ ਹੈ ਜੇ 27 ਡਾਇਰੈਕਟਰ ਵੀ ਨਾ ਕਰਨ ਤਾਂ ਇਹ ਸੰਗਤ ਦਾ ਕੰਮ ਆ, ਸੰਗਤ ਚੁਣ ਕੇ ਭੇਜਣੀ ਚਾਹੀਦੀ ਹੈ। ਹੁਣ ਜਿਵੇਂ ਸੰਗਤ ਦੇਖ ਰਹੀ ਆ, ਆਪ ਜੀ ਦੇ ਚੈਨਲ ਸਾਰੇ ਦੇਖ ਰਹੇ ਨੇ, ਇਹ ਤੁਹਾਡੇ ਚੈਨਲ ਮੈਸੇਜ ਕਰਨ ਮੇਰੇ ਪਿੰਡ ਦੇ ਆ, ਮੇਰੇ ਇਲਾਕੇ ਦੇ ਬਾਜਪੁਰ ਦੇ, ਉਹ ਮੇਰੇ ਬਾਰੇ ਦੱਸਣ, ਇਹਨਾਂ ਦੇ ਬਾਰੇ ਦੱਸਣ, ਪਤਾ ਲੱਗੇ ਆਪ ਨੂੰ ਕਿ ਘੱਟ ਘੱਟ ਇਹਦਾ ਪਿਛੋਕੜ ਮਤਲਬ ਯੋਗਦਾਨ ਕੀ ਰਿਹਾ ਗੁਰੂ ਘਰ ਦੀ ਸੇਵਾ ਵਾਸਤੇ। ਇਹ ਕੰਮ ਹੋਣਾ ਸੰਗਤ ਨੂੰ ਦੱਸਣਾ ਚਾਹੀਦਾ, ਸੰਗਤ ਨੂੰ ਅੱਗੇ ਆਉਣਾ ਚਾਹੀਦਾ। ਪ੍ਰਧਾਨਗੀ ਲਈ ਤਾਂ ਸਾਰੇ ਲੜੀ ਜਾਂਦੇ ਕਿ ਮੈਂ ਪ੍ਰਧਾਨ ਬਣਨਾ, ਪਰ ਉਹਦਾ ਪਿਛਲਾ ਯੋਗਦਾਨ ਕੀ ਰਿਹਾ, ਗੁਰੂ ਘਰ ਦੀ ਸੇਵਾ ਇਹਨੇ ਕਿੰਨੀ ਕੀਤੀ ਹੈ, ਗੁਰੂ ਘਰ 'ਚ ਇਹਨਾਂ ਦਾ ਕੀ ਸੇਵਾਦਾਰ ਹੈਗੇ, ਇਸ ਬਣਨ ਲਾਇਕ ਹੈਗੇ ਆ ਕਿ ਅਸੀਂ ਉੱਥੇ ਮਾੜੀ ਜਿਹੀ ਜਦੋਂ ਪਿੰਡ 'ਚ ਉੱਠ ਕੇ ਆ ਜਾਈਏ ਕਿ ਮੈਂ ਕਹਾਂ ਗੁਰੂ ਨਾਨਕ ਮਤਾ ਸਾਹਿਬ ਦੀ ਮੈਂ ਉਹ ਕਰ ਲੂੰਗਾ, ਸੇਵਾ ਕਰ ਲੂੰਗਾ, ਜੇ ਉਹਨੂੰ ਸੰਗਤ ਦੇਖੇਗੀ ਇਹ ਇਸ ਲਾਇਕ ਹੈਗਾ ਵੀ ਹੈ ਕਿ ਨਹੀਂ ਹੈਗਾ। ਇਹ ਇੱਕ ਬਹੁਤ ਵੱਡਾ ਇਤਿਹਾਸਿਕ ਗੁਰਦੁਆਰਾ ਸਾਹਿਬ ਆ, ਇਹਦੀ ਸੇਵਾ ਕਰਨਾ ਮਾੜੇ ਮੋਟੇ ਬੰਦੇ ਨੇ ਕਿ ਦੇਖੋ ਪੜ੍ਹੇ ਲਿਖੇ ਬੰਦੇ ਨਾਲ ਤੇ ਜਿਹੜਾ ਬੰਦਾ ਪ੍ਰੈਕਟੀਕਲ ਕਰਦਾ ਤੇ ਪੜ੍ਹੇ ਲਿਖੇ ਨਾਲ ਬਹੁਤ ਜ਼ਮੀਨ ਆਸਮਾਨ ਦਾ ਫਰਕ ਆ। ਇਸ ਦੌਰਾਨ ਤੁਸੀਂ ਉੱਥੇ ਗਏ ਵੀ ਹੋ ਗੁਰਦੁਆਰਾ ਨਾਨਕ ਮੱਤਾ ਸਾਹਿਬ, ਤੇ ਚਲੋ ਆਪਾਂ ਥੋੜੀ ਜਿਹੀ ਇਸ ਵੱਲ ਚੱਲਦੇ ਹਾਂ ਕਿ ਉੱਥੇ ਕਿਹੋ ਜਿਹੇ ਕੰਮ ਜਿਹੜੇ ਨੇ ਹੋਣ ਵਾਲੇ ਨੇ, ਜਿਹੜੇ ਤੁਹਾਨੂੰ ਲੱਗਦਾ ਹੈ ਕਿ ਪਿਛਲੀ ਕਮੇਟੀ ਦੇ ਦਰਮਿਆਨ ਨਹੀਂ ਹੋ ਸਕੇ? ਤੁਹਾਨੂੰ ਲੱਗਦਾ ਨਹੀਂ, ਕਮੇਟੀ ਦੇ ਦੇਖੋ ਜੀ ਜਿਵੇਂ ਸਾਡੇ ਸੁਣਨ 'ਚ ਆ ਰਿਹਾ, ਹੁਣ ਅਸੀਂ ਤਾਂ ਰੋਜ਼ ਨਿਊਜ਼ ਦੇਖਦੇ ਸੀਗੇ, ਹਰ ਤੀਜੇ ਦਿਨ ਹਰ ਹਫ਼ਤੇ ਬਾਅਦ ਕੋਈ ਨਾ ਕੋਈ ਇੱਥੋਂ ਦੀ ਲੜਾਈ ਝਗੜਾ ਮੀਡੀਆ ਦੇ ਅੱਗੇ ਆ ਜਾਂਦਾ ਸੀ ਜੀ, ਉਹ ਆਪਸ 'ਚ ਲੜ ਗਏ, ਉਹਦੇ ਇੱਕ ਦੂਜੇ ਦੇ ਆਰੋਪ ਲੱਗਦੇ ਹੀ ਰਹਿੰਦੇ ਸੀਗੇ।
ਇਹ 5 ਸਾਲ ਮੈਨੂੰ ਲੱਗਦਾ ਇਹ ਸਾਰਾ ਲੜਾਈ ਝਗੜੇ 'ਚ ਹੀ ਨਿਕਲ ਗਿਆ। ਜ਼ਿਆਦਾਤਰ ਜਿਹੜਾ 5 ਸਾਲ ਇਸੇ ਕਰ ਕੰਮ ਬਹੁਤ ਹੀ ਗੁਰੂ ਘਰ ਦੇ ਕੰਮ ਜਿੱਥੇ ਅਸੀਂ ਦੇਖ ਰਹੇ ਹਾਂ, ਬਹੁਤ ਹੀ ਕੰਮ ਗੁਰੂ ਘਰ ਦੇ ਰੁਕੇ ਹੋਏ ਆ। ਸਾਡੀ ਪੜ੍ਹਾਈ, ਸਾਡੇ ਬੱਚੇ ਇਤਿਹਾਸ ਭੁੱਲਦੇ ਜਾਂਦੇ ਆ, ਪੰਜਾਬੀ ਨਹੀਂ ਆਉਂਦੀ, ਸਾਡੇ ਕਿਸੇ ਸਿੱਖ ਬੱਚੇ ਨੂੰ ਪੰਜਾਬੀ ਨਹੀਂ ਆਉਂਦੀ। ਦੂਜੀ ਗੱਲ ਇਹ ਹਸਪਤਾਲ ਬੜੇ ਮਾੜੇ ਆ, ਉੱਥੇ ਹਸਪਤਾਲ ਦਾ ਕੋਈ ਉਹ ਨਹੀਂਗਾ, ਡਾਕਟਰ ਚੰਗੇ ਨਹੀਂਗੇ। ਜੇ ਸੇਵਾ ਕਰਨਾ ਚਾਹੁੰਦੇ ਉਹਨਾਂ ਨੂੰ ਸੇਵਾ ਕਰਨ ਨਹੀਂ ਦਿੰਦੇ। ਜੇ ਕੋਈ ਟੀਚਰ ਆ ਉੱਥੇ ਟੀਚਰ ਰੁਕੇ ਹੋਏ ਆ, ਟੀਚਰ ਇਹੋ ਜਿਹੇ ਮੈਂ ਸੁਣਨ ਚ ਆਇਆ ਕਿ ਇਹਨਾਂ ਨੂੰ ਟੀਚਰ ਜੇ ਰੱਖਦੇ ਆ ਕਿ ਮੈਂ ਕਹਿੰਦਾ ਕਿ ਮੇਰਾ ਰਿਸ਼ਤੇਦਾਰ ਆਉਣਾ ਚਾਹੀਦਾ, ਇਹ ਕਹਿੰਦੇ ਕਿ ਮੇਰਾ ਰਿਸ਼ਤੇਦਾਰ ਆਉਣਾ ਚਾਹੀਦਾ। ਇਹ ਗਲਤ ਆ। ਉਹ ਆਪਸੀ ਤਾਲਮੇਲ ਹੋਣ ਕਰਕੇ ਇਹ ਵੀ ਮੈਸੇਜ ਵਾਇਰਲ ਹੋਏ ਕਿ ਉੱਥੋਂ ਦੇ 10-10 15-15 ਲੱਖ ਰੁਪਏ ਕੀ ਰਿਸ਼ਵਤ ਦੀ ਵੀ ਤੈਅ ਕੀਤੀ ਗਈ ਕਿ ਟੀਚਰ ਦੀ ਅਪਾਇੰਟਮੈਂਟ ਕਰਨੀ ਹੈ। ਕਿ ਇਹ ਤੁਹਾਨੂੰ ਲੱਗਦਾ ਠੀਕ? ਨਹੀਂ, ਮੈਂ ਸੁਣੀ ਗੱਲ, ਦੇਖੋ ਇਹ ਸੁਣੀ ਤਾਂ ਅਸੀਂ ਵੀ ਆ, ਪਰ ਬਹੁਤ ਗਲਤ ਆ। ਇਹ ਗੁਰੂ ਘਰ ਦੇ ਕੰਮ ਵਾਸਤੇ ਜੇ ਤੁਸੀਂ ਮੰਨ ਲਓ ਇੱਕ ਟੀਚਰ ਆ, ਜੇ ਇੱਕ ਚੰਗਾ ਉਹਦੇ ਕੋਲ ਟੈਲੈਂਟ ਆ, ਜੇ ਗੁਰਸਿੱਖੀ ਬਾਰੇ ਜਾਣਦਾ ਤੇ ਉਹ ਗੁਰਸਿੱਖ ਬੰਦਾ, ਸਭ ਤੋਂ ਪਹਿਲਾਂ ਤਾਂ ਮੌਕਾ ਦੇਣਾ ਚਾਹੀਦਾ ਗੁਰਸਿੱਖ ਬੰਦੇ ਨੂੰ। ਜੇ ਟੀਚਰ ਦਾ ਮੌਕਾ ਦੇਣਾ ਚਾਹੀਦਾ। ਜੇ ਉਹਦੇ ਤੋਂ ਪੈਸੇ ਲੈਂਦੇ ਆ ਤੇ ਬਹੁਤ ਵੱਡੀ ਗੱਲ ਆ। ਜੇ ਉਹ ਮਾੜਾ ਜੇ ਕੋਈ ਮੇਰੇ ਵਰਗਾ ਮਾੜਾ ਮੱਤਾ ਕੋਈ ਉੱਥੇ ਆ ਕੇ ਕਹਿੰਦਾ ਕਿ ਮੈਂ ਟੀਚਰ ਆ, ਉਹਦੀ ਐਜੂਕੇਸ਼ਨ ਦੇਖੀ ਜਾਵੇ ਨਾ, ਇਹਦਾ ਕੀ ਹੈ, ਇਹਦੇ ਕੋਲ ਕਿੰਨੀ ਐਜੂਕੇਸ਼ਨ ਆ। ਤੇ ਜੇ ਉਹ ਮਤਲਬ ਵਧੀਆ ਹੈ, ਜੇ ਉਹ ਟੈਲੈਂਟ ਆ, ਜੋ ਇਸ ਲਾਇਕ ਹੈਗਾ, ਉਹਨੂੰ ਕਿਉਂ ਨਹੀਂ ਦੇ ਰਹੇ ਨੌਕਰੀ ਉੱਥੇ? ਹੁਣ ਰਿਸ਼ਵਤ ਦੇ ਕੇ ਜਿਹੜਾ ਬੰਦਾ ਅਗਲਾ 15 ਲੱਖ ਰੁਪਇਆ ਦੇ ਕੇ ਉੱਥੇ 20 ਲੱਖ ਰੁਪਇਆ ਦੇ ਕੇ ਜੇ ਕੋਈ ਰਿਸ਼ਵਤ ਵਾਲਾ ਬੰਦਾ ਜੇ ਉੱਥੇ ਟੀਚਰ ਬਣਦਾ ਤੇ ਉਹ ਬੱਚਿਆਂ ਨੂੰ ਕੀ ਪੜਾਊਗਾ? ਕਮੇਟੀ ਦੇ ਡਾਇਰੈਕਟਰਾਂ ਤੇ ਆਰੋਪ ਲੱਗੇ ਕਿ ਉਹਨਾਂ ਨੇ ਆਪਣੇ ਰਿਲੇਸ਼ਨ। ਦੇਖੋ ਜੀ, ਮੈਂ ਤੁਹਾਨੂੰ ਇਹ ਆਰੋਪ ਤਾਂ ਪਹਿਲਾਂ ਵੀ ਹੁਣ ਵੀ ਲੱਗੀ ਜਾਂਦੇ, ਸਾਡੇ ਤੇ ਵੀ ਲੱਗੀ ਜਾਂਦੇ। ਜਦ ਤੱਕ ਸਾਨੂੰ ਪੂਰੀ ਜਾਣਕਾਰੀ, ਅਸੀਂ ਕਿਸੇ ਤੇ ਬਲੇਮ ਨਹੀਂ ਲਾ ਸਕਦੇ। ਅਸੀਂ ਹੰਸਪਾਲ ਜੀ, ਹੁਣ ਆਪਾਂ ਕੀ ਆਸ ਕਰੀਏ? ਸੰਗਤ ਜਾਣਨਾ ਚਾਹੁੰਦੀ ਏ, ਉਮੀਦ ਕਿ ਉਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਅੱਜ ਜਿਵੇਂ ਤੁਸੀਂ ਦੋਵੇਂ ਇਕੱਠੇ ਅੱਜ ਬੈਠੇ ਹੋ ਤੇ ਹੋਰ ਮੈਂਬਰ ਵੀ ਤੁਹਾਡੇ ਡਾਇਰੈਕਟਰ ਨੇ ਇਕੱਠੇ ਬਹਿਣਗੇ, ਵਿਚਾਰ ਕਰਨਗੇ, ਜਲਦੀ ਨਿਪਟਾਰਾ ਇਹਦਾ ਹੋਵੇ। ਬਿਲਕੁਲ ਹੋਣਾ ਚਾਹੀਦਾ ਹੈਗਾ ਜੀ। ਮੈਂ ਤਾਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਕੀਤੀ ਹੈ ਵੀ ਤੁਸੀਂ ਜਿਹੜੀ ਅੱਜ ਮੁਹਿੰਮ ਚਲਾਈ ਹੈ, ਇਹਦੀ ਜਿੰਨੀ ਅਸੀਂ ਤਾਰੀਫ ਕਰੀਏ ਉਨੀ ਘੱਟ ਹੈ। ਤੇ ਮੈਂ ਆਪ ਜੀ ਦੇ ਚੈਨਲ ਰਾਹੀਂ ਆਪਣੇ ਜਿਹੜੇ ਆਗੂ ਹੈਗੇ ਨੇ ਕਿ ਮੈਂ ਉਹਨਾਂ ਨੂੰ ਵੀ ਇੱਕ ਗੱਲ ਜ਼ਰੂਰ ਪੁੱਛਣਾ ਚਾਹੁੰਦਾ ਹੈ ਕਿ ਡਾਇਰੈਕਟਰ ਅਸੀਂ ਜ਼ਰੂਰ ਬਣ ਕੇ ਆ ਗਏ ਹਾਂ, 27 ਡਾਇਰੈਕਟਰ ਅਸੀਂ ਜ਼ਰੂਰ ਬਣ ਕੇ ਆ ਗਏ ਹਾਂ, ਲੇਕਿਨ ਜਿਹੜੇ ਸਾਡੇ ਮੁਖੀਏ ਬੈਠੇ ਨੇ ਕਿ ਬਾਜਪੁਰ ਤੋਂ ਲੱਗ ਕੇ ਤੇ ਸਾਡਾ ਮੇਰਾ ਖਿਆਲ 12 ਸੀਟਾਂ ਬੈਠੇ ਹੈਗੀਆਂ ਨੇਗੀਆਂ ਸਾਡੀਆਂ ਯੂਪੀ ਦੇ ਵਿਚਕਾਰ ਤੇ 15 ਨੇਗੀਆਂ ਸਾਡੀਆਂ ਇੱਥੇ। ਜਿੱਥੇ ਅਸੀਂ ਇਸ ਲੜਾਈ ਨੂੰ ਲੜਦੇ ਪਏ ਹਾਂ ਤੇ ਅੱਜ ਸਾਡੇ ਜਿਹੜੇ ਮੁਖੀਏ ਬੈਠੇ ਨੇਗੇ, ਜਿਹੜੇ ਸੂਝਵਾਨ ਸਾਡੇ ਆਗੂ ਹੈਗੇ ਨੇਗੇ, ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਅੱਜ ਅਸੀਂ ਆਪਣੇ ਆਪ ਨੂੰ ਬੜਾ ਠੱਗਿਆ ਜਿਹਾ ਮਹਿਸੂਸ ਕਰ ਰਹੇ ਹਾਂ ਜਦੋਂ ਤੱਕ ਕਮੇਟੀ ਨਹੀਂ ਬਣਦੀ। ਆਓ ਅਸੀਂ ਸਾਰੇ ਰਲ ਮਿਲ ਕੇ ਪ੍ਰਸ਼ਾਸਨ ਦੇ ਉੱਤੇ ਇਹਨਾਂ ਦਾ ਦਬਾਅ ਬਣਾਈਏ ਤੇ ਇਹਨਾਂ ਨੂੰ ਆਖੀਏ ਵੀ ਛੇਤੀ ਤੋਂ ਛੇਤੀ ਚੁਣਾਵ ਹੋਣ ਤੇ ਅਸੀਂ ਰਲ ਮਿਲ ਕੇ ਅਗਲੀ ਜਿਹੜੀ ਕਮੇਟੀ ਬਣਾਈਏ। ਤੇ ਜਿੰਨਾ ਭਾਈ ਸਾਹਿਬ ਹੋਣਾ ਨੇ ਵੀ, ਪਹਿਲਾਂ ਪ੍ਰੋਫੈਸਰ ਸਿੰਘ ਹੋਣਾ ਨੇ ਵੀ ਸਾਰੀਆਂ ਗੱਲਾਂ ਕੀਤੀਆਂ ਨੇਗੀਆਂ, ਬਹੁਤ ਕੰਮ ਹੋਣ ਵਾਲੇ ਨੇਗੇ ਨਾਨਕ ਮਤਾ ਸਾਹਿਬ। ਤੇ ਪਿਛਲੇ ਕਮੇਟੀ ਦੇ ਵਿਚਕਾਰ ਜਿੰਨੇ ਵੀ ਵਿਵਾਦ ਸੀ, ਮੈਨੂੰ ਨਹੀਂ ਗਾ ਲੱਗਦਾ ਵੀ ਅਸੀਂ ਜਦੋਂ 27 ਡਾਇਰੈਕਟਰ ਆਪਸ ਦੇ ਵਿਚਕਾਰ ਬੈਠਾਂਗੇ ਤੇ ਉਹਨਾਂ ਦਾ ਵੀ ਕਿਤੇ ਨਾ ਕਿਤੇ ਨਿਦਾਨ ਹੋਵੇਗਾ ਤੇ ਗੁਰਮਰਿਆਦਾ ਦੇ ਅਨੁਸਾਰ ਜਿਹੜੀ ਆਉਣ ਵਾਲੀ ਕਮੇਟੀ ਜਿਹੜੀ ਹੈਗੀ ਏ, ਇਹ ਵੀ ਬਹੁਤ ਵਧੀਆ ਢੰਗ ਦੇ ਨਾਲ ਕੰਮ ਚੱਲੇਗੀ। ਮਤਲਬ ਕੋਈ ਇਸ ਤਰ੍ਹਾਂ ਦਾ ਵਿਵਾਦ ਹੈ ਨਹੀਂ ਕਿ ਜਿਹੜਾ ਅਗਰ ਇਕੱਲੇ ਬੈਠ ਕੇ ਜਿਹਦਾ ਕੋਈ ਹੱਲ ਨਹੀਂ ਹੈ, ਬੈਠ ਕੇ ਸਾਰੇ ਕੰਮ ਮਸਲੇ ਹੋ, ਡਾਇਲੋਗ ਦੇ ਨਾਲ ਜਦੋਂ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਲੱਗਦਾ ਕਿ ਸਾਰੇ ਮਸਲੇ ਹੱਲ ਹੋ ਜਾਣਗੇ? ਬਿਲਕੁਲ ਜੀ। ਮੈਨੂੰ ਜਿੱਥੇ ਤੱਕ ਮੇਰਾ ਖਿਆਲ ਹੈ ਕਿ ਅਸੀਂ 2 ਡਾਇਰੈਕਟਰ ਇੱਥੇ ਬੈਠੇ ਆ ਤੇ ਅੱਜ ਤੋਂ ਪਹਿਲਾਂ ਮੈਨੂੰ ਕਈ ਗੱਲਾਂ ਇਹਨਾਂ ਵਾਸਤੇ ਸੁਣਨ ਨੂੰ ਮਿਲਦੀਆਂ ਸੀ। ਜਦੋਂ ਅਸੀਂ ਆਪਸ ਦੇ ਵਿੱਚ ਘਰ ਇੱਥੇ ਬੈਠੇ ਆ ਨਾ, ਮੈਨੂੰ ਲੱਗਦਾ ਹੈ ਕਿ ਲੋਕ ਉਸ ਗੱਲ ਨੂੰ ਨਾ ਬਹੁਤ ਵਧਾ ਚੜਾ ਕੇ ਪੇਸ਼ ਕਰਦੇ ਨੇ। ਅੱਜ ਕਿੰਨੇ ਵਧੀਆ ਆਪ ਦੇਖ ਰਹੇ ਹੋ ਨਾ ਕਿੰਨੇ। ਮੁਸੀਬਤ ਕੀ ਹੈ? ਕਈ ਕਹਿੰਦੇ ਕੇਵਲ ਅਸੀਂ ਪੰਥ ਦਰਦੀ ਹਾਂ, ਅਸੀਂ ਸੱਚੇ ਸਿੱਖ ਹਾਂ, ਤੁਸੀਂ ਹੋਰ ਚੰਗੀ ਗੱਲ ਹੈ, ਲੇਕਿਨ ਤੁਹਾਨੂੰ ਕਈਆਂ ਨੂੰ ਇਹ ਕੀ ਲੱਗਦਾ ਕਿ ਖਾਲੀ ਅਸੀਂ ਹੀ ਸੱਚੇ ਸਿੱਖ ਹਾਂ, ਬਾਕੀ ਸਾਰੇ ਪੁਕਾਰ ਨੇ? ਦੇਖੋ ਜੀ, ਇਹ ਸਾਰਿਆਂ ਦਾ ਆਪਣਾ ਆਪਣਾ ਸੋਚਣ ਦਾ ਢੰਗ ਹੈਗਾ ਹੈ। ਜੇਕਰ ਮੈਨੂੰ ਹਲਕਾ ਨੰਬਰ 10 ਤੋਂ ਚੁਣ ਕੇ ਭੇਜਿਆ ਹੈ ਨਾ, ਉਹਨਾਂ ਨੇ ਮੇਰੇ ਵਿਚਕਾਰ ਕੋਈ ਨਾ ਕੋਈ ਯੋਗਤਾ ਵੇਖੀ ਹੋਣੀ ਹੈ। ਤੇ ਭਾਈ ਪ੍ਰੋਫੈਸਰ ਸਿੰਘ ਹੋਣਾ ਨੂੰ ਜੇ ਉੱਥੋਂ ਭੇਜਿਆ ਹੈ ਨਾ, ਕੋਈ ਨਾ ਕੋਈ ਯੋਗਤਾ ਇਹਨਾਂ ਦੇ ਵਿਚਕਾਰ ਵੇਖੀ ਹੋਣੀ ਹੈਗੀ ਹੈ। ਸੋ ਸਾਰਿਆਂ ਨੂੰ ਆਪਣੇ ਆਪ ਤਮਗੇ ਦਿੱਤੇ ਗਏ। ਨਹੀਂ, ਦੇਖੋ ਜੀ, ਮੈਂ ਪਹਿਲਾਂ ਵੀ ਆਖਿਆ ਹੈਗਾ ਕਿ ਨੈਗੇਟਿਵ ਸੋਚ ਦੇ ਬਹੁਤ ਲੋਕ ਹੁੰਦੇ ਨੇਗੇ, ਲੇਕਿਨ ਜੇਕਰ ਚੁਣ ਕੇ ਆਏ ਨੇਗੇ ਤੇ ਆਖਰ ਉੱਥੋਂ ਦੀ ਸੰਗਤ ਨੇ ਭੇਜਿਆ ਹੈ ਨਾ, ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਦੇ ਵਿਚਕਾਰ ਇਹਨਾਂ ਦੀ ਸੋਚ ਵਰਗੇ, ਮੇਰੀ ਸੋਚ ਵਰਗੇ ਅਸੀਂ ਜਦੋਂ ਸਾਰੇ ਇੱਕ ਸਾਂਝੀ ਜਗ੍ਹਾ ਤੇ ਬੈਠਾਂਗੇ ਤੇ ਮੈਨੂੰ ਲੱਗਦਾ ਹੈ ਕਿ ਪਿਛਲੀਆਂ ਚੀਜ਼ਾਂ ਨੂੰ ਨਾ ਦੁਹਰਾਉਂਦੇ ਹੋਏ ਬਹੁਤ ਅੱਛੀ ਕਮੇਟੀ ਜਿਹੜੀ ਉੱਥੇ ਬਣੇਗੀ। ਪ੍ਰੋਫੈਸਰ ਸਿੰਘ ਜੀ, ਇਹ ਅੱਜ ਜਿਹੜੀ ਸ਼ੁਰੂਆਤ ਹੋਈ ਹੈ, ਤੁਹਾਨੂੰ ਲੱਗਦਾ ਵਧੀਆ ਸ਼ੁਰੂਆਤ ਇਹਦੇ ਨਾਲ? ਜਿਵੇਂ ਹੁਣ ਤੁਹਾਡੇ ਭਾਈ ਸਾਹਿਬ ਕਹਿੰਦੇ ਕਿ ਇਹਨਾਂ ਨੇ ਤੁਹਾਡੇ ਬਾਰੇ ਬੜਾ ਨੈਗੇਟਿਵ ਸੁਣਿਆ ਸੀ, ਲੇਕਿਨ ਜਦੋਂ ਤੁਹਾਡੇ ਨਾਲ ਮੁਲਾਕਾਤ ਇਹਨਾਂ ਦੀ ਹੋਈ ਹੈ ਕਿ ਸਾਰੇ ਉਹ ਵਹਿਮ ਜਿਹੜੇ ਦੂਰ ਹੋ ਗਏ, ਇਹਦਾ ਮਤਲਬ ਸਾਰਿਆਂ 'ਚ ਵਹਿਮ ਭਰੇ ਹੋਏ ਨੇ ਇਸ ਤਰ੍ਹਾਂ ਦੇ? ਨਹੀਂ, ਜਿਵੇਂ ਇਹਨਾਂ ਨੇ ਦੱਸਿਆ ਕਿ ਆਉਣਾ ਤਾਂ ਚਾਹੁੰਦੇ ਆ, ਪਰ ਆਉਣਾ ਕੀ ਚਾਹੁੰਦੇ ਆ ਕਿ ਸਭ ਇੱਕ ਡਰਦੇ ਆ ਕਿ ਯਾਰ ਮੈਂ ਜਿਹੜਾ ਮੇਰਾ ਚੌਧਰੀ ਆ ਉਹ ਕਹਿੰਦਾ ਕਿ ਮੈਂ ਉਧਰ ਨਾ ਚਲੇ ਜਾਵਾਂ, ਮੈਂ ਕਹਾਂ ਕਿ ਯਾਰ ਇਹਨਾਂ ਨੇ ਮੈਨੂੰ ਕਹਿਣਾ। ਡਰਨਾ ਨਹੀਂ,
ਜੇ ਤੁਸੀਂ ਡਰ ਗਏ, ਜੇ ਡਰ ਥੱਲੇ ਹੀ, ਫਿਰ ਤਾਂ ਤੁਸੀਂ ਦੇਖੋ ਜੀ, ਜੇ ਤੁਹਾਨੂੰ ਸੰਗਤ ਨੇ ਭੇਜਿਆ ਤਾਂ ਡਰੋ ਨਾ, ਤੁਸੀਂ ਸਾਹਮਣੇ ਆਓ, ਆ ਕੇ ਆਪਸ ਵਿੱਚ ਫੈਸਲਾ ਕਰਕੇ ਚੁਣੋ ਵੀ ਦੇਖੋ ਤੁਸੀਂ ਕਿਹੜਾ ਸੇਵਾ ਦੇ ਲਾਇਕ ਹੈ, ਉਹਨੂੰ ਚੁਣਨਾ ਚਾਹੀਦਾ। ਜੇ ਤੁਸੀਂ ਸੰਗਤ ਨੇ ਭੇਜਿਆ, ਸੰਗਤ ਦੇ, ਜਾਂ ਤੁਸੀਂ ਜੇ ਸੰਗਤ ਨੇ ਭੇਜਿਆ ਤੇ ਉਹਨਾਂ ਦੇ ਵਿਚਾਰਾਂ ਤੇ ਖਰੇ ਉਤਰ ਕੇ ਤਾਂ ਦਿਖਾਓ ਕਿ ਹਾਂ ਜੀ ਇਹ ਸੰਗਤ ਨੇ ਭੇਜਿਆ, ਕਿ ਅਸੀਂ ਉਸ ਲਾਇਕ ਹੈਗੇ ਹਾਂ, ਤੇ ਸਾਨੂੰ ਸੰਗਤ ਦੇ ਹਿਸਾਬ ਨਾਲ ਵੀ ਮਤਲਬ ਆਉਣਾ ਚਾਹੀਦਾ। ਜੇ ਹੁਣ ਤੁਸੀਂ ਡਰ ਕੇ ਇੱਕ ਦੂਜੇ, ਹੁਣ ਮੈਂ ਸੁਣਿਆ ਜੀ ਉਹਦੇ ਘਰ ਬੈਠੇ ਆ ਜਾ ਕੇ, ਸਾਡੇ ਵਾਲੇ ਉਹਦੇ ਘਰ ਬੈਠੇ ਆ ਜਾ ਕੇ, ਯਾਰ ਕਿਵੇਂ ਸਾਨੂੰ ਕਿਸੇ ਨੇ ਕਿਉਂ ਨਹੀਂ ਬਿਠਾ ਲਿਆ? ਅਸੀਂ ਕਿਸੇ ਦੇ ਘਰ, ਅਸੀਂ ਕਿਸੇ ਦੇ ਘਰ ਗਏ ਆ ਜਾਂ ਹਾਂ ਚਾਹ ਪਾਣੀ ਪੀਤਾ, ਇਹ ਨਹੀਂ ਕਿ ਅਸੀਂ ਰਾਤ ਭਰ ਰੁਕੇ ਆ ਕਿਸੇ ਦੇ, ਹਾਂ ਜੀ ਉੱਥੇ ਬੈਠ ਕੇ ਸਾਡੀ ਸੇਵਾ ਹੋ ਰਹੀ ਹੈ, ਨਾ ਸਾਨੂੰ ਕਿਸੇ ਨੇ ਬਲੇਮ ਨਹੀਂ ਲਾਇਆ, ਕਿ ਨਾ ਸਾਨੂੰ ਬਲੇਮ ਮਤਲਬ ਕਿ ਸਾਡੇ ਤੇ ਕਿਸੇ ਨੇ ਪ੍ਰੈਸ਼ਰ ਨਹੀਂ ਪਾਇਆ ਕਿ ਆਓ ਸਾਡੇ ਵੱਲ ਆਓ, ਸਾਡੇ ਘਰ ਬੈਠੋ। ਤੇ ਇਹ ਜੇ ਮਤਲਬ ਉਹ ਡਾਇਰੈਕਟਰ ਜੇ ਮਾੜੀ ਸੋਚ ਵਾਲਾ ਡਾਇਰੈਕਟਰ ਆ, ਜਾਂ ਉਹ ਇਹ ਚਾਹੁੰਦਾ ਕਿ ਹਾਂ ਯਾਰ ਕਿ ਮੈਂ ਲੋਕਾਂ ਦੀ ਗੱਲਾਂ ਤੋਂ ਡਰ ਜਾ, ਇਹ ਮੇਰੇ ਤੇ ਇਹਨਾਂ ਦੇ ਬੜੇ ਆਸਾਨ ਕਿਸ ਗੱਲ ਆ? ਜੇ ਸੰਗਤ ਨੇ ਭੇਜਿਆ ਨਾ ਤੁਹਾਨੂੰ ਚੁਣ ਕੇ, ਤੁਸੀਂ ਸੰਗਤ ਦੇ ਬਿਆਨਾਂ ਤੇ ਖਰੇ ਉਤਰ ਕੇ ਦਿਖਾਓ ਤੇ ਕਮੇਟੀ ਬਣਾਓ, ਆਪਸ ਵਿੱਚ ਤਾਲਮੇਲ ਬਣਾ ਕੇ ਕਮੇਟੀ ਬਣਾਉਣੀ ਚਾਹੀਦੀ ਹੈ ਸਾਨੂੰ। ਹੰਸਪਾਲ ਜੀ, ਹੁਣ ਕੀ ਆਸ ਕਰੇ ਸੰਗਤ? ਜਿੱਦਾਂ ਇੱਕ ਵਧੀਆ ਸ਼ੁਰੂਆਤ ਹੋਈ ਹੈ ਤੇ ਦੂਜੇ ਮੈਂਬਰ ਵੀ ਇੱਕ ਪਲੇਟਫਾਰਮ ਥੱਲੇ ਆ ਕੇ ਬਣਾਉਣਗੇ, ਇਹ ਜਿਹੜਾ ਇੱਕ ਨੈਗੇਟਿਵ ਜਿਹੜੀ ਛਵੀ ਜਾ ਰਹੀ ਉਹਦੇ ਵਿਰਾਮ ਲੱਗ ਸਕੇਗੀ। ਵੇਖੋ ਜੀ, ਮੈਂ ਪਹਿਲਾਂ ਵੀ ਇੱਕ ਬੇਨਤੀ ਕੀਤੀ ਸੀ ਵੀ ਬੜੇ ਸੂਝਵਾਨ ਡਾਇਰੈਕਟਰ ਆਏ ਨੇਗੇ, ਉਹਨਾਂ ਹੀ ਡਾਇਰੈਕਟਰਾਂ ਦੀ ਲੜੀ ਦੇ ਵਿਚਕਾਰ ਸਾਡੇ ਕੋਲ ਇੱਕ ਹਰਬੰਸ ਸਿੰਘ ਚੁੱਗ ਸਾਹਿਬ ਨੇ, ਤੇ ਚੁੱਗ ਸਾਹਿਬ ਪਹਿਲਾਂ ਮੇਰਾ ਖਿਆਲ ਤਰਾਈ ਮਹਾਸਭਾ ਦੇ ਨਾਲ ਵੀ ਜੁੜੇ ਹੋਏ ਸੀ, ਤੇ ਉਹਦੇ ਤੋਂ ਬਾਅਦ ਕੁਝ ਡਾਇਰੈਕਟਰ ਜਿਹੜੇ ਨੇਗੇ ਉਹਨਾਂ ਦੇ ਕੋਲ ਗਏ ਤੇ ਉਹਨਾਂ ਨੇ ਉਹਨਾਂ ਨੂੰ ਆਪਣਾ ਆਗੂ ਮੰਨਿਆ। ਤੇ ਉਸੇ ਲੜੀ 'ਚ ਮੈਂ ਵੀ ਚੁੱਗ ਸਾਹਿਬ ਨੂੰ ਇੱਕ ਬੇਨਤੀ ਕੀਤੀ ਸੀਗੀ ਵੀ ਜਿਹੜੇ ਦੂਸਰੇ ਗੋਟੀਆ ਕਹਿ ਸਕਦੇ ਜੇਗੇ ਤੁਸੀਂ, ਵੀ ਜੇ ਤੁਹਾਨੂੰ ਲੱਗਦਾ ਵੀ ਉਹ ਦੂਸਰੇ ਗੁੱਟ ਦੇ ਡਾਇਰੈਕਟਰ ਹੈਗੇ ਨੇਗੇ, ਤੁਸੀਂ ਉਹਨਾਂ ਨੂੰ ਵੀ ਨਾਲ ਲੈ ਕੇ ਇੱਕ ਕੋਈ ਸਾਂਝੀ ਰੂਪਰੇਖਾ ਤਿਆਰ ਕਰਕੇ ਤੇ ਇਸ ਕੰਮ ਨੂੰ ਅੱਗੇ ਵਧਾਓ। ਤੇ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਉਹ ਵੀ ਨਿਰਾਸ਼ ਨੇ। ਤੇ ਇਹ ਗੁੱਟ ਬਣੇ ਕਿਉਂ? ਗੁੱਟ ਬਣਨ ਦੀ ਨੌਬਤ ਹੀ ਕਿਉਂ ਆਈ? ਕੀ ਗੁਰੂ ਘਰ ਦੇ ਵਿੱਚ ਗੁੱਟ ਬਣਾ ਕੇ ਸੇਵਾ ਆਪਾਂ ਕਰ ਸਕਦੇ ਹਾਂ? ਵੇਖੋ ਜੀ, ਇਹ ਮੈਨੂੰ ਜਿੱਥੇ ਤੱਕ ਲੱਗਦਾ ਹੈ ਕਿ 25 ਤਰੀਕ ਨੂੰ ਜਦੋਂ ਅਸੀਂ ਚੁਣ ਕੇ ਆਏ ਆ, ਤੇ ਇਹਦੀ ਸ਼ੁਰੂਆਤ ਜਦੋਂ ਚੁਣ ਕੇ ਅਸੀਂ ਬਾਹਰ ਨਿਕਲੇ ਆ ਨਾ, ਉੱਥੋਂ ਹੀ ਹੋ ਗਈ ਸੀ। ਉੱਥੋਂ ਹੀ ਜਦੋਂ ਡਾਇਰੈਕਟਰ ਚੁਣ ਕੇ ਆਉਂਦੇ ਸੀਗੇ, ਕੁਛ ਤੇ ਉਧਰ ਕਾਰ ਸੇਵਾ ਵਾਲੇ ਪਾਸੇ ਚਲੇ ਜਾਂਦੇ ਸੀਗੇ, ਕੁਛ ਦੂਜੇ ਪਾਸੇ ਚਲੇ ਜਾਂਦੇ ਸੀਗੇ। ਜਿਹੜਾ ਇਹ ਸ਼ੁਰੂਆਤ ਹੋਈ ਹੈ, ਸ਼ੁਰੂਆਤ ਹੀ ਗਲਤ ਹੋਈ ਹੈ। ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਸੇਵਾ ਵਾਸਤੇ ਆਏ ਆ। ਅਸੀਂ ਕਿਸੇ ਇਹਦਾ ਵੇਖੋ, ਮੇਰੀ ਗੱਲ ਸੁਣੋ, ਇਹਦੇ ਵਾਸਤੇ ਤੇ ਫਿਰ 27 ਦੇ 27 ਡਾਇਰੈਕਟਰ ਨੂੰ ਕਿਉਂ ਨਾ ਜ਼ਿੰਮੇਦਾਰ ਕਹੀਏ? ਜੇ ਤੁਸੀਂ ਆਪਸ ਵਿੱਚ ਉੱਥੇ ਵੰਡ ਲੈ ਕੇ ਮੈਂ ਉਧਰ ਦਾ ਮੈਂ ਉਧਰ ਦਾ, ਤੇ ਤਾਂ ਗਲਤ ਮੈਸੇਜ ਚੱਲ ਗਿਆ ਨਾ। ਜੇ ਸਾਰੇ ਇਕੱਠੇ ਹੀ ਹੋ ਜਾਂਦੇ। ਸੁਭਾਵਿਕ ਹੈ ਵੀਰ ਜੀ, ਅੱਜ ਤੁਹਾਡੀ ਅਸੀਂ ਇਸੇ ਘੜੀ ਦੇ ਵਿੱਚ ਘਰ ਸ਼ਾਮਲ ਹੋਏ ਆ, ਤੁਸੀਂ ਜਿਹੜੀ ਮੁਹਿੰਮ ਚਲਾਈ ਏ, ਤੇ ਮੈਨੂੰ ਲੱਗਦਾ ਕਿ ਜੇ ਅੱਜ ਵੀ 27 ਡਾਇਰੈਕਟਰ ਇੱਕ ਜਗ੍ਹਾ ਇਕੱਠੇ ਹੋ ਜਾਣ ਤੇ ਮੇਰਾ ਖਿਆਲ 10 ਮਿੰਟ ਦੇ ਵਿਚਕਾਰ ਕੋਈ ਨਾ ਕੋਈ ਹੱਲ ਨਿਕਲ ਜਾਵੇਗਾ। ਲੇਕਿਨ ਇਹਦੇ ਵਿਚਕਾਰ ਮੈਨੂੰ ਕਹਿਣ ਲੱਗਿਆ ਕੋਈ ਸੰਕੋਚ ਨਹੀਂ। ਪਹਿਲਾਂ ਭਾਈ ਸਾਹਿਬ ਹੋਣਾ ਨੇ ਵੀ ਕਿਹਾ ਹੈ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਮਨਸ਼ਾ ਜਿਹੜੀ ਉਹ ਮੈਨੂੰ ਠੀਕ ਨਹੀਂ ਲੱਗਦੀ। ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ, ਕਿਉਂਕਿ ਇਹ ਪੂਰਾ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਬੈਠੀ ਹੈ, ਉਹ ਯੂਪੀ ਜਾਂ ਉੱਤਰਾਖੰਡ ਨਹੀਂ, ਦੁਨੀਆ ਦੇ ਕੋਨੇ-ਕੋਨੇ ਦੇ ਵਿਚਕਾਰ ਜਿਹੜਾ ਇਹ ਮੈਸੇਜ ਜਾ ਰਿਹਾ ਹੈ ਨਾ, ਇਹ ਬਹੁਤ ਗਲਤ ਮੈਸੇਜ ਜਾ ਰਿਹਾ ਹੈ। ਹੰਸਪਾਲ ਜੀ, ਜਿਹੜਾ ਅਸੀਂ 6-7 ਦਿਨ ਕਵਰ ਕੀਤਾ ਹੈ, ਜਿਹੜੇ ਮਸਲੇ ਕਵਰ ਕੀਤੇ ਨੇ, ਤੁਸੀਂ ਮੰਨੋਗੇ ਨਹੀਂ ਅੱਜ ਮੈਨੂੰ ਪ੍ਰੋਗਰਾਮ ਕਿਉਂ ਕਰਨਾ ਪਿਆ? ਕਿਉਂਕਿ ਵੇਖੋ, ਜਦੋਂ ਅਸੀਂ ਕੋਈ ਮੁਹਿੰਮ ਛੇੜਦੇ ਆ ਨਾ, ਉਹਨੂੰ ਅਗਰ ਅਸੀਂ ਅੱਧ ਵਿਚਕਾਰ ਛੱਡਦੇ ਆ ਨਾ, ਤੇ ਸਾਡੇ ਕੋਲ ਮੈਸੇਜ ਜਿਹੜੇ ਆਉਂਦੇ ਨੇ, ਕਾਲਾਂ ਆਉਂਦੀਆਂ ਨੇ, ਅਸੀਂ ਕੱਲੇ ਨੂੰ ਦੱਸ ਕੇ ਪਰੇਸ਼ਾਨ ਹੋ ਜਾਂਦੇ ਆ। ਇਹ ਤੁਹਾਡੇ ਨਾਲ ਪ੍ਰੋਗਰਾਮ ਕਰਨ ਦਾ ਮੇਰਾ ਮਕਸਦ ਇਹੋ ਹੀ ਹੈ ਕਿ ਜਿਹੜੀ ਸੰਗਤ ਜਾਣਨਾ ਚਾਹੁੰਦੀ ਹੈ ਕਿ ਜੋ ਉੱਥੇ ਇੱਕ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਨੇ, ਹੁਣ ਉੱਥੇ ਦੀ ਅਪਡੇਟ ਕੀ ਹੈ, ਕਿ ਸਾਡੇ ਲਈ ਵੀ ਫਿਰ ਮਜਬੂਰੀ ਹੋ ਜਾਂਦੀ ਹੈ ਕਿ ਸਾਡੇ ਵੀ ਅਸੀਂ ਰਿਸਪੌਂਸਲ ਆਪਣੇ ਆਪ ਨੂੰ ਸਮਝਦੇ ਹਾਂ ਕਿ ਅਗਰ ਅਸੀਂ ਚੈਨਲ ਚਲਾਉਂਦੇ ਹਾਂ ਤੇ ਉਹਨਾਂ ਨੂੰ ਪਲ ਦੀ ਅਪਡੇਟ ਦਈਏ ਉੱਥੇ ਹੋ ਕੀ ਰਿਹਾ। ਪ੍ਰੋਫੈਸਰ ਸਿੰਘ ਜੀ, ਕਿ ਗੁੱਟਬਾਜੀ ਠੀਕ ਆ? ਨਹੀਂ, ਗੁੱਟਬਾਜੀ ਦੀ ਦੇਖੋ ਬਹੁਤ ਗਲਤ ਆ। ਗੁੱਟਬਾਜੀ ਮੈਨੂੰ ਤਾਂ ਕੋਈ ਗੁੱਟਬਾਜੀ ਲੱਗਦੀ ਨਹੀਂ। ਬਸ ਇਹ ਹੈ ਕਿ ਆਪਸੀ ਤਾਲਮੇਲ ਨਹੀਂ ਹੋ ਪਾ ਰਿਹਾ ਡਾਇਰੈਕਟਰਾਂ ਦਾ। ਕਿ ਜਿਵੇਂ ਮੈਂ ਇਹਨਾਂ ਨੂੰ ਪਹਿਲੀ ਵਾਰ ਦੇਖਿਆ, ਮੈਨੂੰ ਇਹ ਨਹੀਂ ਪਤਾ ਸੀ ਕਿ ਇਹ ਡਾਇਰੈਕਟਰ ਸਾਹਿਬ ਹੈਗੇ ਨੇ। ਮੈਂ ਪੁੱਛਿਆ ਇਹਨਾਂ ਦਾ, ਫਿਰ ਇਹਨਾਂ ਨੇ ਦੱਸਿਆ, ਇਹਨਾਂ ਨੇ ਮੇਰੇ ਬਾਰੇ ਪਤਾ ਕੀਤਾ। ਇਹ ਡਾਇਰੈਕਟਰਾਂ 'ਚ ਆਪਸੀ ਤਾਲਮੇਲ ਨਹੀਂ ਹੋ ਰਿਹਾ, ਇਸ ਕਰਕੇ ਇਹ ਲੋਕਾਂ ਨੂੰ ਇਹ ਲੱਗ ਰਿਹਾ ਕਿ ਉੱਥੇ ਗੁੱਟ ਬਣੇ ਹੋਏ ਆ। ਨਹੀਂ, ਜੇ ਹੁਣ ਜਿਵੇਂ ਅਸੀਂ ਕੋਸ਼ਿਸ਼ ਕੀਤੀ ਹੈ, ਚਲੋ ਜਿਵੇਂ ਤੁਸੀਂ ਦੋਵੇਂ ਆਏ ਸਿਰ ਮੱਥੇ ਪਰੋ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਇੱਕ ਨਵੀਂ ਮੁਹਿੰਮ ਦੀ ਆਪਾਂ ਸ਼ੁਰੂਆਤ ਕੀਤੀ। ਐਸਾ ਨਹੀਂ ਹੋ ਸਕਦਾ ਕਿ 5-7 ਮੈਂਬਰ ਤੁਹਾਡੇ ਡਾਇਰੈਕਟਰ ਆ ਜਾਣ, 5-7 ਅਸੀਂ ਸਾਂਝੇ ਤੌਰ ਤੇ ਸੰਗਤ ਦੇ ਸਾਹਮਣੇ ਅਸੀਂ ਚਰਚਾ ਕਰ ਦਈਏ ਯਾਰ ਕੀ ਮਤਲਬ ਇਹ ਬਈ ਕਰਨੀ ਤਾਂ ਗੁਰੂ ਘਰ ਦੀ ਸੇਵਾ ਹੀ ਹੈ ਨਾ, ਜਾਂ ਉੱਥੇ ਚੌਧਰ ਜਾਂ ਸੇਵਾ ਦੇ ਲਈ ਕੋਈ ਚੌਧਰ ਦੀ ਲੋੜ ਹੈ, ਜਾਂ ਪੁਰਾਣੇ ਜਿਹੜੇ ਵਿਵਾਦ ਨੇ ਉਹਨੂੰ ਆਪਾਂ ਖਤਮ ਕਰੀਏ। ਮੈਂ ਪਹਿਲਾਂ ਵੀ ਇੱਕ ਬੇਨਤੀ ਕੀਤੀ ਸੀਗੀ ਆਪ ਜੀ ਦੇ ਸਮਕਸ਼ ਵੀ ਮੇਰਾ ਖਿਆਲ ਹੈ ਕਿ ਸਾਰੇ ਹੀ ਜਿਹੜੇ ਡਾਇਰੈਕਟਰ ਨੇ ਨਾ, ਉਹ ਸਾਡੇ ਵਰਗੇ ਨਹੀਂ ਗੇ, ਉਹ ਕਿਤੇ ਨਾ ਕਿਤੇ ਸੰਕੋਚ ਕਰਦੇ ਪਏ ਹੈਗੇ ਨੇਗੇ। ਜੇ ਕੋਈ ਇਦਾਂ ਦਾ ਪਲੇਟਫਾਰਮ ਤਿਆਰ ਹੁੰਦਾ ਹੈ, ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈਗਾ ਹੈ, ਸਾਰੇ ਇੱਕ ਪਲੇਟਫਾਰਮ ਦੇ ਉੱਤੇ ਆ ਕੇ ਗੱਲ ਕਰਦੇ ਨੇਗੇ, ਤੇ ਮੈਨੂੰ ਲੱਗਦਾ ਕਿ ਬਹੁਤ ਛੇਤੀ ਜਿਹੜਾ ਹੈ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੁਣਾਵ ਹੋ ਸਕਦਾ ਹੈ। ਤੁਸੀਂ ਲੰਮੇ ਸਮੇਂ ਤੋਂ ਤੁਸੀਂ ਕੋਸ਼ਿਸ਼ ਕਰ ਰਹੇ ਹੋ 6-7 ਦਿਨ, ਆਖਰ ਦਿੱਕਤ ਹੈ ਕਿੱਥੇ, ਪ੍ਰੋਬਲਮ ਹੈ ਕਿੱਥੇ? ਪ੍ਰੋਫੈਸ਼ਨਲ ਜੀ ਤੋਂ ਵਿਊ ਲੈਣੇ, ਉਸ ਤੋਂ ਬਾਅਦ ਤੁਹਾਡੇ ਕੋਲ
ਪ੍ਰਭਸ਼ਰਨ ਸਿੰਘ ਜੀ, ਤੁਹਾਨੂੰ ਕੀ ਲੱਗਦਾ ਪ੍ਰੋਬਲਮ ਆਖਰ ਕਿੱਥੇ ਹੈ? ਪ੍ਰੋਬਲਮ ਜੀ ਉਹਨੇ ਦੱਸਿਆ ਜਿਵੇਂ ਕਿ ਆਪਸ ਤਾਲਮੇਲ ਨਹੀਂ ਹੋ ਪਾ ਰਿਹਾ ਇਹਨਾਂ ਦਾ, ਜਿਹੜੇ ਡਾਇਰੈਕਟਰ ਬਣੇ ਆ ਉਹ ਅਸਲ 'ਚ ਇਹਦੇ ਕੋਈ ਮਤਲਬ ਇਹ ਵੀ ਨਹੀਂ ਕਿ ਡਾਇਰੈਕਟਰਾਂ ਦਾ ਤਾਲਮੇਲ ਨਹੀਂ ਹੋ ਪਾ ਰਿਹਾ। ਇਹਦੇ ਵਿੱਚ ਇਹ ਕਿ ਇੱਕ ਦੂਜੇ ਤੇ ਆਰੋਪ ਲੱਗ ਰਿਹਾ ਕਿ ਹਾਂ ਯਾਰ ਉਹ ਬੰਦਾ ਗਲਤ ਆ ਤੇ ਦੂਜੀ ਪਾਰਟੀ ਕਰੀ ਉਹ ਬੰਦਾ। ਪਾਰਟੀ ਵਾਈਜ਼ ਦੇਖੋ, ਜਿਹੜਾ ਕਾਰ ਸੇਵਾ ਨੇ ਕੰਮ ਕਰਨਾ ਉਹ ਕਾਰ ਸੇਵਾ ਆਪਣਾ ਕੰਮ ਕਰੀ ਜਾਵੇ। ਕਾਰ ਸੇਵਾ ਕਰਦੇ ਠੀਕ ਹੈ, ਗੁਰੂ ਘਰ ਦੀ ਸੇਵਾ ਕਰਨਾ ਚਾਹੁੰਦਾ ਗੁਰੂ ਘਰ ਦੀ ਸੇਵਾ ਕਰੇ। ਅਸੀਂ ਕਮੇਟੀ ਨੂੰ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਦੇਣੀ। ਜੇ ਸੇਵਾ ਕਰਨਾ ਚਾਹੁੰਦਾ ਗੱਲ ਕਰੀ ਜਾਵੇ। ਜੇ ਅਸੀਂ ਮੰਨੀਏ, ਜਿੱਥੋਂ ਤੱਕ ਮੰਨੀਏ, ਜੇ ਇੱਕ ਕਿਸਾਨੀ ਅੰਦੋਲਨ ਲੈ ਲਓ ਤੁਸੀਂ, ਜੇ ਕਿਸਾਨੀ ਅੰਦੋਲਨ 'ਚ ਜੇ ਸਭ ਤੋਂ ਵੱਡਾ ਯੋਗਦਾਨ ਕਾਰ ਸੇਵਾ ਵਾਲਿਆਂ ਦਾ ਰਿਹਾ, ਅਸੀਂ ਉੱਥੇ ਦੇਖਿਆ ਕਿ ਜਿੰਨਾ ਯੋਗਦਾਨ ਕਾਰ ਸੇਵਾ ਵਾਲਿਆਂ ਦਾ ਰਿਹਾ ਕਿ ਉਹਨਾਂ ਯੋਗਦਾਨ ਗੁਰੂ ਘਰਾਂ ਦਾ ਨਹੀਂ ਰਿਹਾ। ਠੀਕ ਹੈ, ਕਾਰ ਸੇਵਾ ਵਾਲੇ ਜੇ ਇੱਥੇ ਵੀ ਇਹ ਮੁੱਦਾ ਕਾਰ ਸੇਵਾ ਵਾਲਿਆਂ ਦਾ ਕਿ ਇਹ ਦੂਜੇ ਗੁੱਟ ਕਹਿੰਦੇ ਕਿ ਹਾਂ ਸਾਡਾ ਦੇਖੋ ਆਰੋਪ ਤਾਂ ਲੱਗੇ, ਜੇ ਗਲਤੀਆਂ ਸਾਡੀ ਉਹਨਾਂ ਦੀ ਡਾਇਰੈਕਟਰਾਂ ਦੀ ਆਪਸ 'ਚ ਤਾਲਮੇਲ ਨਹੀਂ ਹੋਇਆ ਤਾਂ ਹੀ ਗਲਤੀਆਂ ਹੋਈਆਂ ਇਹ। ਤੇ ਆਪ ਜੇ ਆਰੋਪ ਨਹੀਂ ਲਾਉਣੇ ਚਾਹੀਦੇ, ਜੇ ਕਾਰ ਸੇਵਾ ਵਾਲਾ ਉਹਨੂੰ ਕਰਨ ਤੋਂ ਵੀ ਹਾਂ ਜੀ ਕਮੇਟੀ ਨੂੰ ਨਹੀਂ ਰੋਕਣਾ ਚਾਹੁੰਦਾ, ਜੋ ਚੰਗਾ ਕੰਮ ਕਰ ਰਿਹਾ ਗੁਰੂ ਘਰ ਦੀ ਬਿਲਡਿੰਗ ਬਣਾਉਣਾ ਚਾਹੁੰਦਾ ਜਾਂ ਹੋਰ ਕੋਈ ਕੰਮ ਸੇਵਾ ਲੈਣਾ ਚਾਹੁੰਦਾ, ਦਿਓ ਉਹਨਾਂ ਨੂੰ ਗੁਰੂ ਘਰ ਦਾ ਜੇ ਕੰਮ। ਦੇਖੋ ਮੈਂ ਇਹਨਾਂ ਦਾ ਰਿਵਿਊ ਲਾਣਾ। ਹੰਸਪਾਲ ਜੀ, ਚਰਚਾ ਇਹ ਵੀ ਛਿੜੀ ਹੋਈ ਹੈ ਕਿ ਇੱਕ ਗੁਰੂ ਦਾ ਫੋਕਸ ਕੇਵਲ ਕਾਰ ਸੇਵਾ ਹੈ, ਕਿਉਂਕਿ ਨਾ ਜਿਵੇਂ 6-7 ਦਿਨ ਤੋਂ ਅਸੀਂ ਕਵਰ ਕੀਤਾ ਨਾ, ਕਈ ਪ੍ਰਤੀਆਂ ਸਾਡੇ ਕੋਲ ਆਉਂਦੇ ਸਹੀ ਮੈਸੇਜ ਪਾਉਂਦੇ ਨੇ, ਕਹਿੰਦੇ ਕਿ ਇੱਕ ਕੁਝ ਬੰਦਿਆਂ ਦਾ ਫੋਕਸ ਕੇਵਲ ਕਾਰ ਸੇਵਾ ਹੈ। ਤੁਹਾਨੂੰ ਤੁਸੀਂ ਇਤਫਾਕ ਰੱਖਦੇ ਹੋ? ਨਹੀਂ, ਮੈਂ ਇਹਨਾਂ ਦੀ ਗੱਲ ਤੋਂ ਸਹਿਮਤ ਹੈਗਾ ਵਾਂ ਕਿ ਦੇਖੋ ਜੇ ਕਾਰ ਸੇਵਾ ਦੀ ਆਪਣੀ ਇੱਕ ਮਰਿਆਦਾ ਹੈ ਤੇ ਕਾਰ ਸੇਵਾ ਆਪਣਾ ਕੰਮ ਕਰੇ, ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਉਹ ਆਪਣਾ ਕੰਮ ਕਰੇ। ਹਮੇਸ਼ਾ ਹੀ ਅਸੀਂ ਜਿੱਥੇ ਵੀ ਕਾਰ ਸੇਵਾ ਹੈਗੀ ਹੈ, ਆਪ ਬਹੁਤ ਭਲੀ ਭਾਂਤੀ ਜਾਣਦੇ ਹੋ ਕਿ ਜਿਹੜੀ ਮੈਨੇਜਮੈਂਟ ਕਮੇਟੀਆਂ ਨੇਗੀਆਂ ਉਹ ਕਾਰ ਸੇਵਾ ਨੂੰ ਜ਼ਿੰਮੇਵਾਰੀਆਂ ਦਿੰਦੀਆਂ ਨੇ ਬਿਲਡਿੰਗ ਦੀਆਂ, ਤੇ ਉਹ ਬਿਲਡਿੰਗ ਬਣਾ ਕੇ ਤੇ ਆਪਣਾ ਜਿਹੜਾ ਅਗਲਾ ਉਹਨਾਂ ਦਾ ਕੰਮ ਹੈਗਾ ਉਹਦੇ ਤੇ ਸ਼ੁਰੂਆਤ ਕਰ ਦਿੰਦੇ ਨੇਗੇ। ਇੱਥੇ ਕਿਤੇ ਨਾ ਕਿਤੇ ਜੇਕਰ ਕੋਈ ਦਖਲਅੰਦਾਜ਼ੀ ਸਾਰਿਆਂ ਨੂੰ ਦਿਸਦੀ ਪਈ ਹੈ ਹੁੰਦੀ ਹੈ ਤੇ ਉਹ ਗਲਤ ਹੈਗੀ ਹੈ। ਮੈਂ ਫਿਰ ਵੀ ਬੇਨਤੀ ਕਰਾਂਗਾ ਕਿ ਸਾਡੀ ਕਾਰ ਸੇਵਾ ਦਾ ਇੱਕ ਬਹੁਤ ਵੱਡਾ ਯੋਗਦਾਨ ਹਰ ਜਗ੍ਹਾ ਰਹਿੰਦਾ ਹੈ, ਤੇ ਇੱਥੇ ਵੀ ਕਾਰ ਸੇਵਾ ਜੇ ਹੈਗੀ ਹੈ, ਬਾਬਾ ਜੀ ਆਪਣਾ ਕੰਮ ਕਰਨ, ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਬਣੀ ਹੈ ਉਹ ਆਪਣਾ ਕੰਮ ਕਰਨ। ਜੇ ਦੋਨੋਂ ਹੀ ਇੱਕ ਦੂਜੇ ਦੇ ਕੰਮ ਦੇ ਵਿਚਕਾਰ ਕੋਈ ਅੜੰਗਾ ਨਾ ਲਾਉਣ ਤੇ ਮੈਨੂੰ ਨਹੀਂ ਗਾ ਲੱਗਦਾ ਵੀ ਜਿਹੜੇ ਪਿਛਲੇ ਦਿਨੀ ਵੀ ਜਿਹੜੇ ਵਿਵਾਦ ਹੋਏ ਨੇਗੇ ਇਦਾਂ ਦੇ ਵਿਵਾਦ ਹੋਰ ਸਾਹਮਣੇ ਆਉਂਦੇ। ਤੁਹਾਨੂੰ ਲੱਗਦਾ ਹੈ ਕਾਰ ਸੇਵਾ ਅੜੰਗਾ ਹੈ ਕਿਸੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਕਾਸ ਵਿੱਚ ਜਾਂ ਉੱਥੇ ਤੁਹਾਨੂੰ ਮਹਿਸੂਸ ਹੁੰਦਾ? ਨਹੀਂ, ਮੇਰਾ ਖਿਆਲ ਹੈਗਾ ਕਿ ਇਹ ਕਾਰਨ ਇੱਥੇ ਨਾਨਕਮਤਾ ਸਾਹਿਬ ਹੀ ਕਿਉਂ ਹੈਗਾ। ਕਾਰ ਸੇਵਾ ਮੇਰਾ ਖਿਆਲ ਦੁਨੀਆ ਦੇ ਵਿਚਕਾਰ ਬਹੁਤ ਸਾਰੇ ਗੁਰਦੁਆਰੇ ਹੈਗੇ ਨੇਗੇ, ਇਤਿਹਾਸਕ ਗੁਰਦੁਆਰੇ ਨੇ, ਉੱਥੇ ਕਾਰ ਸੇਵਾ ਸੰਪਰਦਾਵਾਂ ਆਪਣਾ ਕੰਮ ਕਰਦੀਆਂ ਨੇ। ਆਖਰ ਇਹ ਨਾਨਕਮਤਾ ਸਾਹਿਬ ਦੇ ਵਿਚਕਾਰ ਹੀ ਇਦਾਂ ਦੀ ਦਿੱਕਤ ਕਿਉਂ ਆ ਰਹੀ ਹੈ? ਖਾਲੀ ਇੱਕ ਹੀ ਗੁਰਦੁਆਰਾ ਹੈਗਾ ਨਾ ਨਾਨਕਮਤਾ ਸਾਹਿਬ, ਬਾਕੀ ਹਰ ਜਗ੍ਹਾ ਕਾਰ ਸੇਵਾ ਆਪਣਾ ਕੰਮ ਕਰਦੀ ਹੈ। ਮੇਰਾ ਖਿਆਲ ਇੱਥੇ ਵੀ ਜੇ ਅਗਰ ਪ੍ਰਬੰਧਕ ਕਮੇਟੀ ਆਪਣਾ ਕੰਮ ਕਰੀ ਜਾਏ, ਕਾਰ ਸੇਵਾ ਆਪਣਾ ਕਰੀ ਜਾਏ, ਵਿਵਾਦ ਹੈ ਕਿੱਥੇ? ਮੈਨੂੰ ਇਹੋ ਹੀ ਲੱਗਦਾ ਹੈਗਾ ਕਿ ਵੀਰ ਜੀ ਜਿਹੜੀਆਂ ਪਿਛਲੀਆਂ ਚੀਜ਼ਾਂ ਹੋਈਆਂ ਨੇ ਮੈਂ ਉਹਦੇ ਉੱਤੇ ਨਾ ਜਾ ਕੇ ਅੱਜ ਮੈਂ ਇਹੋ ਹੀ ਬੇਨਤੀ ਆਪ ਜੀ ਦੇ ਚਰਨਾਂ ਦੇ ਵਿਚਕਾਰ ਕਰਨਾ ਚਾਹੁੰਦਾ ਵੀ ਜਿਹੜੇ 27 ਡਾਇਰੈਕਟਰ ਚੁਣ ਕੇ ਆਏ ਨੇਗੇ ਬੜੇ ਸੂਝਵਾਨ ਨੇ। ਇਹਨਾਂ ਨੇ ਪਿਛਲੇ 18 ਸਾਲ ਜਿਹੜੇ ਹੈਗੇ ਨੇਗੇ ਜਿਹੜਾ ਉੱਥੇ ਮੈਨੇਜਮੈਂਟ ਹੈਗਾ ਹੀਗਾ ਪ੍ਰਸ਼ਾਸਨ ਦੇ ਕੋਲ ਉਹ ਵੀ ਵੇਖਿਆ ਹੈ ਤੇ ਪਿਛਲੇ 5 ਸਾਲ ਵੀ ਵੇਖੇ ਨੇਗੇ। ਲੇਕਿਨ ਹੁਣ ਜਿਹੜੇ ਚੁਣ ਕੇ ਆਏ ਨੇ ਨਾ, ਇਹ ਇੱਕ ਕਰੀਮ ਆਈ ਏ ਹਰ ਜਗ੍ਹਾ ਤੋਂ। ਅਸੀਂ ਭਾਜੀ ਇਹੋ ਤਾਂ ਖੱਪਦੇ ਫਿਰਦੇ ਆ, ਜਿਹੜੀ ਕਰੀਮ ਆਈ ਏ ਉਹਨਾਂ ਨੂੰ ਇਕੱਠੇ ਬਿਠਾਇਆ ਕਿ ਉਹਦਾ ਕੋਈ ਬੈਨੀਫਿਟ ਕਿਉਂ ਨਾ ਲਈਏ। ਵੀ ਵੇਖੋ, ਤੁਸੀਂ ਮੰਨਦੇ ਹੋ ਕਿ ਭਾਈ ਸਾਹਿਬ ਤੇ ਪਹਿਲਾਂ ਬੜੇ ਵੱਡੇ ਆਰੋਪ ਲੱਗਦੇ ਰਹੇ, ਇੱਕ ਮਾਹੌਲ ਇਹਦਾ ਕੀ ਯਾਰ ਕਿ ਇਹਨਾਂ ਦੀ ਛਵੀ ਕੀ, ਤੁਸੀਂ ਆਪ ਇਹਨਾਂ ਨਾਲ ਮਿਲੇ ਹੋ, ਤੁਸੀਂ ਇਹਨਾਂ ਨੂੰ ਵਿਚਾਰਾਂ ਦਾ ਲੱਗਦਾ ਕਿ ਇਹਨਾਂ ਦੇ ਕੋਲ ਕੋਈ ਨੈਗੇਟਿਵ। ਵੇਖੋ ਜੀ, ਤੁਸੀਂ ਅੱਜ ਬਹੁਤ ਅੱਛੀ ਸ਼ੁਰੂਆਤ ਕੀਤੀ ਹੈ ਤੇ ਮੈਨੂੰ ਲੱਗਦਾ ਹੈ ਕਿ ਸ਼ਾਮ ਤੱਕ ਜਿਹੜੇ ਵੀ ਤੁਹਾਡੇ ਸਰੋਤੇ ਇਸ ਚੈਨਲ ਨੂੰ ਦੇਖ ਰਹੇ ਨੇਗੇ ਤੇ ਮੈਨੂੰ ਲੱਗਦਾ ਇਹਦੇ ਨਾਲ ਜਿਹੜੇ ਡਾਇਰੈਕਟਰ ਬੈਠੇ ਨੇ ਨਾ ਉਹ ਵੀ ਦੇਖ ਰਹੇ ਹੋਣਗੇ, ਤੇ ਮੈਨੂੰ ਲੱਗਦਾ ਹੈ ਕਿ ਇਸ ਮੁਹਿੰਮ ਦਾ ਕਿਤੇ ਨਾ ਕਿਤੇ ਅਸਰ ਹੋਵੇਗਾ। ਤੇ ਇਹਦੇ ਨਾਲ ਹੀ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਵੀ ਬਹੁਤ ਲੰਮਾ ਟਾਈਮ ਹੋ ਗਿਆ ਹੈ, ਪ੍ਰਸ਼ਾਸਨ ਨਾਲ ਤੁਸੀਂ ਸੰਪਰਕ ਨਹੀਂ ਕੀਤਾ, ਆਖਰ ਕਿਉਂ ਹੋਰ ਸਥਗਿਤ ਕੀਤਾ ਗਿਆ? ਜੈ ਭਾਰਤ ਸਿੰਘ ਜੀ ਜਿਹੜੇ ਚੋਣ ਅਧਿਕਾਰੀ ਨੇ, ਤੁਹਾਡੀ ਗੱਲਬਾਤ ਹੋਈ ਹੈ ਅੱਜ ਕੱਲ੍ਹ ਚ? ਹਾਂ, ਲਗਾਤਾਰ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ। ਜਿਸ ਦਿਨ ਅਸੀਂ ਚੁਣਾਵ ਜਿੱਤ ਕੇ ਆਏ ਹਾਂ ਤੇ ਪਹਿਲਾਂ 29 ਤਰੀਕ ਸੀ, ਉਸ ਦਿਨ ਵੀ ਮੇਰੀ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਸਦਨ ਚੱਲ ਰਿਹਾ ਹੈ ਤੇ ਇਸ ਕਰਕੇ ਇਹਨੂੰ 2-3 ਦਿਨ ਜਿਹੜੀ ਪ੍ਰਕਿਰਿਆ ਜਿਹੜੀ ਅੱਗੇ ਕੀਤੀ ਜਾ ਰਹੀ ਹੈ। ਤੇ ਲੇਕਿਨ 2-3 ਦਿਨ ਹੋਣ ਤੋਂ ਬਾਅਦ ਅੱਜ ਮੇਰਾ ਖਿਆਲ ਹੈ ਕਿ ਇਸ ਗੱਲ ਨੂੰ ਕਿੱਥੇ 28 ਤਰੀਕ ਤੇ ਅੱਜ 4 ਤਰੀਕ ਹੋ ਗਈ ਹੈ, ਉਹਦੇ ਤੋਂ ਬਾਅਦ ਵੀ ਜੇਕਰ ਕਿਤੇ ਨਾ ਕਿਤੇ ਵੀਰ ਜੀ ਇਹ ਬੜਾ ਸੋਚਣ ਵਾਲਾ ਵਿਸ਼ੇ ਆ, ਜੇ ਕਿਤੇ ਉਹ ਤਰੀਕ ਸਾਡੇ ਸਾਹਮਣੇ ਨਹੀਂ ਆ ਰਹੀ ਤੇ ਅਸੀਂ ਕਿਤੇ ਨਾ ਕਿਤੇ ਤਾਂ ਬੰਦਾ ਸੋਚਣ ਨੂੰ ਮਜਬੂਰ ਹੈਗਾ ਹੈ ਕਿ ਇਹਦੇ ਪਿੱਛੇ ਕਿਹੜੀਆਂ ਤਾਕਤਾਂ। ਕਾਰਨ ਕੀ ਦੱਸਦੇ ਨੇ ਹੁਣ, ਜਿਵੇਂ ਤੁਹਾਡੀ ਅੱਜ ਕੱਲ੍ਹ 'ਚ ਗੱਲ ਹੋਈ? ਨਹੀਂ, ਕੋਈ ਕਾਰਨ ਨਹੀਂ ਨਿਕਲ ਕੇ ਆ ਰਿਹਾ ਜੀ। ਅੱਜ ਕਰਦੇ ਆ, ਕੱਲ ਕਰਦੇ ਆ, ਬਸ ਇਹੋ ਹੀ ਸੁਣਨ ਦੇ ਵਿਚਕਾਰ ਆ ਰਿਹਾ ਹੈ। ਲੇਕਿਨ ਮੈਨੂੰ ਲੱਗਦਾ ਹੈ ਕਿ ਜੇ ਉਹ ਤਰੀਕ ਦੇ ਦੇਣ ਤਾਂ 2 ਦਿਨਾਂ ਦੇ ਵਿਚਕਾਰ ਇੱਕ ਬਹੁਤ ਅੱਛਾ ਰਿਜ਼ਲਟ ਜਿਹੜਾ ਉਹ ਆਪ ਜੀ ਦੇ ਸਾਹਮਣੇ ਆਏਗਾ। ਅਗਰ ਮੰਨ ਲਓ ਤਰੀਕ ਨਹੀਂ ਨਿਰਧਾਰਿਤ ਹੋ ਪਾ ਰਹੀ,
ਉਸ ਤੋਂ ਪਹਿਲਾਂ ਕਿਉਂ ਨਾ ਤੁਸੀਂ ਕੋਸ਼ਿਸ਼ ਕਰਕੇ 27 ਦੇ 27 ਮੈਂਬਰ ਆਪਸ ਵਿੱਚ ਵੀ ਇੱਕ ਏਕਾ ਕਰ ਲਓ, ਤੇ ਏਕਾ ਜੇ ਤੁਹਾਡਾ ਹੋ ਜਾਏਗਾ ਤਾਂ ਬੜਾ ਈਜ਼ੀ ਨਹੀਂ ਹੋ ਜਾਏਗਾ ਸਰ? ਨਹੀਂ, ਬਿਲਕੁਲ ਅੱਛੀ ਗੱਲ ਹੈਗੀ ਹੈ। ਤੇ ਮੈਂ ਤੇ ਆਪਣੇ ਆਪ ਜੀ ਦੇ ਚੈਨਲ ਦੇ ਰਾਹੀਂ ਜਿਹੜੇ ਸਾਡੇ ਡਾਇਰੈਕਟਰ ਵੀ ਮੈਨੂੰ ਇਸ ਗੱਲ ਨੂੰ ਸੁਣਦੇ ਹੋਣ, ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਆਓ ਅਸੀਂ ਸਾਰੇ ਜਣੇ ਇਕੱਠੇ ਹੋ ਕੇ, ਕਿਉਂਕਿ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪ ਜੀ ਨੂੰ ਇੱਕ ਮੌਕਾ ਦਿੱਤਾ ਹੈ। ਇਹੋ ਜਿਹੇ ਮੌਕੇ ਬਾਰ-ਬਾਰ ਨਹੀਂ ਆਉਂਦੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਜਿਹੜੀ ਸੇਵਾ ਹੈ ਬੜੇ ਵਿਚਲੀਆਂ ਰੂਹਾਂ ਨੂੰ ਮਿਲਦੀ ਹੈ। ਤੇ ਮੈਂ ਸਾਰੇ ਆਪਣੇ ਡਾਇਰੈਕਟਰ ਜਿਹੜੇ ਨੇਗੇ, ਜਿਹੜੇ ਕਿਸੇ ਦਾ ਪੱਖ ਨਾ ਲੈਂਦੇ ਹੋਏ, ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਇਹ ਜਿਹੜਾ ਸਮਾਂ ਆਪਣਾ ਵਿਰਥਾ ਨਾ ਜਾਣ ਦਿਓ। ਆਓ ਅਸੀਂ ਸਾਰੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਜਿਹੜੀ ਸਾਨੂੰ ਸੇਵਾ ਮਿਲੀ ਹੈ, ਅਸੀਂ ਸਾਰੇ ਰਲ ਮਿਲ ਕੇ ਸੇਵਾ ਕਰੀਏ। ਪ੍ਰੋਫੈਸਰ ਸਿੰਘ ਜੀ, ਤੁਹਾਨੂੰ ਕੀ ਲੱਗਦਾ ਪ੍ਰੋਬਲਮ ਕਿੱਥੇ ਹੈ? ਚਲੋ ਕੁਝ ਹੋਰ ਤੁਹਾਡੇ ਮਨ 'ਚ ਕੋਈ ਇਸ ਤਰ੍ਹਾਂ ਦੇ ਵਿਚਾਰ ਹੋਣ ਜੋ ਤੁਹਾਨੂੰ ਤੁਸੀਂ ਸੰਗਤ ਦੇ ਸਮਕਸ਼ ਰੱਖਣਾ ਚਾਹੁੰਦੇ ਹੋ, ਕੁਝ ਵੀ ਤੁਹਾਡੇ ਗੱਲ 'ਚ ਗੱਲਾਂ ਰਹਿ ਗਈਆਂ ਹੋਣ। ਮੇਰਾ ਦੇਖੋ ਜੀ, ਸਾਡਾ ਮੇਨ ਮਕਸਦ ਇਹੀ ਆ ਕਿ ਗੁਰੂ ਘਰ ਦੇ ਕੰਮ ਹੋਣੇ ਚਾਹੀਦੇ ਆ। ਅਸੀਂ 2 ਭਰਾ ਬੈਠੇ ਆ, ਤੇ ਬਾਕੀਆਂ ਨੂੰ ਵੀ ਜਿਹੜੇ 27 ਦੇ 27 ਆ ਉਹਨਾਂ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਆ ਕੇ ਬੈਠਣਾ ਚਾਹੀਦਾ। ਆਪਸ 'ਚ ਰਜਾਮੰਦੀ ਕਰਕੇ ਜਿਹੜਾ ਇਸ ਮਤਲਬ ਸੇਵਾ ਦੇ ਲਾਇਕ ਹੈਗਾ ਕਿ ਮੁੱਖ ਪ੍ਰਧਾਨ ਦੇ ਲਾਇਕ ਜਿਹੜਾ ਹੈ, ਸੈਕਟਰੀ ਜਿਹੜਾ ਉਹਨੂੰ ਮੌਕਾ ਦਿੱਤਾ ਜਾਵੇ। ਉਹ ਮੌਕਾ ਇਹ ਨਹੀਂ ਕਿ ਜੇ ਉਹ ਕਹੇ ਕਿ ਮੈਨੂੰ ਪ੍ਰਧਾਨ ਬਣਾਤਾ ਤਾਂ ਮੈਂ ਆਪਦੀ ਮਰਜ਼ੀ ਕਰਾਂ। ਉਹ 27 ਨੂੰ ਪੁੱਛ ਕੇ ਉਹਨਾਂ ਦੀ ਸਲਾਹ ਲੈ ਕੇ, ਜੇ ਉਹ ਚੰਗੇ ਕੰਮ ਕਰਦਾ, 27 ਦੇ 27 ਡਾਇਰੈਕਟਰਾਂ ਦੀ ਸਲਾਹ ਨਾਲੇ ਕੰਮ ਹੋਣੇ ਚਾਹੀਦੇ ਗੁਰੂ ਘਰ ਦੇ। ਜਿਵੇਂ ਹੁਣ ਸਾਨੂੰ ਪਤਾ ਲੱਗਾ ਜਦੋਂ ਪਿਛਲੀ ਕਮੇਟੀ ਨੂੰ, ਜਦੋਂ ਰਿਸੀਵਰ ਨੇ ਇਸ ਕਮੇਟੀ ਜਿਹੜੀ ਪਿਛਲੀ ਕਮੇਟੀ ਬਣੀ ਸੀ 5 ਸਾਲ 'ਚ, ਉਹਨਾਂ ਕੋਲੇ ਪੌਣੇ 6 ਕਰੋੜ ਦੇ ਲਗਭਗ ਬਜਟ ਸੀਗਾ ਜਦੋਂ ਕਮੇਟੀ ਦੇ ਅੰਡਰ ਆਇਆ। ਯਾਨੀ ਕਿ ਜਦੋਂ ਰਿਸੀਵਰ ਨਿਯੁਕਤ ਸੀਗਾ, ਜਦੋਂ ਕਮੇਟੀ ਹੋਣ ਦੇ ਚਾਹੁੰਦੀ ਹੈ, ਤੁਸੀਂ ਕਹਿੰਦੇ ਹੋ ਕਿ ਲਗਭਗ 6.25 ਕਰੋੜ ਰੁਪਈਆ ਕਮੇਟੀ ਕੋਲ ਸੀਗਾ। ਕਿ ਹੁਣ ਅਸੀਂ ਦੇਖ ਹੀ ਰਹੇ ਹਾਂ ਉੱਥੇ ਗੁਰੂ ਘਰ ਦੇ ਕੋਈ ਖਾਸ ਕੰਮ ਨਹੀਂ, ਜਿਹੜੇ ਕੰਮ ਹੋਣੇ ਚਾਹੀਦੇ ਸੀ ਨਹੀਂ ਹੋ ਪਾ ਰਹੇ। ਸਿਰਫ ਆਪਸੀ ਇਹਨਾਂ ਦੀ ਲੜਾਈ ਕਰਕੇ ਉਹ ਗੁਰੂ ਘਰ ਦੇ ਕੰਮ ਵੀ ਰੁਕੇ। ਜਿੱਥੋਂ ਤੱਕ ਸਾਨੂੰ ਸੁਣਨ 'ਚ ਆ ਰਿਹਾ ਕਿ ਉਹ ਕਮੇਟੀ ਕੋਲੇ ਹੁਣ ਬਜਟ ਵੀ ਹੈ ਨਹੀਂਗਾ, ਨਾ ਦੇ ਬਰਾਬਰ ਬਜਟ ਆ। ਕਿਉਂਕਿ ਇਹ ਆਪਸੀ ਲੜਾਈ ਕਰਕੇ ਹੀ ਕੰਮ ਹੋਇਆ। ਤੇ ਮੈਂ ਡਾਇਰੈਕਟਰ ਅੱਗੇ ਬੇਨਤੀ ਕਰਨਾ ਚਾਹੁੰਦਾ, ਦੇਖੋ ਅੱਗੇ ਗੁਰੂ ਘਰ ਦੇ ਬਹੁਤ ਨੁਕਸਾਨ ਹੋ ਗਏ ਆ। ਉਹਨਾਂ ਇਹ ਪਿਛਲੇ ਨੁਕਸਾਨ ਹੁਣ ਨਾ, ਜਿਹੜੀ ਭਰਵਾਈ ਜੇ ਸਾਨੂੰ ਸੇਵਾ ਦਾ ਮੌਕਾ ਦਿੱਤਾ, ਤੇ ਜਿਹੜੇ ਪਿਛਲੇ ਨੁਕਸਾਨ ਹੋਏ ਅਸੀਂ ਆਪਣੇ ਹੁਣ ਬੈਠ ਕੇ ਦੁਬਾਰਾ ਸਾਰੇ ਦੇ ਸਾਰੇ 27 ਡਾਇਰੈਕਟਰ ਇਕੱਠੇ ਹੋ ਕੇ ਗੁਰੂ ਘਰ ਦੀ ਸੇਵਾ ਵਧੀਆ ਤਰੀਕੇ ਨਾਲ ਕਰੀਏ। ਜੇ ਕਾਰ ਸੇਵਾ ਵਾਲਾ ਕੰਮ ਆਪਣਾ ਕੋਈ ਕਰਨਾ ਚਾਹੁੰਦਾ ਉਹਨੂੰ ਕਰਨ ਦਿਓ, ਕਿ ਕਾਰ ਸੇਵਾ ਨੇ ਜਿਹੜੀ ਵੀ ਉਹਨੇ ਜ਼ਿੰਮੇਵਾਰੀ ਲੈਣੀ ਹੈ ਵੀ ਤੁਹਾਡੀ ਕਮੇਟੀ ਤੋਂ ਬਾਹਰ ਥੋੜੀ ਜਾਊਗਾ। ਜੇ ਕਮੇਟੀ ਨਾਲ ਸਲਾਹ ਕਰਕੇ ਕੰਮ ਕਰਨਾ ਚਾਹੁੰਦਾ, ਕਮੇਟੀ ਨਾਲ ਸਾਡੀ ਨਾਲ ਸਲਾਹ ਕਰੇ। ਜੇ ਉਹ ਕੋਈ ਜਿਹੜਾ ਕੰਮ ਵੀ ਕਰਨਾ ਚਾਹੁੰਦਾ, ਜੇ ਕਮੇਟੀ ਕਹਿੰਦੀ ਹਾਂ ਵੀ ਇਹਨੂੰ ਇਹ ਸੇਵਾ ਦਾ ਇਹਨੂੰ ਦੋ, ਬਿਲਡਿੰਗ ਦਾ ਦੋ, ਜੋ ਕੁਝ ਵੀ ਦੋ ਕਰੇ, ਅਸੀਂ ਨਹੀਂ ਮਨਾ ਕਰਦੇ ਸੀ। ਹੰਸਪਾਲ ਜੀ, ਭਾਈ ਸਾਹਿਬ ਨੇ ਇਹ ਕਿਹਾ, ਹਾਲਾਂਕਿ ਮੈਨੂੰ ਪੂਰੀ ਰਿਐਲਿਟੀ ਨਹੀਂ ਪਤਾ, ਕਹਿੰਦਾ ਰਿਸੀਵਰ ਜਦੋਂ ਬੈਠਾ ਸੀ ਉਸ ਤੋਂ ਬਾਅਦ ਜਦੋਂ ਕਮੇਟੀ ਹੋਣ ਦੇ 'ਚ ਆਈ ਹੈ 6.25 ਕਰੋੜ ਰੁਪਈਆ ਕਮੇਟੀ ਕੋਲ ਸੀ, ਤੇ ਹੁਣ ਕਹਿੰਦੇ ਹੁਣ ਬਜਟ ਦੀ ਕਮੀ ਹੈ। ਤੇ ਕੀ ਇਹ ਜਿਹੜਾ ਬਜਟ ਇੱਧਰ ਉੱਧਰ ਹੋਇਆ ਕਿ ਕਮੇਟੀ ਦੀ ਆਪਸੀ ਖਿੱਚਾਤਾਨੀ ਦਾ ਕਹੀਏ ਜਾਂ? ਹਾਂ, ਇੱਕ ਬਹੁਤ ਵੱਡਾ ਕਾਰਨ ਇਹੋ ਹੀ ਹੈਗਾ ਹੈ ਜੀ, ਕਮੇਟੀ ਦਾ ਆਪਸ ਦੇ ਵਿਚਕਾਰ ਤਾਲਮੇਲ ਨਹੀਂ ਸੀ। ਜਿੱਥੇ ਤੱਕ ਸਾਨੂੰ ਸੁਣਨ ਦੇ ਵਿਚਕਾਰ ਆਉਂਦਾ ਹੈ ਵੀ ਜਿਹੜੇ ਉੱਥੇ ਸਟਾਫ ਨੂੰ ਵੀ ਤਨਖਾਹ ਜਿਹੜੀ ਹੈਗੀ ਉਹ ਗੁਰੂ ਦੀ ਗੋਲਕ ਦੇ ਵਿੱਚੋਂ ਦਿੱਤੀ ਜਾ ਰਹੀ ਹੈ। ਉਹ ਵੀ ਇੱਕ ਬਹੁਤ ਵੱਡਾ ਕਾਰਨ ਹੈਗਾ ਹੈ। ਜੇ ਇਹੋ ਹੀ ਕਮੇਟੀ ਉੱਥੇ ਰਲ ਮਿਲ ਕੇ ਸਾਰਾ ਕੰਮ ਕਰਦੀ ਤੇ ਘੱਟ ਤੋਂ ਘੱਟ ਕੋਈ ਨਾ ਕੋਈ ਇਨਕਮ ਆਪਣੀਆਂ ਤਨਖਾਹਾਂ ਤੇ ਉਹ ਸਕੂਲ ਆਪਣੇ ਵੱਲੋਂ ਕੱਢ ਸਕਦਾ ਸੀ। ਦੇਖੋ, ਗੁਰੂ ਘਰ ਦੇ ਨਾ ਪ੍ਰਾਪਰਟੀ ਬਹੁਤ ਹੈ। ਜਿਵੇਂ ਹੁਣ ਸਾਨੂੰ ਪਤਾ ਲੱਗੇ 600-700 ਏਕੜ ਜ਼ਮੀਨ, ਹਾਲਾਂਕਿ ਜ਼ਮੀਨ ਹੈਗੀ ਸੀ ਬਹੁਤ ਜ਼ਿਆਦਾ, ਮਤਲਬ 4000 ਜਾਂ 4500 ਏਕੜ ਸੀ। ਚਲੋ ਕੋਈ ਨਾਨਕ ਸਾਗਰ ਡੈਮ ਤੇ ਚਲੀ ਗਈ, ਕੁਝ ਪ੍ਰਬੰਧਕ ਕਮੇਟੀ ਨਹੀਂ ਹੋਣ ਦੇ ਚਾਹੀਏ ਸੀ, ਖੁਰਦ-ਬੁਰਦ ਹੋ ਗਈ। ਲੇਕਿਨ ਹੁਣ ਜੇ ਜਿੰਨੀ ਪ੍ਰਾਪਰਟੀ ਬਚੀ ਹੋਈ ਹੈ ਉਹਨੂੰ ਵੀ ਅਗਰ ਸਹੀ ਤਰੀਕੇ ਦੇ ਨਾਲ ਅਸੀਂ ਯੂਜ਼ ਕਰੀਏ ਤਾਂ ਇਨਕਮ ਤਾਂ ਬਹੁਤ ਵੱਧ ਸਕਦੀ ਹੈ ਉੱਥੋਂ। ਮੇਰਾ ਖਿਆਲ ਹੈ ਵੀਰ ਜੀ, ਮੈਂ ਤੁਹਾਨੂੰ ਪਹਿਲਾਂ ਵੀ ਆਖਿਆ ਵੀ 27 ਡਾਇਰੈਕਟਰ ਜਿਹੜੇ ਬੜੇ ਸੂਝਵਾਨ ਚੁਣ ਕੇ ਆਏ ਨੇਗੇ, ਇਹਨਾਂ ਦੇ ਹੱਥ ਦੇ ਵਿਚਕਾਰ ਬਾਗਡੋਰ ਆਉਂਦੀ ਹੈ। ਤੇ ਮੈਨੂੰ ਲੱਗਦਾ ਕਿ ਪਿਛਲੀ ਵਾਲੀ ਪੁਨਰਾਵਰਤੀ ਜਿਹੜੀ ਹੈਗੀ ਹੈ ਉੱਥੇ ਦੁਬਾਰਾ ਫਿਰ ਉੱਥੇ ਸ਼ੁਰੂ ਹੋਏਗੀ। ਇਹ ਸਾਰੇ ਡਾਇਰੈਕਟਰ ਆਪਣੇ ਘਰੋਂ ਬਿਲਕੁਲ ਖਾਂਦੇ ਪੀਂਦੇ ਘਰਾਂ ਦੇ ਨੇ, ਇਹ ਵਾਕਿਆ ਦੇ ਵਿਚਕਾਰ ਹੀ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਆਏ ਨੇਗੇ। ਤੇ ਮੈਂ ਤਾਂ ਉਦੋਂ ਵੀ ਬੇਨਤੀ ਕੀਤੀ ਸੀ ਵੀ ਜੇ ਸਾਡੇ 27 ਡਾਇਰੈਕਟਰ ਨੇ ਤੇ 1 ਮਹੀਨੇ ਦੇ ਵਿਚਕਾਰ 30 ਦਿਨ ਹੁੰਦੇ ਨੇਗੇ। ਪਰ ਸਰਵਨ ਸਿੰਘ ਜੀ ਨੇ ਪਹਿਲਾਂ ਵੀ ਇੱਕ ਗੱਲ ਕੀਤੀ ਵੀ ਇੱਕ ਡਾਇਰੈਕਟਰ ਦੀ ਉੱਥੇ ਡਿਊਟੀ ਲਾਓ, ਵੀ ਰੋਜ਼ ਉੱਥੇ ਜਾ ਕੇ ਸਾਰਾ ਮੈਨੇਜਮੈਂਟ ਇੱਕ ਦਿਨ ਮਹੀਨੇ ਦੇ ਵਿੱਚ। ਅੱਛਾ, ਇੱਕ ਚੀਜ਼ ਮੈਨੂੰ ਸਮਝ ਨਹੀਂ ਆਉਂਦੀ, ਜੋ ਮੈਨੂੰ ਸੁਣਨ ਚ ਆਇਆ, ਆਮ ਸੰਗਤ ਚਰਚਾ ਦਾ ਵਿਸ਼ਾ ਹੈ, ਸਾਰਾ ਰੌਲਾ ਜਿਹੜਾ ਹੈ ਉਹ ਚੌਧਰ ਨੂੰ ਲੈ ਕੇ ਹੈ, ਪ੍ਰਧਾਨੀ ਨੂੰ ਲੈ ਕੇ ਹੈ। ਐਸਾ ਕਿਉਂ ਨਾ ਹੈ ਕਿ 27 ਦੇ 27 ਮੈਂਬਰ ਕਹਿਣ ਕਿ ਅਸੀਂ ਸੇਵਾ ਕਰਨੀ ਹੈ, ਸਭ ਨੂੰ ਇੱਕ ਦਿਨ ਵੰਡ ਦਿੱਤਾ ਜਾਏ ਕਿ ਫਲਾਣੇ ਤੁਸੀਂ ਆਣਾ, ਫਲਾਣੇ ਤੁਸੀਂ ਆਣਾ, ਕਿ ਜ਼ਰੂਰੀ
ਪ੍ਰਧਾਨੀ ਪਦ ਮਿਲੇਗਾ ਤਾਂ ਹੀ ਉਹ ਸੇਵਾ ਭਾਈ। ਨਹੀਂ ਦੇਖੋ ਜੀ, ਉਹ ਵੀ ਮੈਂ ਜ਼ਿੰਮੇਵਾਰੀ ਜਿਹੜੀ ਪ੍ਰਧਾਨ ਦੀ, ਸੈਕਟਰੀ ਦੀ, ਸਾਰੇ ਮੈਨੇਜਮੈਂਟ ਦੀ, ਉਹ ਵੀ ਬਹੁਤ ਜ਼ਰੂਰੀ ਨੇ। ਲੇਕਿਨ ਅਸੀਂ ਆਪਣੇ ਆਪ ਨੂੰ, ਜੇ ਸਾਨੂੰ ਉੱਥੇ ਕੋਈ ਉਹਦਾ ਨਹੀਂ ਵੀ ਹੈਗਾ ਨਾ, ਅਸੀਂ ਆਪਣੇ ਆਪ ਨੂੰ ਪ੍ਰਧਾਨ ਮੰਨ ਕੇ ਅਸੀਂ ਉੱਥੇ ਆਪਣੇ ਪੂਰੇ ਤਨ ਮਨ ਧਨ ਦੇ ਨਾਲ ਪੂਰੀ ਸੇਵਾ ਕਰਨਗੇ। ਤੇ ਮੈਨੂੰ ਲੱਗਦਾ ਉਸੇ ਸੋਚ ਦੇ ਸਰਦਾਰ ਜੀ ਵੀ ਇੱਥੇ ਬੈਠੇ ਹੈਗੇ ਨੇਗੇ। ਸਾਨੂੰ ਕਿਸੇ ਪਦ ਦੀ ਕੋਈ ਲਾਲਸਾ ਨਹੀਂ। ਅਸੀਂ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਨਾਲ ਇਹ ਕਹਿਣਾ ਚਾਹੁੰਦੇ ਹਾਂ, ਸਾਨੂੰ ਕਿਸੇ ਪਦ ਦੀ ਲਾਲਸਾ ਨਹੀਂ। ਸਾਨੂੰ ਗੁਰੂ ਮਹਾਰਾਜ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਅਸੀਂ ਉਹ ਸੇਵਾ ਕਰਾਂਗੇ। ਤੁਸੀਂ ਕਹਿੰਦੇ ਹੋ ਤੁਹਾਨੂੰ ਪਦ ਦੀ ਲਾਲਸਾ ਨਹੀਂ ਹੈ, ਇਹਦਾ ਮਤਲਬ ਜਿਹੜੇ ਸਾਡੇ ਕੈਮਰੇ ਸਾਹਮਣੇ ਨਹੀਂ ਆ ਰਹੇ ਉਹਨਾਂ ਨੂੰ ਪਦ ਦੀ ਲਾਲਸਾ ਵੀ ਨਹੀਂ। ਮੈਂ ਪਹਿਲਾਂ ਵੀ ਵੀਰ ਜੀ ਤੁਹਾਨੂੰ ਇੱਕ ਗੱਲ ਆਖੀ ਹੈ ਕਿ ਮੇਰਾ ਖਿਆਲ ਐਸਾ ਨਹੀਂ ਹੈਗਾ। ਕਮੇਟੀ ਜ਼ਰੂਰ 4 ਜਣਿਆਂ ਦੀ ਬਣਨੀ ਹੈਗੀ ਏ, ਤੇ ਬਾਕੀ ਮੈਨੂੰ ਨਹੀਂ ਗੱਲ ਲੱਗਦਾ ਵੀ ਜਿਹੜੇ 27। ਮੈਂ ਕਈਆਂ ਨਾਲ ਅੱਜ ਗੱਲ ਕੀਤੀ, ਮੈਂ ਕਿਹਾ ਯਾਰ ਸੰਗਤ ਜਾਣਨਾ ਚਾਹੁੰਦੀ ਆਖਰ ਕੀ ਹੈ, ਚੱਲ ਕੀ ਰਿਹਾ ਉੱਥੇ ਬਈ। ਤੁਸੀਂ ਕਹਿੰਦੇ ਹੋ ਕਿ ਇੰਨਾ ਬਵੰਡਰ ਨਹੀਂ ਹੈ, ਇੰਨਾ ਘਮਾਸਾਨ ਨਹੀਂ ਹੈ, ਤੇ ਸੰਗਤ ਤੋਂ ਘੱਟੋ ਘੱਟ ਡਾਇਰੈਕਟਰ ਆ ਕੇ ਮੂੰਹ ਦੱਸਣ ਤਾਂ ਸਹੀ। ਹੁਣ ਤੁਸੀਂ ਹਿੰਮਤ ਵੀ ਖਾਈ, ਤੁਸੀਂ ਜਜ਼ਬਾ ਵੀ ਖਾਇਆ, ਬਾਕੀ ਨਹੀਂ ਆਏ। ਕਈਆਂ ਨੂੰ ਅਸੀਂ ਕਾਲ ਕੀਤੀ, ਜਿਹੜੇ ਹਾਲਾਂਕਿ ਕਈਆਂ ਨਾਲ ਸਾਡਾ ਸੰਪਰਕ ਨਹੀਂ ਹੋ ਪਾਇਆ, ਜਿਨ੍ਹਾਂ ਦੇ ਨੰਬਰ ਸਾਡੇ ਕੋਲ ਸੀਗੇ, ਅਸੀਂ ਉਹਨਾਂ ਨੂੰ ਕੋਸ਼ਿਸ਼ ਕੀਤੀ ਹੈ। ਸਾਰੇ ਮੈਂਬਰ ਅਸੀਂ ਇੱਕ ਉਹਦੇ 'ਚ ਨਹੀਂ ਤੋਲਦੇ ਕਿ ਸਾਰੇ ਵਧੀਆ ਤੋਂ ਵਧੀਆ ਮੈਂਬਰ ਨੇ। ਜਿਵੇਂ ਤੁਸੀਂ ਆਇਓ, ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਕਿ ਚਲੋ ਤੁਸੀਂ ਇਹ ਘੱਟੋ ਘੱਟ ਦੱਸਣ ਦੀ ਹਿੰਮਤ ਤੇ ਕੀਤੀ ਬਈ ਦਿੱਕਤ ਕਿੱਥੇ ਹੈ। ਬਈ ਜਿਵੇਂ ਜਿਵੇਂ ਕੋਈ ਚੁਣਾਵ ਸਥਗਿਤ ਕਰਾ ਦਿੱਤੇ ਗਏ, ਇਹ ਵੀ ਬੜੀ ਵੱਡੀ ਪ੍ਰੋਬਲਮ ਹੈ। ਆਖਰ ਕਿਉਂ ਸਥਗਿਤ ਕਰਾਏ ਗਏ, ਇਹ ਵੀ ਸਰਕਾਰ ਇਹ ਵੀ ਸਵਾਲ ਉੱਠਦੇ ਨੇ, ਆਖਰ ਕਰਾਏ ਕਿਉਂ ਗਏ। ਵੀਰ ਜੀ, ਇਹ ਜ਼ਰੂਰ ਜਾਂਚ ਦਾ ਵਿਸ਼ੇ। ਮੈਂ ਪਹਿਲਾਂ ਵੀ 1-2 ਵਾਰ ਤੁਹਾਨੂੰ ਕਹਿ ਚੁੱਕੇ ਹਾਂ। ਆਖਰ ਕੀ ਕਾਰਨ ਹੈਗਾ ਹੈ ਕਿ 25 ਤਰੀਕ ਨੂੰ ਜਦੋਂ ਸਾਰੇ ਸਾਡੇ ਡਾਇਰੈਕਟਰ ਬਣ ਗਏ ਤੇ 26-27 ਨੂੰ ਮੇਰਾ ਖਿਆਲ ਹੈ ਕਿ ਉਹਨਾਂ ਦੇ ਵਿੱਚੋਂ ਪ੍ਰਧਾਨ ਸੈਕਟਰੀ ਖਜ਼ਾਨਚੀ ਦੀ ਚੋਣ ਹੋ ਜਾਣੀ ਚਾਹੀਦੀ ਸੀ। ਇਸੇ ਹਿਸਾਬ ਨਾਲ ਹੀ ਥੋੜੀ ਜਿਹੀ ਸ਼ੱਕ ਦੀਆਂ ਨਿਗਾਹਾਂ ਜ਼ਰੂਰ ਜਾਂਦੀਆਂ ਨੇ ਵੀ ਇਹਦੇ ਪਿੱਛੇ ਕਾਰਨ ਕੀ ਹੈਗਾ। ਪ੍ਰਭਸ਼ਰਨ ਸਿੰਘ ਜੀ, ਤੁਹਾਨੂੰ ਕੀ ਲੱਗਦਾ ਜਿਹੜੇ ਸਥਗਿਤ ਕਰਾਏ ਦੀ ਮਨਸ਼ਾ ਕੀ ਹੋ ਸਕਦੀ ਹੈ? ਦੇਖੋ ਪ੍ਰਸ਼ਾਸਨ ਦਾ ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਰੋਲ ਹੈਗਾ, ਜਾਂ ਉਹਨਾਂ ਤੇ ਪ੍ਰੈਸ਼ਰ ਪੈ ਰਿਹਾ ਕਿ ਇਹ ਕਿਉਂ ਲੇਟ ਕਰ ਰਹੇ ਨੇ। ਲੇਟ ਹੋਣਾ ਨਹੀਂ ਚਾਹੀਦਾ। ਜੇ ਮੰਨ ਲਓ 27 ਦੇ 27 ਡਾਇਰੈਕਟਰ ਇਕੱਠੇ ਹੋ ਜਾਣ ਤੇ ਲੇਟ ਨਹੀਂ ਹੋ ਸਕਦਾ। ਜੇ ਅਸੀਂ ਅੱਜ 2 ਭਰਾ ਇੱਥੇ ਆਏ ਆ ਤੇ ਸਾਨੂੰ ਬਾਕੀ ਡਾਇਰੈਕਟਰਾਂ ਨੂੰ ਵੀ ਬੇਨਤੀ ਆ, ਜੇ ਸੇਵਾ ਕਰਨੀ ਆ, ਜੇ ਤੁਸੀਂ ਉੱਥੇ ਗੁੱਟਬਾਜੀ ਕਰਨੀ ਆ ਫਿਰ ਤੁਸੀਂ ਰਹਿਣ ਦਿਓ। ਜੇ ਤੁਸੀਂ ਕਰਨੇ ਕਿ ਸੇਵਾ ਕਰਨਾ ਚਾਹੁੰਦੇ ਹੋ, ਗੁਰੂ ਘਰ ਦੇ ਸੁਧਾਰ ਕਰਨਾ ਚਾਹੁੰਦੇ ਹੋ, ਆਓ ਨਿਸ਼ਾਨ ਸਾਹਿਬ ਥੱਲੇ ਆ ਕੇ ਬੈਠੀਏ, ਗੱਲ ਕਰੀਏ, ਅਸੀਂ ਤਿਆਰ ਹਾਂ। ਅੱਛਾ ਹੰਸਪਾਲ ਜੀ, ਜੇ ਅਸੀਂ ਕੋਸ਼ਿਸ਼ ਕਰੀਏ ਬਈ ਸਾਰੇ 27 ਦੇ 27 ਮੈਂਬਰ ਚਲੋ ਗੁਰਦੁਆਰਾ ਨਾਨਕਮਤਾ ਸਾਹਿਬ ਇਕੱਠੇ ਹੋ ਜਾਣ, ਉਸ ਤੋਂ ਪਹਿਲਾਂ ਹੀ ਕੀ ਪੋਸੀਬਲ ਹੈ? ਮੈਂਬਰ ਆ ਸਕਦੇ ਨੇ ਜਿਹੜੇ ਤੁਹਾਡੇ ਟੱਚ? ਨਹੀਂ, ਮੇਰਾ ਖਿਆਲ ਨਹੀਂ। ਦੇਖੋ ਜੀ, ਟੱਚ ਵਾਲੀ ਗੱਲ ਹੈ, ਮੈਂ ਤੇ ਬਿਲਕੁਲ ਸੁਤੰਤਰ ਹੈਗਾ ਜੀ। ਅੱਛਾ ਜੀ। ਮੈਂ ਤਾਂ ਸੁਣਿਆ ਕਿ ਮੈਨੂੰ ਕੁਝ ਕਹਿੰਦੇ ਕਿ ਤੁਹਾਡੇ ਤੇ ਲੇਬਲ ਲੱਗਾ। ਨਹੀਂ ਜੀ, ਮੈਂ ਬਿਲਕੁਲ ਕਿਸੇ ਲੇਵਲ ਦਾ ਵੀ ਮੈਂ ਅਧੀਨ ਨਹੀਂ ਹੈਗਾ। ਮੈਂ ਜਿੱਦਣ ਦਾ ਚੁਣਾਵ ਜਿੱਤ ਕੇ ਆਇਆ ਉਸ ਦਿਨ ਦਾ ਮੈਂ ਆਪਣੇ ਘਰ ਬੈਠਾ ਹੈਗਾ ਵਾਂ। ਅੱਛਾ ਹਾਂਜੀ। ਚਲੋ, ਜੇ ਅਸੀਂ ਕੋਸ਼ਿਸ਼ ਕਰੀਏ ਕਿ ਚਲੋ 27 ਦੇ 27 ਮੈਂਬਰ ਆ ਕੇ ਬਈ ਇੱਕ ਨਿਸ਼ਾਨ ਸਾਹਿਬ ਥੱਲੇ ਆ ਕੇ ਇਕੱਠੇ ਹੋਣ, ਤੇ ਪ੍ਰੋਬਲਮ ਕੀ ਹੈ, ਕਿਹਨੂੰ ਦਿੱਕਤ ਹੈ, ਕੌਣ ਨਹੀਂ ਆ ਸਕਦਾ? ਤੁਹਾਨੂੰ ਲੱਗਦਾ ਸਾਰੇ ਆ ਜਾਣਗੇ? ਨਹੀਂ, ਮੈਨੂੰ ਲੱਗਦਾ ਹੈ ਕਿ ਬਿਲਕੁਲ ਆਉਣਾ ਚਾਹੀਦਾ ਹੈਗਾ ਵਾ। ਜੇਕਰ ਉਹ ਡਾਇਰੈਕਟਰ ਨਹੀਂ ਆਉਂਦੇ ਤੇ ਜਿਹੜੀ ਸੰਗਤ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਹੈਗਾ ਹੈ ਨਾ, ਉਹ ਸੰਗਤ ਜਿਹੜੀ ਉਹਨਾਂ ਡਾਇਰੈਕਟਰਾਂ ਨੂੰ ਕਦੇ ਮਾਫ ਨਹੀਂ ਕਰੇਗੀ, ਕਦੇ ਮਾਫ ਨਹੀਂ ਕਰੇਗੀ। ਪ੍ਰਭਸ਼ਰਨ ਸਿੰਘ ਜੀ, ਜੇ ਅਸੀਂ ਕੋਸ਼ਿਸ਼ ਕਰੀਏ ਕਿ 27 ਦੇ 27 ਮੈਂਬਰਾਂ ਨੂੰ ਇੱਕ ਪਲੇਟਫਾਰਮ ਥੱਲੇ ਲਿਆਈਏ, ਇੱਕ ਨਿਸ਼ਾਨ ਸਾਹਿਬ ਥੱਲੇ, ਕਦੇ ਘੱਟੋ ਘੱਟ ਮਨ ਦੇ ਸਾਰੇ ਗੱਲਾਂ ਬਾਹਰ ਤੇ ਆਉਣ, ਚਾਹੁੰਦੀ ਕੀ ਨੇ? ਨਹੀਂ ਆਉਣੇ ਚਾਹੀਦੇ। ਮੈਂ ਪਹਿਲਾਂ ਵੀ ਬਾਰ-ਬਾਰ ਇਹੀ ਕਹਿ ਰਿਹਾ ਕਿ 27 ਦੇ 27 ਡਾਇਰੈਕਟਰਾਂ ਨੂੰ ਉੱਥੇ ਆਉਣਾ ਚਾਹੀਦਾ, ਇੱਕ ਨਿਸ਼ਾਨ ਸਾਹਿਬ ਥੱਲੇ ਹੋ ਕੇ ਗੱਲ ਕਰਨੀ ਚਾਹੀਦੀ ਹੈ। ਦੇਖੋ, ਜੇ ਇਕੱਲਾ ਨਹੀਂਗਾ ਤੁਸੀਂ ਉਹਦੇ ਨਾਲ ਹੀ ਵੱਡੇ ਦਿਖੋਗੇ। ਜੇ ਤੁਹਾਡੇ 'ਚ ਸੇਵਾ ਭਾਵਨਾ ਹੈਗੀ ਹੈ, ਜੇ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ, ਮੈਂ ਪਹਿਲਾਂ ਵੀ ਅਸੀਂ ਕਹਿੰਦੇ ਅਸੀਂ ਸੇਵਾ ਕਰਨੀ ਹੈ, ਅਸੀਂ ਸੇਵਾ ਕਰਨੀ ਆ। ਤੇ ਜੇ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਕਿ ਮੈਂ ਇਸ ਲਾਇਕ ਹੈਗਾ। ਜੇ ਸਾਨੂੰ ਸੰਗਤ ਨੇ ਭੇਜਿਆ ਨਾ ਸੇਵਾ ਕਰਨੀ ਹੈ, ਤਾਂ ਮੈਂ ਸੰਗਤ ਨੂੰ ਉੱਥੋਂ ਲੈ ਕੇ ਆਇਆ ਕਰੂੰਗਾ ਨਾਲ ਆਪਦੇ। ਜਿਹੜੇ ਸੰਗਤ ਨੇ ਸਾਨੂੰ ਇਸ ਲਾਇਕ ਸਮਝਿਆ, ਉਹ ਸੰਗਤ ਮੈਂ ਨਾਲ ਲੈ ਕੇ ਆਇਆ ਕਰੂੰਗਾ ਕਿ ਹਾਂ ਚਲੋ ਮੈਨੂੰ ਉੱਥੇ ਆਹ ਗਲਤ ਕੰਮ ਹੋ ਰਿਹਾ ਤੇ ਆਪਾਂ ਰੋਕਣੇ ਆ, ਤੇ ਅਸੀਂ ਰੋਕਣੇ ਵੀ ਆ। ਅਸੀਂ ਗਲਤ ਕੰਮ ਨਹੀਂ ਹੋਣ ਦੇਣੇ। ਗੁਰੂ ਘਰ ਦਾ ਨਜਾਇਜ਼ ਪੈਸਾ ਨਹੀਂ ਹੋਣਾ। ਜਿਹੜਾ ਖੇਤੀਬਾੜੀ 'ਚ ਸਾਨੂੰ ਸੁਣਨ ਜਾ ਰਿਹਾ, ਖੇਤੀਬਾੜੀ ਦੇ ਨੁਕਸਾਨ ਹੋ ਰਿਹਾ, ਪੜ੍ਹਾਈ ਦੇ ਨੁਕਸਾਨ, ਉਹ ਕੰਮ ਅਸੀਂ ਬਿਲਕੁਲ ਨਹੀਂ ਹੋਣ ਦੇਣੇ। ਜਿਹੜਾ ਕੋਈ ਪ੍ਰਧਾਨ ਬਣਨਾ ਚਾਹੁੰਦਾ ਬਣ ਜੇ, ਅਸੀਂ ਨਹੀਂ ਕਹਿੰਦੇ ਕਿ ਤੁਸੀਂ ਨਾ ਬਣੋ, ਪਰ ਗਲਤ ਕੰਮ ਨਹੀਂ ਅਸੀਂ ਹੋਣ ਦੇਣੇ। ਬਿਲਕੁਲ ਜੀ, ਇਹ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ। ਮੈਨੂੰ ਲੱਗਦਾ ਕਿ ਜਿਹੜੇ ਸੰਗਤ ਸਾਡੇ ਇਸ ਪ੍ਰੋਗਰਾਮ ਨੂੰ ਦੇਖ ਰਹੀ ਹੈ, ਨਿਰਾਸ਼ ਹੈ ਕਾਫੀ। ਪਿਛਲੇ ਜਿਹੜੇ ਹਾਲਾਤ ਪੈਦਾ ਹੋਏ ਨੇ, ਸ਼ਾਇਦ ਉਹਨਾਂ ਨੂੰ ਬਹੁਤ ਰਾਹਤ ਮਿਲੇਗੀ, ਕਿਉਂਕਿ ਇੱਕ ਮਾਹੌਲ ਇਸ ਤਰ੍ਹਾਂ ਦਾ ਕ੍ਰੀਏਟ ਹੋਇਆ ਕਿ ਖਿੱਚਾਤਾਣ ਜਿਹੜੀ ਹੈ ਉਹ ਬੜੀ ਵਧੀ ਹੋਈ ਹੈ। ਮਾਹੌਲ ਬਹੁਤ ਜ਼ਿਆਦਾ ਨੈਗੇਟਿਵ ਹੋਇਆ, ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਚਲੋ ਘੱਟੋ ਘੱਟ ਸ਼ੁਰੂਆਤ ਕਰੀਏ, 2 ਮੈਂਬਰਾਂ ਨੂੰ ਨਾਲ ਜੋੜ ਕੇ ਬਿਠਾਈਏ ਤੇ ਉਹਨਾਂ ਦੇ ਵਿਚਾਰ ਸਾਂਝੇ ਕਰੀਏ, ਆਖਰ ਚੱਲ ਕੀ ਰਿਹਾ। ਹੰਸਪਾਲ ਜੀ, ਜਾਂਦੇ ਜਾਂਦੇ ਕੁਝ ਹੋਰ ਤੁਹਾਡੇ ਮਨ 'ਚ ਰਹਿ ਗਿਆ ਹੋਵੇ, ਤੁਸੀਂ ਇਸ ਮੰਚ ਦੇ ਨਾਲ ਤੁਸੀਂ ਸਾਂਝੇ ਕਰਨਾ ਚਾਹੋਗੇ? ਹਾਂ, ਮੈਂ ਜ਼ਰੂਰ ਜਿਹੜੇ ਸਰੋਤੇ ਇਸ ਟਾਈਮ ਆਪ ਜੀ ਦੇ ਚੈਨਲ ਨਾਲ ਵੀ ਜੁੜੇ ਨੇ, ਉਹਦੇ ਮਾਧਿਅਮ ਦੇ ਨਾਲ
ਜਸਪੁਰ ਤੋਂ ਲੱਗ ਕੇ ਤੇ ਖਟੀਮੇ ਤੱਕ, ਤੇ ਉਹਦੇ ਤੋਂ ਬਾਅਦ ਜਿਹੜੇ ਸਾਡੇ ਯੂਪੀ ਦੇ ਵਿਚਕਾਰ ਸਾਡੇ ਸਿੱਖ ਆਗੂ ਬੈਠੇ ਨੇਗੇ, ਅੱਜ ਉਹਨਾਂ ਦਾ ਵੀ ਫਰਜ਼ ਬਣਦਾ ਹੈ। ਤੁਸੀਂ ਬਾਰ-ਬਾਰ ਇੱਕੋ ਗੱਲ ਕਹਿ ਰਹੇ ਹੋ ਨਾ ਕਿ 27 ਬੰਦੇ ਇੱਕ ਟੇਬਲ ਤੇ ਇਕੱਠੇ ਹੋਣ, ਤੇ ਜਿਹੜੇ ਸਾਡੇ ਆਗੂ ਹੈਗੇ ਨੇਗੇ, ਤੁਸੀਂ ਲੱਲੋ ਗੁਰਦੁਆਰਾ ਸਿੰਘ ਸਭਾ ਕਿੱਥਾ ਜਿਹੜੀ ਸੈਂਟਰਲ ਕਮੇਟੀ ਬਣੀ ਹੈਗੀ ਏ, ਬਾਜਪੁਰ ਤੋਂ ਲੱਲੋ, ਸਾਰਿਆਂ ਤੋਂ ਇੱਕ ਦੋ ਸਿੰਘ ਜਿਹੜੇ ਨੇਗੇ, ਸੂਝਵਾਨ ਜਿਹੜੇ ਹੈਗੇ ਨੇਗੇ, ਇਹ ਸਾਰੇ ਇਕੱਠੇ ਹੋ ਕੇ ਇਹਨਾਂ ਨੂੰ ਇੱਕ ਪਲੇਟਫਾਰਮ ਤਿਆਰ ਕਰਨਾ ਚਾਹੀਦਾ ਹੈਗਾ ਹੈ, ਤੇ ਇਹ ਸਾਰੇ ਆਪਣੇ ਮਾਰਗਦਰਸ਼ਨ ਦੇ ਵਿਚਕਾਰ 27 ਦੇ 27 ਡਾਇਰੈਕਟਰ ਇਕੱਠੇ ਕਰਨ ਤੇ ਇਸ ਮੁਹਿੰਮ ਨੂੰ ਅੱਗੇ ਵਧਾਉਣ। ਜਿਹੜੇ ਸਾਡੇ ਇਸ ਇਲਾਕੇ ਦੇ ਸਿੱਖ ਆਗੂ ਨੇ, ਇੱਕ ਵਧੀਆ ਉਹਨਾਂ ਨੂੰ ਰਸੂਖ ਹੈ, ਗੁਰੂ ਸਾਹਿਬ ਦੀ ਬਖਸ਼ਿਸ਼ ਹੈ, ਕਿ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਤੁਹਾਡੇ ਨਾਲ ਸੰਪਰਕ ਕਰਕੇ ਕਿ ਇਸ ਮਸਲੇ ਨੂੰ ਆਪਾਂ ਹੱਲ ਕੀਤਾ? ਮਨ ਬੜਾ ਦੁਖੀ ਹੈ। ਮੈਂ ਬਾਰ-ਬਾਰ ਤੁਹਾਨੂੰ ਇਹੋ ਹੀ ਗੱਲ ਆਖੀ ਹੈਗੀ ਹੈ ਵੀ ਠੀਕ ਹੈ, ਡਾਇਰੈਕਟਰ ਉਹਨਾਂ ਨੇ ਸਾਨੂੰ ਬਣਾ ਕੇ ਤੇ ਭੇਜ ਦਿੱਤਾ, ਅੱਜ ਅਸੀਂ ਵੀ ਬੜੀ ਦੁਬਿਧਾ ਦੀ ਸਥਿਤੀ ਦੇ ਵਿਚਕਾਰ ਇੱਥੇ ਹੈਗੇ ਆ। ਹੁਣ ਇਹ ਫਰਜ਼ ਉਹਨਾਂ ਦਾ ਬਣਦਾ ਵੀ ਉਹ ਸਾਰੇ ਜਣੇ ਰਲ ਮਿਲ ਕੇ 27 ਡਾਇਰੈਕਟਰ ਇੱਕ ਜਗ੍ਹਾ ਇਕੱਠੇ ਕਰਨ ਤੇ ਬਹੁਤ ਅੱਛੇ ਵਾਤਾਵਰਣ ਦੇ ਵਿਚਕਾਰ ਜਿਹੜਾ ਆਉਣ ਵਾਲਾ ਟਾਈਮ ਹੈਗਾ ਹੈ, ਇਹਦੇ ਵਿਚਕਾਰ ਪ੍ਰਧਾਨ ਸੈਕਟਰੀ ਜਿਹੜੇ 4 ਚੋਣਾਂ ਹੋਣੀਆਂ ਨੇ, ਇਹਦਾ ਚੁਣਾਵ ਕਰਨ, ਪ੍ਰਸ਼ਾਸਨ ਦੇ ਉੱਤੇ ਵੀ ਦਬਾਅ ਬਣਾਉਣ। ਉਹ ਪ੍ਰਸ਼ਾਸਨ ਨੂੰ ਪੁੱਛ ਸਕਦੇ ਨੇ ਨਾ, ਆਖਰ ਕੀ ਕਾਰਨ ਹੈਗਾ ਚੁਣਾਵ ਜਿਹੜਾ ਹੈਗਾ ਇਹ ਦਿਨੋਂ ਦਿਨ ਤੁਸੀਂ ਕਿਉਂ ਲੇਟ ਕਰਦੇ ਪਏ ਹੈਗੇ ਜਗੇ? ਸਾਰਿਆਂ ਨੂੰ ਗਰੁੱਪ ਦੇ ਵਿਚਕਾਰ ਅੱਜ ਤੁਸੀਂ ਤੁਹਾਡਾ ਕਹਿਣਾ ਹੈ ਨਾ ਸਾਰੇ ਗਰੁੱਪਾਂ ਦੇ ਵਿਚਕਾਰ ਬੈਠੇ ਨੇ। ਨਹੀਂ, ਮੇਰਾ ਨਹੀਂ ਕਹਿਣਾ। ਵੇਖੋ, ਆਮ ਤੌਰ ਤੇ ਦਿਖ ਰਿਹਾ ਨਾ ਸਾਫ਼ ਕਿ ਸੱਚ ਨੂੰ ਪ੍ਰਮਾਣ ਦੀ ਕੀ ਲੋੜ ਹੁੰਦੀ, ਉਹ ਦਿਸ ਰਿਹਾ। ਨਹੀਂ, ਮੈਂ ਹੁਣ ਇਹਦੇ ਵਿਚਕਾਰ ਇੱਕ ਗੱਲ ਤੁਹਾਨੂੰ ਜ਼ਰੂਰ ਆਖਾਂ ਕਿ ਤੁਸੀਂ ਹੁਣੇ 2 ਮਿੰਟ ਪਹਿਲਾਂ ਮੈਨੂੰ ਇੱਕ ਗੱਲ ਆਖੀ ਸੀ ਵੀ ਤੁਸੀਂ ਵੀ ਕਿਸੇ ਗਰੁੱਪ ਦੇ ਨਾਲ ਜੁੜੇ ਹੋ, ਤੇ ਮੈਂ ਤੁਹਾਡੇ ਪੁੱਛਿਆ, ਤੇ ਇਧਰ ਭਾਈ ਸਾਹਿਬ ਵੀ ਬੈਠੇ ਹੈਗੇ ਨੇਗੇ, ਇਹ ਵੀ ਕਿਤੇ ਨਾ ਕਿਤੇ ਜੁੜੇ ਨੇ, ਤੁਹਾਡੇ ਮੂੰਹ ਤੋਂ ਹੀ ਪਤਾ ਲੱਗ ਰਿਹਾ ਹੈ। ਲੇਕਿਨ ਮੈਨੂੰ ਲੱਗਦਾ ਕਿ ਅਸੀਂ ਅੱਜ ਦੋਵੇਂ ਇਕੱਠੇ ਹੋਏ ਆ। ਭਾਜੀ ਵੇਖੋ, ਅਸੀਂ ਇਹੋ ਹੀ ਵਿਤਕਰਾ ਤਾਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਦੂਰੀਆਂ ਚਲੋ ਖਤਮ ਹੋਣ, ਆਪਸ ਵਿੱਚ ਬੈਠਣ ਜੇ ਮਾਹੌਲ ਹੈ। ਨਹੀਂ, ਮੇਰਾ ਖਿਆਲ ਹੈ ਕਿ ਕੋਈ ਗਰੁੱਪਬਾਜ਼ੀ ਨਹੀਂ ਹੈ। ਇਹ ਸਾਡੇ ਆਗੂਆਂ ਨੂੰ ਚਾਹੀਦਾ ਹੈ ਵੀ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ 1-2 ਦਿਨ ਦੇ ਅੰਦਰ ਅੰਦਰ ਚੁਣਾਵ ਦੀ ਜਿਹੜੀ ਤਰੀਕ ਸਾਹਮਣੇ ਆਵੇ, ਤੇ ਅਸੀਂ ਰਲ ਮਿਲ ਕੇ ਬੜੇ ਅੱਛੇ ਵਾਤਾਵਰਣ ਦੇ ਵਿਚਕਾਰ 27 ਡਾਇਰੈਕਟਰ ਬੜੇ ਸੂਝਵਾਨ ਨੇ, ਮੈਂ ਬਾਰ-ਬਾਰ ਕਹਿ ਰਿਹਾ ਹਾਂ, ਇਹਨਾਂ ਨੂੰ ਪ੍ਰਮਾਤਮਾ ਨੇ ਮੌਕਾ ਦਿੱਤਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਸੇਵਾ ਕਰਨ ਵਾਸਤੇ। ਉਹਨਾਂ ਦੇ ਉੱਤੇ ਜ਼ਿੰਮੇਵਾਰੀ ਹੈਗੀ ਏ, ਉਹ ਕਿਸੇ ਦੇ ਪਿੱਛੇ ਨਹੀਂ ਗਏ। ਇੱਕ ਪਲੇਟਫਾਰਮ ਤਿਆਰ ਹੋ ਜਾਵੇ ਤੇ ਮੈਨੂੰ ਲੱਗਦਾ ਕਿ ਬਹੁਤ ਅੱਛੀ ਕਮੇਟੀ ਜਿਹੜੀ ਇਹ ਬਣੇਗੀ। ਤੇ ਇੱਕ ਤੁਸੀਂ ਕਹਿ ਰਹੇ ਹੋ ਕਿ ਇੰਨਾ ਨੁਕਸਾਨ ਗੁਰੂ ਘਰ ਦਾ, ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਇਹ 27 ਡਾਇਰੈਕਟਰਾਂ ਦੀ ਜ਼ਿੰਮੇਵਾਰੀ ਬਣਦੀ ਹੈ। ਜੇ ਨਿਸ਼ਪਕਸ਼ ਹੋ ਕੇ ਚੰਗੇ ਢੰਗ ਦੇ ਨਾਲ ਗੁਰਦੁਆਰਾ ਸਾਹਿਬ ਦਾ ਕੰਮ ਕਰਨਗੇ ਤੇ ਆਉਣ ਵਾਲੇ ਟਾਈਮ ਦੇ ਵਿਚਕਾਰ ਸਕੂਲ ਦੀਆਂ ਬਿਲਡਿੰਗਾਂ ਵੀ ਬਣਨਗੀਆਂ, ਸਕੂਲ ਦੇ ਜਿਹੜੇ ਟੀਚਰਾਂ ਦੀ ਭਰਤੀ ਹੈ ਉਹ ਵੀ ਬੜੇ ਅੱਛੇ ਵਾਤਾਵਰਣ ਦੇ ਵਿਚਕਾਰ ਹੋਏਗੀ। ਸਾਡੀਆਂ ਪੜ੍ਹੀਆਂ ਲਿਖੀਆਂ ਭੈਣਾਂ ਜਿਹੜੀਆਂ ਆਪੋ ਆਪਣੇ ਘਰਾਂ ਦੇ ਵਿਚਕਾਰ ਵੀਰ ਬੈਠੇ ਨੇਗੇ, ਅਸੀਂ ਬਿਲਕੁਲ ਉੱਥੇ ਕੋਈ ਗਲਤ ਕੰਮ ਨਹੀਂ ਹੋਣ ਦਿਆਂਗੇ। ਅੱਛੇ ਬੱਚੇ ਜਿਹੜੇ ਹੰਸਪਾਲ ਜੀ, ਵੇਖੋ, ਸਾਡੇ ਕੋਲ ਸਾਡੇ ਯੂਪੀ ਅਤੇ ਉੱਤਰਾਖੰਡ ਦੇ ਵਿੱਚ ਸਿੱਖਾਂ ਵਾਸਤੇ ਇੰਨਾ ਵੱਡਾ ਸੋਰਸਿਸ ਹੈ, ਇੰਨਾ ਵੱਡਾ ਸਥਾਨ ਹੈ, ਲੇਕਿਨ ਅਫਸੋਸ ਬੜਾ ਹੁੰਦਾ ਹੈ ਕਿ ਉੱਥੋਂ ਦੀ ਕੋਈ ਐਸੀ ਚੀਜ਼ ਅਸੀਂ ਨਹੀਂ ਦੇ ਪਾਏ ਕੌਮ ਨੂੰ ਜਿੱਥੇ ਅਸੀਂ ਮਾਣ ਕਰ ਸਕੀਏ। ਦੁੱਖ ਨਹੀਂ ਹੁੰਦਾ ਵੀ ਇੰਨੇ ਵੱਡੇ ਸੋਰਸਿਸ ਹੋਣ, ਇੰਨੀ ਵੱਡੀ ਉਪਲਬਧੀ ਸਾਡੇ, ਇੰਨਾ ਵੱਡਾ ਸਥਾਨ ਹੋਏ, ਤੇ ਇਹ ਕਿਤੇ ਨਾ ਕਿਤੇ ਦੁੱਖ ਦੀ ਗੱਲ ਹੈ। ਵੇਖੋ ਜੀ, ਆਪੋ ਆਪਣਾ ਕੰਮ ਕਰਨ ਦਾ ਤਰੀਕਾ ਹੈਗਾ ਹੈ। ਜੇ ਆਉਣ ਵਾਲੇ ਟਾਈਮ ਦੇ ਵਿਚਕਾਰ ਉੱਥੇ ਸਕੂਲ ਦਾ ਮੈਨੇਜਮੈਂਟ ਹੈਗਾ ਹੈ ਤੇ ਅਸੀਂ ਟੀਚਰਾਂ ਦੀ ਭਰਤੀ ਕਰਦੇ ਹਾਂ, ਗੱਲਾਂ ਆਉਂਦੀਆਂ ਨੇ ਨਾ 10-10 ਲੱਖ 15-15 ਲੱਖ ਜਿਹੜੀ ਰਿਸ਼ਵਤਖੋਰੀ ਦੀ ਉੱਥੇ ਕਹਾਣੀ ਚੱਲਦੀ ਪਈ ਹੈ। ਮੇਰਾ ਖਿਆਲ ਹੈ ਕਿ ਇਹ 27 ਡਾਇਰੈਕਟਰ ਆ ਗਏ, ਇਹਨਾਂ ਦੇ ਵਿਚਕਾਰ ਕੋਈ ਐਸਾ ਬੰਦਾ ਨਹੀਂ ਵੀ ਉੱਥੇ ਕੋਈ ਪੈਸੇ ਦੀ ਬੰਦਰ ਬਾਂਟ ਕਰੇਗਾ। ਇਹ ਗੱਲ ਜ਼ਰੂਰ ਹੈ ਵੀ ਜਿਹੜੀ ਤਨਖਾਹਾਂ ਆਉਣਗੀਆਂ, ਅਸੀਂ ਉਹਨਾਂ ਭੈਣਾਂ ਨੂੰ, ਆਪਣੇ ਵੀਰ ਜਿਹੜੇ ਪੜ੍ਹੇ ਲਿਖੇ ਉੱਥੇ ਨੌਕਰੀ ਕਰਨਗੇ, ਉਹਨਾਂ ਨੂੰ ਅਸੀਂ ਜ਼ਰੂਰ ਆਖਾਂਗੇ ਵੀ ਤੁਸੀਂ ਦਸਵੰਧ ਕੱਢ ਕੇ ਜਿਹੜੇ ਬੱਚੇ ਸਾਡੇ ਹੋਰ ਹੈਗੇ ਨੇਗੇ ਉਹਨਾਂ ਦੀ ਸੇਵਾ ਤੁਸੀਂ ਕਰੋ। ਬਹੁਤ ਬਹੁਤ ਧੰਨਵਾਦ। ਪ੍ਰੋਫੈਸਰ ਸਿੰਘ ਜੀ, ਕੁਝ ਦਿਲ 'ਚ ਹੋਰ ਰਹਿ ਗਈ ਹੋਵੇ ਗੱਲ ਇਸ ਪ੍ਰੋਗਰਾਮ ਦੇ ਲਾਸਟ 'ਚ ਕੁਝ ਕਹਿਣਾ ਚਾਹੋ, ਫਿਰ ਵੀ ਸਮੇਟਣਾ ਕਿਉਂਕਿ ਸਮਾਂ ਜ਼ਿਆਦਾ ਹੋ ਚੁੱਕਿਆ। ਨਹੀਂ, ਮੈਂ ਦੇਖੋ ਜੀ, ਮੈਂ ਸਾਰੇ ਜਿੰਨੇ ਡਾਇਰੈਕਟਰ ਆ 27 ਦੇ 27, ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਸਾਰੇ ਇੱਕ ਜਗ੍ਹਾ ਇਕੱਠੇ ਹੋ ਜਾਓ। ਤੁਹਾਡੇ ਜਿਹੜੇ ਤੁਸੀਂ 27 ਨਹੀਂ ਗਏ, ਤੁਹਾਡੇ ਪਿੱਛੇ 27 ਲੱਖ 27 ਕਰੋੜ ਜਿਹੜੀ ਸੰਗਤ ਤੁਹਾਡੇ ਨਾਲ ਜੁੜੀ ਹੋਈ ਆ, ਉਹਨਾਂ ਦੀ ਆਸਥਾ, ਉਹਨਾਂ ਨੇ ਤੁਹਾਨੂੰ ਚੁਣ ਕੇ ਭੇਜਿਆ ਕਿ ਹਾਂ ਯਾਰ ਇਹ ਬੰਦੇ ਵਧੀਆ ਸੇਵਾ ਦੇ ਲਾਇਕ ਹੈਗੇ ਆ, ਤੇ ਅਸੀਂ ਉਹਨਾਂ ਤੇ ਖਰੇ ਉਤਰੀਏ। ਸਾਨੂੰ ਖਰੇ ਉਤਰਨਾ ਚਾਹੀਦਾ, ਗਲਤ ਕੰਮ ਨਹੀਂ ਹੋਣੇ ਚਾਹੀਦੇ। ਗੁਰੂ ਘਰ ਦੀ ਬਹੁਤ, ਜੇ ਅਸੀਂ 5 ਸਾਲਾਂ 'ਚ ਅਸੀਂ ਗੁਰੂ ਘਰ ਦੀ ਸੇਵਾ ਕਰਕੇ ਦਿਖਾਤੀ, ਜਿਹੜੇ ਪਿਛਲੇ ਰੋਣੇ ਰੋਈ ਜਾਂਦੇ ਆ, ਜੇ ਉਹਨੂੰ ਵੀ ਆਪਾਂ ਸੁਧਾਰ ਦਈਏ ਨਾ, ਤੇ ਸਾਡੇ ਲਈ ਇਹ ਬਹੁਤ ਵੱਡੀ ਸੇਵਾ ਹੋਊਗੀ ਕਿ ਹਾਂ ਜੀ ਅਸੀਂ ਗੁਰੂ ਘਰ ਦੇ ਲਈ ਕੋਈ ਕੁਝ ਕਰਕੇ ਆਏ ਆ। ਤੇ ਸੰਗਤ ਵੀ ਸਾਨੂੰ ਕਵੇ, ਜੇ ਅਸੀਂ ਅਗਲੀ ਵਾਰ ਅੱਗੇ ਖੜੇ ਹੁੰਦੇ ਆ ਨਾ ਕਿ ਕਹਿੰਦੇ ਕਿ ਮੌਕਾ ਦਿੱਤਾ ਜਾਵੇ, ਜੇ ਸਾਨੂੰ ਇਹ ਸੰਗਤ ਨੇ ਮੌਕਾ ਦਿੱਤਾ ਤਾਂ ਖਰੇ ਉਤਰ ਕੇ ਦਿਖਾਈ ਕਿ ਹਾਂ ਯਾਰ ਸੰਗਤ ਨੇ ਸਾਨੂੰ ਭੇਜਿਆ, ਤੇ ਅਗਲੀ ਵਾਰ ਫਿਰ ਤੁਹਾਨੂੰ ਸੰਗਤ ਮੌਕਾ ਦਊਗੀ। ਤੇ ਜੇ ਤੁਸੀਂ ਆਪਸ 'ਚ ਲੜਾਈ 'ਚ ਇਹ ਕੰਮ ਕਰਦੇ, ਫਿਰ ਸੰਗਤ ਨੇ ਤੁਹਾਨੂੰ ਦੁਬਾਰਾ ਮੌਕਾ ਨਹੀਂ ਦੇਣਾ। ਬਹੁਤ ਬਹੁਤ ਧੰਨਵਾਦ। ਸੋ ਸੰਗਤ ਜੀ, ਇਹ ਸਨ ਸਾਡੇ ਨਾਲ ਜੁੜੇ ਹੋਏ ਗੁਰਦੁਆਰਾ ਸ਼੍ਰੀ ਨਾਨਕ ਮੱਤਾ ਸਾਹਿਬ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣਾਂ ਚੱਲ ਰਹੀਆਂ ਨੇ, ਜੋ ਇੱਕ ਮਾਹੌਲ ਕ੍ਰੀਏਟ ਹੋਇਆ ਜਿਹਦੇ ਨਾਲ ਸੰਗਤ ਨੂੰ ਕਾਫੀ ਨਿਰਾਸ਼ਾ ਹੈ।
ਸਾਡੀ ਕੋਸ਼ਿਸ਼ ਹੈ, ਸਾਡੀ ਮੁਹਿੰਮ ਹੈ ਕਿ 27 ਦੇ 27 ਮੈਂਬਰਾਂ ਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਆ ਕੇ ਇੱਕ ਐਸੀ ਕਮੇਟੀ ਆਪਾਂ ਬਣਾ ਕੇ ਸਮਾਜ ਦੇ ਵਿੱਚ ਇੱਕ ਐਸਾ ਐਗਜ਼ਾਮਪਲ ਪੇਸ਼ ਕਰੀਏ ਕਿ ਸਿੱਖ ਜਿਹੜੇ ਨੇ ਉਹ ਆਪਸ ਵਿੱਚ ਮਿਲ ਬੈਠ ਕੇ ਗੁਰੂ ਘਰਾਂ ਦੇ ਜਿਹੜੇ ਪ੍ਰਬੰਧ ਨੇ ਉਹ ਵੀ ਵਧੀਆ ਤਰੀਕੇ ਦੇ ਨਾਲ ਸੰਭਾਲ ਸਕਦੇ ਨੇ। ਪ੍ਰੋਫੈਸਰ ਸ਼ਰਨ ਸਿੰਘ ਜੀ ਬਾਜਪੁਰ ਗੁਰਦੁਆਰਾ ਸ਼੍ਰੀ ਸਿੰਘ ਸਭਾ ਬਾਜਪੁਰ ਤੋਂ ਡਾਇਰੈਕਟਰ ਚੁਣ ਕੇ ਆਏ ਨੇ, ਤੇ ਨਿਰਮਲ ਹੰਸਪਾਲ ਜੀ ਜਿਹੜੇ ਕਿੱਛਾ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਨੇ ਤੇ ਉੱਥੋਂ ਦੇ ਡਾਇਰੈਕਟਰ ਨੇ। ਦੋਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਸਾਡੀ ਸ਼ੁਰੂਆਤ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹੋਏ ਖੁੱਲ੍ਹਾ ਸਮਾਂ ਕੁਝ ਵਿਚਾਰਾਂ ਸਾਡੇ ਨਾਲ ਸਾਂਝੀ ਕੀਤੀਆਂ ਨੇ, ਜਿਹਦੇ ਨਾਲ ਸਾਨੂੰ ਉਮੀਦ ਹੈ ਕਿ ਸੰਗਤ ਜਿਹੜੀ ਨਿਰਾਸ਼ ਹੈ ਉਹਨਾਂ ਨੂੰ ਥੋੜ੍ਹਾ ਜਿਹਾ ਪੋਜ਼ਿਟਿਵ ਮਾਹੌਲ ਮਿਲਿਆ ਹੋਏਗਾ, ਤੇ ਉਮੀਦ ਵੀ ਅਸੀਂ ਕਰਦੇ ਹਾਂ ਕਿ ਬਹੁਤ ਜਲਦੀ ਇਹ ਮਸਲਾ ਹੱਲ ਹੋਏ ਤੇ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਹੋਂਦ ਵਿੱਚ ਆਏ ਤੇ ਸਿੱਖਾਂ ਦੀ ਬਿਹਤਰੀ ਦੇ ਲਈ ਜਿੰਨੇ ਵੀ ਵੱਧ ਤੋਂ ਵੱਧ ਕੰਮ ਹੋ ਸਕਦੇ ਨੇ ਉਹ ਕੀਤੇ ਜਾਣ। ਹੰਸਪਾਲ ਜੀ ਜਾਂਦੇ ਜਾਂਦੇ ਕੁਝ ਹੋਰ ਕਹਿਣਾ ਚਾਹੁੰਦੇ ਨੇ ਜੀ? ਮੈਂ ਪ੍ਰਸ਼ਾਸਨ ਨੂੰ ਜ਼ਰੂਰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਬਹੁਤ ਜਲਦੀ ਤਰੀਕ ਦੇ ਕੇ ਸਾਰਿਆਂ ਨੂੰ ਇੱਕ ਪਲੇਟਫਾਰਮ ਉੱਤੇ ਲਿਆ ਕੇ ਜਿਹੜਾ ਉਹਨਾਂ ਦਾ ਰੋਲ ਹੈਗਾ ਉਹ ਆਪਣਾ ਰੋਲ ਅਦਾ ਕਰਨ, ਕਿਉਂਕਿ ਜਿਹੜੀਆਂ ਸਾਡੀਆਂ ਸਿੱਖ ਸੰਗਤ ਗੁਰੂ ਨਾਨਕ ਨਾਮ ਲੇਵਾ ਸੰਗਤ ਪੂਰੇ ਦੁਨੀਆ ਦੇ ਕੋਨੇ-ਕੋਨੇ ਦੇ ਵਿਚਕਾਰ ਬੈਠੀ ਹੈਗੀ ਹੈ, ਉਹਨਾਂ ਦੇ ਵਿਚਕਾਰ ਗਲਤ ਮੈਸੇਜ ਜਾ ਰਿਹਾ ਹੈ। ਇਹਦੇ ਨਾਲ ਹੀ ਮੈਂ ਆਪਣੇ ਸਿੱਖ ਆਗੂਆਂ ਦੇ ਚਰਨਾਂ 'ਚ ਵੀ ਬੇਨਤੀ ਕਰਾਂਗਾ ਕਿ ਤੁਹਾਡੇ ਉੱਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਹੈ। ਆਓ ਅਸੀਂ ਸਾਰੇ ਰਲ ਮਿਲ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਦੀ ਜਿਹੜੀ ਸੇਵਾ ਇਹ 27 ਡਾਇਰੈਕਟਰਾਂ ਨੂੰ ਆਪ ਜੀ ਨੇ ਚੁਣ ਕੇ ਭੇਜੀ ਹੈ, ਇਹਦੇ ਵਿੱਚ ਘਰ ਵੀ ਆਪ ਜੀ ਦਾ ਬਹੁਤ ਵੱਡਾ ਰੋਲ ਹੈ। ਸਾਰੇ ਜਣੇ ਮਿਲ ਕੇ ਪ੍ਰਸ਼ਾਸਨ ਦੇ ਕੋਲ ਮੰਗ ਕਰੋ ਛੇਤੀ ਤੋਂ ਛੇਤੀ ਗੁਰਦੁਆਰਾ ਸਾਹਿਬ ਦਾ ਚੁਣਾਵ ਹੋਵੇ ਤੇ 27 ਡਾਇਰੈਕਟਰ ਜਿਹੜੇ ਨੇ ਜ਼ਿੰਮੇਵਾਰੀ ਦੇ ਨਾਲ ਆਪੋ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉੱਥੇ ਸੰਭਾਲ ਸਕਣ। ਸੋ ਬਹੁਤ ਬਹੁਤ ਧੰਨਵਾਦ ਜੀ। ਸੋ ਸੰਗਤ ਜੀ ਹੁਣ ਅਸੀਂ ਇੱਥੇ ਵਿਰਾਮ ਦਿੰਦੇ ਹਾਂ। ਐਪੀਸੋਡ ਛੋਟਾ ਬਣਾਉਣਾ ਸੀ ਲੇਕਿਨ ਗੱਲਾਂ ਬਾਤਾਂ ਦਾ ਸਿਲਸਿਲਾ ਐਸਾ ਚੱਲਿਆ ਕਿ ਸਮਾਂ ਦਾ ਪਤਾ ਹੀ ਨਹੀਂ ਚੱਲਿਆ, ਕਿਉਂਕਿ ਗੁਰੂ ਨਾਨਕ ਮੱਤਾ ਸਾਹਿਬ ਜਿਹੜਾ ਗੁਰਦੁਆਰਾ ਨਾਨਕ ਮੱਤਾ ਸਾਹਿਬ ਬਹੁਤ ਹੀ ਪਾਵਨ ਪਵਿੱਤਰ ਧਰਤੀ, ਦੋ ਗੁਰੂ ਸਾਹਿਬਾਨਾਂ ਦੀ ਪਾਵਨ ਪਵਿੱਤਰ ਛੋਹ ਪ੍ਰਾਪਤ ਹੈ ਉਸ ਸਥਾਨ ਨੂੰ। ਉੱਤਰਾਖੰਡ ਅਤੇ ਯੂਪੀ ਦੇ ਸਿੱਖਾਂ ਦਾ ਇੱਕ ਬਹੁਤ ਵੱਡਾ ਸਥਾਨ ਹੈ, ਰਹਿਨੁਮਾਈ ਕੀਤੀ ਜਾਂਦੀ ਹੈ ਸਾਡੇ ਇੱਥੇ ਦੀ ਸੰਗਤ ਦੀ। ਸੋ ਸਾਡੀ ਮੁਹਿੰਮ ਹੈ, ਸਾਡੀ ਕੋਸ਼ਿਸ਼ ਹੈ, ਲੇਕਿਨ ਉਹ ਤੁਹਾਡੇ ਤੋਂ ਬਗੈਰ ਅਸੀਂ ਉਹਦੀ ਕਲਪਨਾ ਵੀ ਨਹੀਂ ਕਰ ਸਕਦੇ, ਕਿਉਂਕਿ ਮਿਸ਼ਨ ਜਿਹੜਾ ਅਸੀਂ ਜਦੋਂ ਸ਼ੁਰੂਆਤ ਕਰਨ ਦੀ ਅਸੀਂ ਸ਼ੁਰੂਆਤ ਕੀਤੀ ਹੈ ਤੇ ਕਈਆਂ ਨੇ ਸਾਡਾ ਮਨੋਬਲ ਹੈ ਜਿਹੜਾ ਬੜਾ ਡੇਗਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਕਿ ਤੇਰੇ ਵੱਸ ਦੀ ਗੱਲ ਨਹੀਂ ਹੈ, ਇਹ ਨਹੀਂ ਹੋ ਸਕਦਾ, ਇਹ ਪੋਸੀਬਲ ਨਹੀਂ ਹੈ। ਲੇਕਿਨ ਅਸੀਂ ਵੀ ਡਟੇ ਹੋਏ ਹਾਂ, ਜਿੰਨੇ ਜੋਗੇ ਹੈਗੇ ਹਾਂ, ਭਾਵੇਂ ਨਾ ਹੋਏ ਲੇਕਿਨ ਅਸੀਂ ਇਹ ਚਲੋ ਸਾਨੂੰ ਇਹ ਸੰਤੁਸ਼ਟੀ ਤੇ ਹੋਏਗੀ ਕਿ ਅਸੀਂ ਜਿਸ ਜੌਬ ਵਿੱਚ ਸੀ, ਅਸੀਂ ਜਿਸ ਜੌਬ ਵਿੱਚ ਰਹਿੰਦਿਆਂ ਹੋਇਆਂ ਜਿੰਨਾ ਕੋਈ ਯੋਗਦਾਨ ਪਾ ਸਕਦੇ ਸੀ ਆਪਣਾ ਯੋਗਦਾਨ ਪਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਬਾਕੀ ਗੁਰੂ ਸਾਹਿਬ ਦੇ ਉੱਤੇ ਅਸੀਂ ਛੱਡਿਆ ਹੋਇਆ, ਲੇਕਿਨ ਅਸੀਂ ਡਟੇ ਹੋਏ ਹਾਂ ਕਿ ਪੂਰੀ ਅੰਤ ਤੱਕ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਇੱਕ ਪਲੇਟਫਾਰਮ ਥੱਲੇ ਲਿਆਈਏ। ਸੋ ਧੰਨਵਾਦ ਕਰਦੇ ਹਾਂ ਤੇ ਫਿਰ ਜਿਨ੍ਹਾਂ ਨੇ ਸਾਡਾ ਆਪਣਾ ਕੀਮਤੀ ਸਮਾਂ ਕੱਢ ਕੇ ਸਾਨੂੰ ਇਸ ਮਾਹੌਲ ਦੇ ਵਿੱਚ ਆਪਣਾ ਪੋਜ਼ਿਟਿਵ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਾਸ਼ਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਵਾਰ ਇੱਥੇ ਹੀ ਸਮਾਪਤ ਕਰਦੇ ਹਾਂ, ਅਗਲੀ ਵਾਰ ਹੋਰ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਵਾਂਗੇ। ਹਰਵਿੰਦਰ ਸਿੰਘ ਚਾਵਲਾ ਮੇਰੇ ਸਹਿਯੋਗੀ, ਸਰਨ ਦੇ ਨਾਲ ਸਿੱਖ ਸੰਗਤ ਨਿਊਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।